सच्चा गुरबाणी जो हर दे दर हंकार नहीं पाउंदा खुद औखा हुंदा है जेड़ा भी है सिंह सताउंदा। दिल पीड़ा भरिया सी जिस पैर पीर ने पावे फल कीते कर्मां दा पापी पावे ते पछतावे फल कीते कर्मां दा पापी पावे ते पछतावे। जग ना नहीं रहे उसदा जिसने सिखिया नेकी करनी जो सिंह सताउंदा है आखिर पैंदी विपता जरनी। नहीं जिंदन कर सकदी टकरा मारे पीर ते आवे फल कीते कर्मां दा पापी पावे ते पछतावे फल कीते कर्मां दा पापी पावे ते पछतावे। सब वैद डॉक्टरां ने आख्या जरा समझ नहीं आउंदी जे थके दवाइयां नू नहीं दवा आराम पहुंचाउंदी। सब मुला मुलाणा दे पापी पैरी हाथ लगावे फल कीते कर्मां दा पापी पावे ते पछतावे फल कीते कर्मां दा पापी पावे ते पछतावे। किसे आखिया या गुरजा सूब्या तैं कोई सिंह सताया उसदा फल भुगत रिया दस दे तू जो कैर कमाया। तारू सिंह आख्या जो चोरा जिंद खान दी कावे फल कीते कर्मां दा पापी पावे ते पछतावे। आखिर खां कहण लगा मैनू जापे वरतिया पाना कल सिंह ने आखिया सी जुत्ती अगे लगा ल जाना। एक मुन्ना कहण लगा करिए सो जो सिखड़ा जावे फल कीते कर्मां दा पापी पावे ते पछतावे। कर्मता मंगा लिया सी तारू सिंह दे पैर दा जोड़ा जी कर्मता मंगा लिया सी तारू सिंह दे पैर दा जोड़ा सिर खान जकरिए दे जिस दम मारिया थोड़ा थोड़ा। बट मारो खान कहे इस तो बिना आराम न आवे फल कीते कर्मां दा पापी पावे ते पछतावे फल कीते कर्मां दा पापी पावे ते पछतावे। की दिन जुत्तियां खां हो गया मगज खान दा पोला आखिर दिन बाइये नू छड़ गया खान जकरिया चोला। हसता सिंह ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਫ ਕਰਨਾ ਜੀ ਅੱਜ ਸਟੂਡੀਓ 'ਚ ਥੋੜੀ ਪ੍ਰੋਬਲਮ ਆਉਣ ਕਰਕੇ ਸਾਨੂੰ ਪ੍ਰੋਗਰਾਮ ਦੁਬਾਰਾ ਆਰੰਭ ਕਰਨਾ ਪਿਆ ਤੇ ਬਾਬੇ ਕੇ ਬਾਬਰ ਕੇ ਪ੍ਰੋਗਰਾਮ ਦੇ ਵਿੱਚ ਆਪਾਂ ਆਪ ਸਭ ਦਾ ਸਵਾਗਤ ਕਰਦੇ ਹਾਂ ਜੀ। ਜੇਕਰ ਹੁਣ ਵੋਲੀਅਮ ਤੇ ਆਪਣੇ ਆਵਾਜ਼ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਤਾਂ ਮੈਨੂੰ ਆਪਣੇ WhatsApp ਤੇ ਮੈਸੇਜ ਜ਼ਰੂਰ ਪਲੀਜ਼ ਕਰ ਦੇਣਾ। ਤੇ ਪ੍ਰੋਬਲਮ ਕਈ ਵਾਰੀ ਆ ਜਾਂਦੀ ਆ ਦਾਸ ਕੱਲਾ ਸਟੂਡੀਓ 'ਚ ਸਾਰਾ ਕੁਝ ਸਾਂਭਣਾ ਪੈਂਦਾ ਤੇ ਇਸ ਕਰਕੇ ਥੋੜੀ ਮੁਸ਼ਕਲ ਆ ਗਈ ਆ ਤੇ ਇਸ ਲਈ ਮਾਫੀ ਚਾਹੁੰਦੇ ਹਾਂ ਜੀ। ਤੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਅੱਜ ਆਪਾਂ ਸ਼ਹੀਦ ਭਾਈ ਤਾਰੂ ਸਿੰਘ ਜੀ ਹੁਣਾਂ ਦੇ
ਜੋ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਪਾਂ ਜੇ ਅੱਜ ਇਹ ਪ੍ਰੋਗਰਾਮ ਦੇ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਾਂਗੇ ਜੀ। ਤੇ ਭਾਈ ਸਾਹਿਬ ਜੀ ਉਹਨਾਂ ਦੀ ਸ਼ਹਾਦਤ ਨੂੰ ਸਾਡੇ ਸਟੂਡੀਓ ਵੱਲੋਂ ਤੇ ਸਾਰੀ ਟੀਮ ਵੱਲੋਂ ਸਵਾਸ ਅਸੀਂ ਉਹਨਾਂ ਦੇ ਸ਼ਹੀਦੀ ਨੂੰ ਪ੍ਰਣਾਮ ਕਰਦੇ ਹਾਂ ਜੀ। ਤੇ ਭਾਈ ਸਾਹਿਬ ਜੀ ਉਹਨਾਂ ਦਾ ਜਨਮ ਜੋ 1777 ਬਿਕਰਮੀ ਸੰਮਤ 1720 ਈਸਵੀ ਨੂੰ ਪਿੰਡ ਪੂਲਾ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਵਿਖੇ ਭਾਈ ਜੋਧ ਸਿੰਘ ਸ਼ਹੀਦ ਅਤੇ ਮਾਤਾ ਧਰਮ ਕੌਰ ਦੇ ਗ੍ਰਹਿ ਵਿਖੇ ਹੋਇਆ। ਭਾਈ ਸਾਹਿਬ ਜੀ ਉਹਨਾਂ ਦੀ ਇੱਕ ਭੈਣ ਬੀਬੀ ਤਾਰ ਕੌਰ ਦੀ ਤੇ ਭਾਈ ਸਾਹਿਬ ਉਹਨਾਂ ਦੀ ਸ਼ਹਾਦਤ ਜੋ ਕੋਈ 25 ਕੁ ਸਾਲ ਦੀ ਉਮਰ ਵਿੱਚ ਉਹ ਸ਼ਹਾਦਤ ਪਾ ਗਏ ਸਨ। ਤੇ ਆਪਾਂ ਇਸ 'ਤੇ ਵੀ ਗੱਲਬਾਤ ਜ਼ਰੂਰ ਕਰਾਂਗੇ ਜੀ ਕਿ ਅੱਜ ਆਪਾਂ ਕਿੱਥੇ ਕੁ ਖੜ੍ਹੇ ਹਾਂ। ਆਪਣੀਆਂ ਵੀ ਇੰਨੀਆਂ ਲੰਮੀਆਂ ਉਮਰਾਂ ਹੋ ਗਈਆਂ ਤੇ ਆਪਾਂ ਕੀ ਜੋ ਸ਼ਹੀਦਾਂ ਦੇ ਦਿਹਾੜੇ ਮਨਾਉਂਦੇ ਹਾਂ ਕੀ ਅਸੀਂ ਉਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਰਹੇ ਹਾਂ, ਉਸ 'ਤੇ ਆਪਾਂ ਅੱਜ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਮੇਰੇ ਨਾਲ ਜੋ ਗਿਆਨੀ ਸੁਰਜੀਤ ਸਿੰਘ ਜੀ ਇਟਲੀ ਵਾਲੇ ਤੇ ਭਾਈ ਸਤਵਿੰਦਰ ਸਿੰਘ ਜੀ ਜਾਗੋ ਵਾਲੇ ਜੋ ਯੂਕੇ ਤੋਂ ਇਸ ਪ੍ਰੋਗਰਾਮ ਦੇ ਵਿੱਚ ਫੋਨ ਕਾਲ ਦੇ ਰਾਹੀਂ ਸ਼ਾਮਲ ਹੋਣਗੇ। ਤੇ ਆਪ ਜੀ ਵੀ ਜੇਕਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤੇ ਜ਼ਰੂਰ ਜੋ ਸਾਡੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਇਸ 'ਤੇ ਫੋਨ ਕਰਕੇ ਆਪ ਜੀ ਸ਼ਾਮਲ ਹੋ ਸਕਦੇ ਹੋ। ਗਿਆਨੀ ਜੀ ਮਾਫੀ ਚਾਹੁੰਦਾ ਜੀ, ਪਹਿਲਾਂ ਥੋੜ੍ਹੀ ਕੋਈ ਖਰਾਬੀ ਆਉਣ ਦੇ ਕਾਰਨ ਤੇ ਉਹਦੇ ਲਈ ਮੈਂ ਆਪ ਜੀਆਂ ਤੋਂ ਵੀ ਖਿਮਾ ਚਾਹੁੰਦਾ। ਤੇ ਆਪਾਂ ਜਿਹਦਾ ਪਹਿਲਾਂ ਵੀ ਗੱਲ ਕੀਤੀ ਸੀ, ਅੱਜ ਭਾਈ ਸਾਹਿਬ ਜੀ ਉਹਨਾਂ ਦੀ ਸ਼ਹਾਦਤ ਨੂੰ ਆਪਾਂ ਸ਼ਰਧਾ ਦੇ ਫੁੱਲ ਭੇਂਟ ਦੀ ਆਪਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਗਿਆਨੀ ਜੀ। ਜੀ ਮੈਂ ਵੇਖ ਰਿਹਾ ਸੀਗਾ ਕਿ ਮੈਂ ਸੋਚਿਆ ਸ਼ਾਇਦ ਠੀਕ ਹੋ ਗਈ ਹੋਊਗੀ ਪ੍ਰੋਬਲਮ, ਪਰ ਮੈਂ ਵੀ ਸੁਣਿਆ ਸੀ ਪਰ ਮੈਂ ਦੱਸ ਨਹੀਂ ਸਕਿਆ ਆਪ ਜੀ ਨੂੰ। ਉਹਦੇ ਲਈ ਮੈਂ ਵੀ ਮਾਫੀ ਚਾਹੁੰਦਾ। ਓਕੇ ਜੀ। ਆਪ ਜੀ ਮੈਂ ਬੇਨਤੀ ਕਰ ਰਿਹਾ ਸੀਗਾ ਕਿ ਜਿਸ ਨੇ ਸ਼ਹੀਦੀ ਦੀ ਅਵਧੀ ਨੂੰ ਪ੍ਰਾਪਤ ਕਰਨਾ ਹੋਵੇ ਤੇ ਉਸ ਨੂੰ ਘਰ ਵਿੱਚ ਉਹਨਾਂ ਦੀ ਮਾਤਾ ਜੋਧ ਕੌਰ ਜੀ ਨੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਇੱਕ ਗੁਰਬਾਣੀ ਰੂਪੀ ਸੀਸ ਬਖਸ਼ ਕੀਤੀ ਤੇ ਬਚਨ ਕਿਹਾ ਕਿ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੇ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਜਾਂ ਉਹਨਾਂ ਨੇ ਬੜੇ ਪਿਆਰ ਦੇ ਨਾਲ ਬਚਨ ਕਿਹਾ ਕਿ ਮੇਰੇ ਲਾਲ ਵਾਹਿਗੁਰੂ ਸਾਹਿਬ ਤੈਨੂੰ ਚੜ੍ਹਦੀ ਕਲਾ ਬਖਸ਼ੇ ਕਿ ਬਚਨ ਸੀ ਸਾਚ ਪਦਾਰਥ ਗੁਰਮੁਖ ਲਹੋ ਪ੍ਰਭ ਕਾ ਭਾਣਾ ਸਤ ਕਰ ਸਹੋ ਜੀਵਤ 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 ਰਹੋ ਰਾਮ ਰਸਾਇਣ ਨਿਤ ਉਠ ਪੀਵੋ। ਇਸ ਪ੍ਰਕਾਰ ਦੀ ਅਸੀਸ ਉਹਨਾਂ ਨੂੰ ਘਰੋਂ ਮਿਲੀ ਤੇ ਦਾਤਾ ਸਤਿਗੁਰੂ ਜੀ ਕਹਿੰਦੇ ਨੇ ਨਾਨਕ ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ ਸਤਿਗੁਰੂ ਕਾ ਭਾਣਾ ਮੰਨ ਲਵੇ ਸਭ ਰੱਖਿਓ ਉਤਾਰ। ਤੇ ਜਦੋਂ ਕਿਸੇ ਦੀ ਪ੍ਰੀਤ ਗੁਰਸਿੱਖ ਦੀ ਪ੍ਰੀਤ ਪ੍ਰਮਾਤਮਾ ਨਾਲ ਗੁੰਦੀ ਜਾਂਦੀ ਆ ਨਾ ਤੇ ਉਦੋਂ ਉਹਦੇ ਮਨ ਵਿੱਚ ਇਹ ਵਲਵਲਾ ਅਕਸਰ ਜਿਹੜਾ ਆ ਉਹ ਇਸ ਪ੍ਰਕਾਰ ਪ੍ਰਮਾਤਮਾ ਦੇ ਨਾਮ ਵਿੱਚ ਗੁੜੰਦ ਹੋ ਕੇ ਗਾਉਂਦਾ ਰਹਿੰਦਾ ਹੈ ਕਿ ਸਤਿਗੁਰੂ ਆਗੇ ਸੀਸ ਭੇਟ ਦੇਵੋ ਜੇ ਸਤਿਗੁਰੂ ਸਾਚੇ ਪਾਵੇ। ਇਸ ਪ੍ਰਕਾਰ ਦੀ ਜਿਹੜੀ ਭਾਈ ਸਾਹਿਬ ਜੀ ਦੀ ਜੀਵਨ ਦੀ ਸ਼ੁਰੂਆਤ ਆ ਗੁਰਸਿੱਖੀ ਵਿੱਚ ਓਤ ਪੋਤ ਹੋਈ ਕਿਉਂਕਿ ਉਹਨਾਂ ਦੇ ਪਿਤਾ ਜੀ ਕੁਪਰੇ ਹਿੱੜੀ ਵਿੱਚ ਵੱਡੇ ਘੱਲੂ ਘਰ ਵਿੱਚ ਉਹ ਵੀਰਗਤੀ ਨੂੰ ਪ੍ਰਾਪਤ ਹੋਏ ਸਨ। ਸ਼ਹੀਦੀ ਜਾਮਾ ਪੀਤਾ ਸੀ ਉਹਨਾਂ ਨੇ। ਇਹੋ ਜਿਹਾ ਸਮਾਂ ਸੀ ਭਾਈ ਸਾਹਿਬ ਜੀ ਇਹੋ ਜਿਹੇ ਮਾਹੌਲ ਵਿੱਚ ਗੁਰਸਿੱਖੀ ਦੇ ਮਾਹੌਲ ਵਿੱਚ ਆਪਦੀ ਮਾਤਾ ਪਾਸੋਂ ਅਸੀਸਾਂ ਲੈ ਕੇ ਪੂਲੇ ਪਿੰਡ ਵਿੱਚ ਉਹਨਾਂ ਦਾ ਆਗਾਜ਼ ਹੋਇਆ ਤੇ ਉੱਥੇ ਮਾਤਾ ਜੀ ਪਾਸੋਂ ਅਸੀਸਾਂ ਲੈ ਕੇ ਗੁਰਬਾਣੀ ਨਾਲ ਜੁੜੇ ਹੋਏ ਨਾਮ ਰਸ ਵਿੱਚ ਜੁੜੇ ਹੋਏ ਭਾਈ ਸਾਹਿਬ ਜੀ ਇੱਕ ਮਹਾਨ ਸ਼ਖਸੀਅਤ ਮਹਾਨ ਨਾਇਕ ਸ਼ਖਸੀਅਤ ਜਿਹੜੀ ਸੀ ਉਹ ਪੂਲੇ ਪਿੰਡ ਵਿੱਚ ਸਭਨਾਂ ਦਾ ਭਲਾ ਕਰ ਰਹੀ ਸੀ। ਕਿਉਂਕਿ ਜਦੋਂ ਕਿ ਥੋੜਾ ਜਿਹਾ ਇਤਿਹਾਸ ਵੱਲ ਵੇਖੀਏ ਮੁਗਲਿਆ ਸਾਮਰਾਜ ਜਿਨ੍ਹਾਂ ਨੇ 350 ਜਾਂ 300 ਸਾਲ ਸਾਡੇ ਹਿੰਦੁਸਤਾਨ ਵਿੱਚ ਰਾਜ ਕੀਤਾ ਤੇ ਅਬਦੁਲ ਸਮੁੰਦ ਖਾਨ ਜ਼ਕਰੀਆ ਖਾਨ ਇਹਨਾਂ ਲੋਕਾਂ ਨੇ ਤਹਈਆ ਕੀਤਾ ਹੋਇਆ ਸੀ ਕਿ ਸਿੱਖ ਕੌਮ ਨੂੰ ਅਸੀਂ ਬਿਲਕੁਲ ਖਤਮ ਕਰ ਦੇਣਾ ਹੈ, ਦੁਨੀਆ ਦੇ ਨਕਸ਼ੇ ਤੋਂ ਮਿਟਾ ਦੇਣਾ ਹੈ। ਇਸੇ ਕਾਰਨ ਲਈ ਇਤਿਹਾਸ ਕਹਿੰਦਾ ਹੈ ਕਿ 70 ਸਾਲ ਸਾਡੀ ਗਰਦਨ ਉੱਤੇ ਤਲਵਾਰ ਲਟਕੀ ਪਰ ਉਹ ਫਰੀਨ ਉਹਨਾਂ ਗੁਰਸਿੱਖਾਂ ਤੋਂ ਬਲਹਾਰ ਜਾਈ ਉਹਨਾਂ ਗੁਰਸਿੱਖਾਂ ਤੋਂ ਇੱਕ ਵੀ ਗੁਰੂ ਕੇ ਸਿੱਖ ਨੇ ਮੁਗਲਿਆ ਸਾਮਰਾਜ ਦੀ ਈਨ ਨੂੰ ਨਹੀਂ ਮੰਨਿਆ ਔਰ ਇਹ ਦਿਨ ਸੀ ਕਿ ਜਦੋਂ ਗੁਰੂ ਕੇ ਸਿੱਖ ਝਾਲਾਂ ਵਿੱਚ ਜੰਗਲਾਂ ਵਿੱਚ ਰਹਿ ਕੇ ਕੌਮ ਨੂੰ ਆਜ਼ਾਦ ਕਰਵਾਉਣ ਵਾਸਤੇ ਦੇਸ਼ ਦੇ ਅੰਦਰ ਪਈਆਂ ਹੋਈਆਂ ਜੰਜੀਰਾਂ ਨੂੰ ਕੱਟਣ ਵਾਸਤੇ ਗੁਰੂ ਕੇ ਸਿੱਖ ਝਾਲਾਂ 'ਚ ਜੰਗਲਾਂ 'ਚ ਪਹਾੜਾਂ ਵਿੱਚ ਰਹਿ ਕੇ ਇਸ ਪਾਪੀ ਸਾਮਰਾਜ ਦਾ ਮੁਗਲ ਸਾਮਰਾਜ ਦਾ ਮੁਕਾਬਲਾ ਕਰ ਰਹੇ ਸੀ।
ਕਿਉਂਕਿ ਮੈਂ ਪਿੱਛੇ ਕਹਿ ਦਿੱਤਾ ਸੀਗਾ ਕਿ ਕੁਦਰਤ ਦਾ ਵੀ ਐਸਾ ਕੋਈ ਨਿਯਮ ਹੈ, ਉਸਨੇ ਦੋਵੇਂ ਚੀਜ਼ਾਂ ਬਰਾਬਰ ਹੀ ਰੱਖੀਆਂ ਨੇ। ਜੇ ਕੁਦਰਤ ਨੇ ਫੁੱਲ ਪੈਦਾ ਕੀਤੇ ਨੇ, ਕੰਡੇ ਨਾਲ ਨੇ। ਜੇ ਕੁਦਰਤ ਨੇ ਸੁੱਖ ਪੈਦਾ ਕੀਤਾ ਹੈ ਤੇ ਦੁੱਖ ਵੀ ਨਾਲ ਆ। ਜੇ ਸੱਚ ਆ ਤੇ ਝੂਠ ਵੀ ਨਾਲ ਆ। ਜੇ ਧਰਮੀ ਆ ਤੇ ਅਧਰਮੀ ਵੀ ਨਾਲ ਆ। ਜੀ ਜੀ। ਜੇ ਕੇਵਲ ਸੱਚ ਹੀ ਹੁੰਦਾ, ਝੂਠ ਹੁੰਦਾ ਹੀ ਨਾ, ਤੇ ਸੱਚ ਦੀ ਕੋਈ ਵੈਲਿਊ ਨਹੀਂ ਸੀ ਹੋਣੀ ਦੁਨੀਆ ਦੇ ਨਕਸ਼ੇ ਤੇ। ਜੇ ਕੇਵਲ ਸ਼ਹੀਦ ਹੁੰਦੇ ਤੇ ਧਰਮੀ ਹੁੰਦੇ, ਅਧਰਮੀ ਹੁੰਦੇ ਨਾ, ਤੇ ਧਰਮੀਆਂ ਦਾ ਮਾਣ ਕੀ ਹੋਣਾ ਸੀ? ਕੀ ਪਤਾ ਲੱਗਣਾ ਸੀ ਧਰਮੀ ਕੀ ਹੁੰਦਾ ਹੈ, ਅਧਰਮੀ ਕੀ ਹੁੰਦਾ ਹੈ? ਜੀ। ਇਹਨਾਂ ਦਿਨਾਂ ਵਿੱਚ ਜਿੱਥੇ ਗੁਰੂ ਕੇ ਸਿੱਖ ਖਾਲਸਾ ਪੰਥ ਦਾ ਨਿਸ਼ਾਨ ਸਾਹਿਬ ਉੱਚਾ ਚੱਕ ਰਹੇ ਸਨ, ਧਰਮ ਦੀ ਧੁਜਾ ਨੂੰ ਉੱਚਾ ਚੱਕ ਰਿਹਾ ਸੀ, ਉੱਥੇ ਹੀ ਜਿਹੜੇ ਸੂਈਏ ਸਨ, ਮੁਕਬਰ ਸਨ ਸਰਕਾਰ ਦੇ, ਜਿਹੜੇ ਸਿੱਖੀ ਭੇਸ ਵਿੱਚ ਕੌਮ ਦਾ ਨੁਕਸਾਨ ਕਰ ਰਹੇ ਸੀ, ਉਹਨਾਂ ਵਿੱਚ ਹਰਭਗਤ ਨਰੰਜਣੀਆਂ, ਮਹੰਤ ਆਕਲਦਾਸ, ਇਸ ਪ੍ਰਕਾਰ ਰਾਮਾ ਰੰਧਾਵਾ, ਕਰਮ ਮਸ਼ੀਨਾ, ਚੌਧਰੀ ਸਾਹਿਬ ਰਾਏ, ਇਹਨਾਂ ਖੂਨ ਪੀਤਾ ਹੋਇਆ ਸੀ ਗੁਰੂ ਕੇ ਸਿੱਖਾਂ ਦਾ। ਇਹ ਮੁਕਰਬ ਸੀਗੇ, ਸੂਈਏ ਸੀਗੇ ਲਾਹੌਰ ਸਰਕਾਰ ਦੇ, ਤੇ ਇੱਕ ਮਿੰਟ ਦੀ ਖਬਰ ਜਿਹੜੀ ਉਹਨਾਂ ਨੂੰ ਦੇ ਰਹੇ ਸੀਗੇ। ਇਸ ਪ੍ਰਕਾਰ ਦਾ ਪਾਪ ਕਮਾ ਰਿਹਾ ਸੀ। ਪਹਿਲਾਂ ਵੀ ਕਈ ਗੁਰੂ ਕੇ ਸਿੱਖਾਂ ਨੂੰ ਇਹਨਾਂ ਨੇ ਸ਼ਹੀਦ ਕਰਵਾਇਆ ਸੀ ਜੀ। ਜਦੋਂ ਭਾਈ ਸਾਹਿਬ ਜੀ ਨੇ ਥੋੜੇ ਜਵਾਨ ਹੋਏ ਤੇ ਭਾਈ ਸਾਹਿਬ ਜੀ ਨੇ ਇੱਕ ਦਿਨ ਆਪਣੀ ਮਾਤਾ ਨੂੰ ਆਖਿਆ, ਮਾਂ ਦੇਖਣਾ ਕਿ ਆਪਾਂ ਆਪਣੇ ਘਰ ਵਿੱਚ ਬਸਤਰ ਵੀ, ਜਦੋਂ ਕੋਈ ਸਿਆਲ ਦੀ ਰੁੱਤ ਆਉਂਦੀ ਆ, ਆਪਾਂ ਨਿੱਘੇ ਬਸਤਰਾਂ 'ਚ ਪੈ ਕੇ ਰਾਤ ਨੂੰ ਗੁਜ਼ਾਰਾ ਕਰਦੇ ਆ, ਕੋਈ ਪੱਠੀ ਬਾਲ ਲੈਂਦੇ ਆ। ਮਾਂ ਉਹ ਕਦੀ ਖਿਆਲ ਕਰਦੀ ਆ ਕਿ ਉਹ ਵੀ ਲੋਕ ਨੇ ਮਾਤਾ ਜਿਹੜੇ ਆਪਣੇ ਲਈ ਲੜ ਰਹੇ ਨੇ ਤੇ ਕੇਵਲ ਜੰਗਲਾਂ ਦੇ ਵਿੱਚ ਰਾਤਾਂ ਗੁਜ਼ਾਰਦੇ ਨੇ, ਰੁੱਖਾਂ ਦੇ ਥੱਲੇ ਰਹਿ ਕੇ ਰਾਤਾਂ ਗੁਜ਼ਾਰਦੇ ਨੇ। ਕਈ ਵਾਰੀ ਉਹਨਾਂ ਨੂੰ ਪੇਟ ਭਰਨ ਵਾਸਤੇ ਭੋਜਨ ਵੀ ਨਾ ਮਿਲਦਾ ਹੋਵੇਗਾ। ਮਾਤਾ ਆਪਾਂ ਨੂੰ ਕੋਈ ਉਪਰਾਲਾ ਕਰਨਾ ਚਾਹੀਦਾ ਹੈ ਜੀ। ਤੇ ਮਾਤਾ ਨੇ ਬੜੇ ਪਿਆਰ ਨਾਲ ਕਿਹਾ ਕਿ ਉਹ ਧਰਮੀ ਮਾਂ ਸੀ ਤੇ ਧਰਮ ਉਹਦੇ ਹਿਰਦੇ ਸੀ। ਧਰਮ ਉਹਨੇ ਗੁੜਤੀ ਦੇ ਰੂਪ ਵਿੱਚ ਆਪਣੇ ਪੁੱਤਰ ਤੇ ਧੀ ਨੂੰ ਦਿੱਤਾ ਹੋਇਆ ਸੀ। ਜੀ ਜੀ। ਜਦੋਂ ਉਹਨੇ ਸੁਣਿਆ ਆਪਣੇ ਪੁੱਤਰ ਦੀ ਇਹ ਗੱਲ ਤੇ ਮਾਂ ਅੰਦਰੋਂ ਗਦਗਦ ਹੋ ਗਈ, ਕਿਉਂਕਿ ਉਹਨਾਂ ਦਾ ਜਿਹੜਾ ਮਹਾਂਪੁਰਖ ਜਿਹੜੇ ਹੁੰਦੇ ਆ ਜਾਂ ਸ਼ਹੀਦ ਹੁੰਦੇ ਆ ਨਾ, ਉਹਨਾਂ ਦਾ ਜਿਹੜਾ ਪ੍ਰੋਗਰਾਮ ਹੁੰਦਾ ਸਾਰਾ ਲਿਖਿਆ ਹੁੰਦਾ ਆ, ਉਹ ਲਿਖੇ ਪ੍ਰੋਗਰਾਮ ਨਾਲ ਚੱਲ ਰਹੇ ਹੁੰਦੇ ਆ ਜੀ। ਤਾਂ ਉਹਨਾਂ ਨੇ, ਮਾਤਾ ਜੀ ਨੇ ਬੜੇ ਚਾਅ ਨਾਲ ਕਿਹਾ, ਤੂੰ ਕੀ ਚਾਹੁੰਦਾ ਹੈ? ਕਹਿੰਦੇ ਮਾਂ ਤੂੰ ਥੋੜੇ ਜਿਹੇ ਪ੍ਰਸ਼ਾਦੇ ਪਕਾ ਦਿਆ ਕਰ, ਮੈਂ ਤੇ ਮੇਰੀ ਭੈਣ ਜਾ ਕੇ ਗੁਰਸਿੱਖਾਂ ਨੂੰ ਛਕਾ ਕੇ ਆਇਆ ਕਰੀਏ, ਕਿਉਂਕਿ ਮਾਂ ਉਹ ਭੁੱਖੇ ਨੇ ਤੇ ਉਹ ਆਪਣੇ ਲੜ ਰਹੇ ਨੇ ਜੀ। ਇਹ ਆਕਾਸ਼, ਇਹ ਸੋਚ ਕਦੀ ਭਾਈ ਤਾਰੂ ਸਿੰਘ ਦੀ ਸੋਚ, ਸਾਰੇ ਸਿੱਖ ਕੌਮ ਦੀ ਸੋਚ ਬਣ ਜਾਂਦੀ ਤੇ ਅੱਜ ਆਹ ਦਿਨ ਸਾਨੂੰ ਕਦੇ ਦੇਖਣੇ ਨਾ ਪੈਂਦੇ ਜਿਹੜੇ ਅਸੀਂ ਅੱਜ ਦੇਖ ਰਹੇ ਹਾਂ। ਕਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਅਸੀਂ ਨਾਲੀਆਂ ਚੋਂ ਨਾ ਚੱਕਦੇ, ਦਰਿਆਵਾਂ ਚੋਂ ਨਾ ਚੱਕਦੇ। ਜਿਹੜਾ ਰੋਜ਼ ਇਹ ਜਿਹੜਾ ਹੁੰਦਾ ਨਾ, ਮਤਲਬ ਬਈ ਬਿਜਲੀ ਸੈਕਟਰ ਜਿਹੜਾ ਹੋ ਜਾਂਦਾ ਹੈ, ਸ਼ਾਰਟ ਸੈਕਟਰ ਹੁੰਦਾ, ਇਹ ਰੋਜ਼ ਨਾ ਹੁੰਦਾ ਜੇ ਕਦੀ ਅਸੀਂ ਇਹਨਾਂ ਗੱਲਾਂ ਦਾ ਖਿਆਲ ਰੱਖਦੇ ਹੁੰਦੇ ਤੇ ਅੱਜ ਆਹ ਦਿਨ ਸਾਨੂੰ ਨਾ ਦੇਖਣੇ ਪੈਂਦੇ ਜਿਹੜੇ ਅੱਜ ਸਾਨੂੰ ਦੇਖਣੇ ਪਏ। ਜੀ ਜੀ, ਬਿਲਕੁਲ ਜੀ। ਭਾਈ ਸਾਹਿਬ ਜੀ ਨੇ ਪ੍ਰਸ਼ਾਦਾ ਸਾਹਿਬਾ ਆਪਣੇ ਸਿਰ ਤੇ ਰੱਖਿਆ, ਭੈਣ ਨੇ ਦਾਲ ਲਈ ਤੇ ਗੁਰੂ ਕੇ ਸਿੱਖ ਜਿਹੜੇ ਜੰਗਲ 'ਚ ਬੈਠੇ ਸੀ ਨਾ, ਉਹਨਾਂ ਵਾਸਤੇ ਤੁਰ ਪਏ। ਤੇ ਇਹਨੂੰ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਅੰਕਿਤ ਕੀਤਾ। ਉਹ ਕਹਿੰਦੇ, ਆਪ ਸੋਵੇ ਔਰ ਨੰਗ ਔਰ ਭੁੱਖ, ਦੇਖ ਨਾ ਸਕੇ ਸਿੰਘਨ ਦੁੱਖ। ਕਹਿੰਦੇ ਆਪ ਤਾਂ ਆਪਣੇ ਤਨ ਤੇ ਭੁੱਖਾ ਵੀ ਸੌ ਜਾਂਦਾ, ਕੱਪੜੇ ਵੀ ਵਧੀਆ ਨਹੀਂ ਪਾਉਂਦਾ, ਪਰ ਉਹਨੂੰ ਖਾਲਸਾ ਪੰਥ ਦੇ ਉਹਨਾਂ ਜੁਝਾਰੂਆਂ ਦੀ ਬੜੀ ਚਿੰਤਾ ਆ ਜੀ। ਉਹਨਾਂ ਦੀ ਚਿੰਤਾ ਕਰਦਾ। ਤੇ ਅੱਜ ਅਸੀਂ ਜੁਝਾਰੂਆਂ ਦੇ ਨਾਂ ਤੇ ਵੀ ਲੁੱਟ ਕੇ ਆਪਣੇ ਘਰ ਬਣਾ ਲਏ, ਕੋਠੀਆਂ ਬਣਾ ਲਈਆਂ, ਮਹਿਲ ਬਣਾ ਲਏ, ਤੇ ਜਿਹੜੇ ਗੁਰੂ ਕੇ ਪਿਆਰਿਆਂ ਨੇ ਜਿਨ੍ਹਾਂ ਧਰਮ ਵਾਸਤੇ ਆਪਣਾ ਖੂਨ ਡੁੱਲਿਆ, ਉਹ ਦਰ ਬਰਦਰ ਅਸੀਂ ਕਿਨਾਰੇ ਕਰ ਦਿੱਤੇ, ਆਪਣੇ ਘਰ ਭਰ ਲਏ। ਅਸੀਂ ਉਹਨਾਂ ਦੇ ਘਰ ਭਰਨ ਦੀ ਬਜਾਏ ਜਾਂ ਉਹਨਾਂ ਦੀ ਸਹਾਇਤਾ ਕਰਨ ਦੀ ਬਜਾਏ ਅਸੀਂ ਆਪਣੇ ਘਰਾਂ ਨੂੰ ਖਿੱਚ ਕੇ ਲੈ ਗਏ। ਇਸ ਕਰਕੇ ਆ ਜਿਹੜਾ ਦਿਨ ਸਾਨੂੰ ਦੇਖਣਾ ਪੈ ਰਿਹਾ ਜੀ। ਬਿਲਕੁਲ ਜੀ। ਮੈਂ ਬੇਨਤੀ ਕਰ ਰਿਹਾ ਸੀ ਕਿ ਨਾਮ, ਸ਼ਹੀਦਾਂ ਦੇ ਨਾਮ ਤੇ ਸਪੀਚਾਂ, ਸ਼ਹੀਦਾਂ ਦੇ ਨਾਮ ਤੇ ਡੇਰੇ, ਸ਼ਹੀਦਾਂ ਦੇ ਨਾਮ ਤੇ ਪੋਸਟਰ ਲਾ ਕੇ ਕਮਾਈਆਂ ਕਰ ਲਈਆਂ ਤੇ ਅੱਜ ਉਹਨਾਂ ਸ਼ਹੀਦਾਂ ਨੂੰ ਹੀ ਅਸੀਂ ਗਾਲਾਂ ਕੱਢ ਰਹੇ ਹਾਂ। ਉਹਨਾਂ ਸ਼ਹੀਦਾਂ ਨੂੰ ਕਹਿ ਰਹੇ ਉਹਨਾਂ ਦੀ ਸੋਚ ਨਹੀਂ ਸੀ ਲੰਬੀ। ਜੇ ਉਹਨਾਂ ਦੀ ਸੋਚ ਲੰਬੀ ਹੁੰਦੀ ਤੇ ਉਹ ਆਪਣਾ ਬਚਾਅ ਕਰ ਸਕਦੇ ਸੀ। ਅੱਜ ਉਹਨਾਂ ਦੇ ਨਾਂ ਤੇ ਧਨ ਇਕੱਠਾ ਕੀਤਾ, ਉਹਨਾਂ ਦੇ ਨਾਂ ਤੇ ਡੇਰੇ ਬਣਾਏ ਤੇ ਉਹਨਾਂ ਨੂੰ ਹੀ ਅਸੀਂ ਗੁਰੂ ਕੀ ਹਜ਼ੂਰੀ 'ਚ ਭਿੰਡ ਰਹੇ ਹਾਂ। ਇਹਨੂੰ ਅਸੀਂ ਸਿਆਣਪ ਸਮਝਦੇ ਹਾਂ। ਇੰਨੀ ਗਿਰ ਗਈ ਆ, ਇੰਨੇ ਗਿਰ ਗਿਆ, ਇਹ ਨਾਸਤਿਕਪੁਣਾ ਸਾਡੇ ਵਿੱਚ ਅੱਜ ਆ ਚੁੱਕਾ ਜੀ। ਬਿਲਕੁਲ। ਖੈਰ, ਆਪ ਸਹਿਵੇ ਉਹ ਨੰਗ ਔਰ ਭੁੱਖ, ਦੇਖ ਨਾ ਸਕੇ ਸਿੰਘਨ ਦੁੱਖ, ਆਪ ਗੁਜ਼ਾਰੇ ਅਗਨੀ ਨਾਲ, ਸਿੰਘਨ ਕੱਲੇ ਪੋਸ਼ਾਕ ਸਵਾਲ,
ਕਈ ਪੀਸ ਪੀਸਨ ਕਮਾਵੇ, ਇਸ ਪ੍ਰਕਾਰ ਵਹਿ ਪੀ ਸਿੰਘਨ ਪਾਸ ਪਚਾਵੇ, ਬਾਣ ਵੱਟ ਕਰ ਕਰੇ ਮਜੂਰੀ, ਭੇਜੇ ਸਿੰਘਨ ਪਾਸ ਜ਼ਰੂਰੀ। ਇਹੋ ਜਿਹੇ ਸਮੇਂ ਤੇ ਵੀ ਜੋ ਵੀ ਹੁੰਦਾ ਤਿਲ ਫੁੱਲ ਕਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਇਸ ਗੁਰਮਤ ਦਾ ਧਾਰਨੀ ਆ ਭਾਈ ਤਾਰੂ ਸਿੰਘ ਸਾਹਿਬ ਜੀ। ਲੈ ਕੇ ਜਦੋਂ ਅੱਜ ਜੰਗਲ ਵਿੱਚ ਗਏ, ਭੈਣ ਨੇ ਡੋਲੂ ਫੜਿਆ ਦਾਲ ਦਾ ਡੱਬਾ ਤੇ ਪ੍ਰਸ਼ਾਦੇ ਲੈ, ਜਦੋਂ ਗੁਰੂ ਕੇ ਸਿੱਖਾਂ ਨੂੰ ਆਵਾਜ਼ਾਂ ਲਗਾ ਕੇ ਉਹਨਾਂ ਨੂੰ ਜਾ ਕੇ ਪ੍ਰਸ਼ਾਦਾ ਛਕਾਇਆ, ਤੇ ਇੱਕ ਬਜ਼ੁਰਗ ਗੁਰੂ ਕੇ ਸਿੱਖ ਨੇ ਜਿਹਨੇ ਚਾਦਰ ਦੀ ਬੁੱਕਲ ਮਾਰੀ ਹੋਈ ਸੀ, ਇਤਿਹਾਸ ਕਹਿੰਦਾ ਹੈ, ਉਹਨੇ ਪ੍ਰਸ਼ਾਦਾ ਛਕ ਕੇ ਕਿਹਾ, ਹੇ ਗੁਰੂ ਰਾਮਦਾਸ, ਇਹ ਗੁਰੂ ਕਲਗੀਧਰ ਦਾਤਾ, ਇਸ ਗੁਰ ਸਿੱਖ ਨੂੰ ਤੇਰੇ ਇਹਨਾਂ ਗੁਰੂ ਕੇ ਸਿੱਖਾਂ ਦੀ ਚਿੰਤਾ ਹੈ, ਤੇਰੇ ਖਾਲਸਾ ਪੰਥ ਦੀ ਚਿੰਤਾ ਹੈ, ਕਿਉਂਕਿ ਗੁਰੂ ਵੀ ਆਖਦੇ ਜੋ ਗੁਰਸਿੱਖਾਂ ਨੂੰ ਲੋਚਦਾ ਹੈ ਗੁਰੂ ਨੂੰ ਖੁਸ਼ੀ ਆਉਂਦੀ ਹੈ। ਇਹ ਮਹਾਰਾਜ ਜੀ ਅੱਜ ਗੁਰੂ ਕਾ ਸਿੱਖ ਸਾਡੀ ਭੁੱਖ ਨੂੰ ਮਿਟਾਉਣ ਆਇਆ, ਤੇ ਸੱਚੇ ਪਾਤਸ਼ਾਹ ਇੱਕ ਕਿਰਪਾ ਕਰਿਓ, ਇਸ ਗੁਰੂ ਕੇ ਸਿੱਖ ਦੀ ਸਿੱਖੀ ਕੇਸਾਂ ਤੇ ਸਵਾਸਾਂ ਦੇ ਨਾਲ ਨਿਭਾ ਦਿਓ ਜੀ। ਇਹ ਅਸੀਸ ਸੀ ਉਹਨਾਂ ਗੁਰੂ ਕੇ ਸਿੱਖਾਂ ਦੀ ਜਿਹੜੇ ਪੰਥ ਲਈ ਆਪਣੀ ਜ਼ਿੰਦਗਾਨੀ ਨਿਸ਼ਾਵਰ ਕਰ ਰਹੇ ਸੀ। ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ, ਜੇ ਸਾਡੇ ਵੱਡੇ ਜੰਗਲਾਂ 'ਚ ਨਾ ਬੈਠੇ ਹੁੰਦੇ, ਅੱਜ 3-3 ਮੰਜ਼ਲੀਆਂ ਕੋਠੀਆਂ ਸਾਡੀਆਂ ਨਹੀਂ ਸੀ ਖਲੋਣੀਆਂ ਜੀ। ਬਿਲਕੁਲ। ਅੱਜ ਜੋ ਸਾਡੇ ਵਿਹੜਿਆਂ ਦੀਆਂ ਰੌਣਕਾਂ ਹੈ, ਉਹਨਾਂ ਸਾਡੇ ਬਜ਼ੁਰਗਾਂ ਕਰਕੇ ਜਿਨ੍ਹਾਂ ਨੇ ਮਾਰਾਂ ਮਾਰੀਆਂ ਹੋਈਆਂ, ਹੋਰ ਸਾਡਾ ਕਰਕੇ ਨਹੀਂ ਗਈਆਂ ਜੀ। ਸਾਨੂੰ ਇਹ ਖਿਆਲ ਰੱਖਣਾ ਪਊਗਾ, ਧਿਆਨ ਰੱਖਣਾ ਪਊਗਾ। ਉਹਨਾਂ ਵਡੇਰਿਆਂ ਨੇ ਜਿਨ੍ਹਾਂ ਸਿਆਲ ਦੀਆਂ ਰਾਤਾਂ ਜੰਗਲਾਂ 'ਚ ਕੱਟੀਆਂ, ਗਰਮੀਆਂ ਦੀਆਂ ਝੱਲਾਂ ਦੇ ਵਿੱਚ ਰਹਿ ਕੇ ਦਿਨ ਗੁਜ਼ਾਰੇ, ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ, ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ, ਆਪਣੇ ਧੀਆਂ ਪੁੱਤਰ ਵੀ ਨਿਸ਼ਾਵਰ ਕਰਤੇ, ਪਰ ਸਿੱਖੀ ਤੋਂ ਬੇਮੁਖ ਨਾ ਹੋਏ। ਅੱਜ ਰੱਬ ਨੇ ਸਾਨੂੰ ਸਭ ਕੁਝ ਦੇ ਦਿੱਤਾ, ਪਰ ਬਦਕਿਸਮਤੀ ਅਸੀਂ ਅੱਜ ਸਿੱਖੀ ਤੋਂ ਬੇਮੁਖ ਹੋ ਕੇ ਜੀਵਨ ਬਤੀਤ ਕਰ ਰਹੇ ਹਾਂ ਜੀ। ਮੈਂ ਅੱਗੇ ਚੱਲਾਂ। ਇਸੇ ਪ੍ਰਕਾਰ ਭਾਈ ਸਾਹਿਬ ਜੀ ਦਾ ਜਿਹੜਾ ਸੀ ਨੇਮ ਬਣਿਆ ਹੋਇਆ ਸੀ ਗੁਰੂ ਕੇ ਸਿੱਖਾਂ ਨੂੰ ਲੰਗਰ ਛਕਾਉਣਾ, ਤੇ ਭਾਈ ਸਾਹਿਬ ਦੀ ਸ਼ਖਸੀਅਤ ਐਸੀ ਸੀ ਕਿ ਉਹਨਾਂ ਤੋਂ ਹਰ ਬੰਦਾ ਪ੍ਰਭਾਵਿਤ ਸੀ। ਉਹਨਾਂ ਦਾ ਘਰ ਕੋਈ ਘਰ ਨਹੀਂ ਸੀ, ਘਰ ਘਰ ਅੰਦਰ ਧਰਮਸ਼ਾਲ, ਉਹ ਇੱਕ ਧਰਮਸ਼ਾਲਾ ਸੀ ਜਿਹੜਾ ਹਰ ਬੰਦਾ ਉਹਨਾਂ ਦੇ ਘਰ ਆ ਕੇ ਮਾਣ ਮਹਿਸੂਸ ਕਰਦਾ ਸੀ। ਜੇ ਉਹਨਾਂ ਦੇ ਨਗਰ ਮੁਸਲਮਾਨ ਰਹਿੰਦੇ ਸੀ ਤਾਂ ਉਹ ਕਹਿੰਦੇ ਸੀ ਭਾਈ ਤਾਰੂ ਸਿੰਘ ਤਾਂ ਕੋਈ ਨਬੀ ਦਾ ਰੂਪ ਹੈ, ਇਹਦੇ ਵਿੱਚੋਂ ਸਾਨੂੰ ਕਿਸੇ ਨਬੀ ਦੇ ਦਰਸ਼ਨ ਹੁੰਦੇ ਆ। ਜੇ ਹਿੰਦੂ ਸੀ ਤੇ ਉਹ ਕਹਿੰਦੇ ਸੀ ਇਹ ਤਾਂ ਸਾਡੇ ਭਗਵਾਨ ਦਾ ਸਾਖਸਾਤ ਰੂਪ ਉਤਰਿਆ ਹੋਇਆ ਹੈ, ਇਹ ਕੋਈ ਰੱਬ ਦੀ ਰੰਗੀ ਹੋਈ ਰੂਹ ਹੈ, ਇਹ ਕੋਈ ਸੰਤ ਹੈ, ਇਹਦੇ ਦਰਸ਼ਨ ਕਰਕੇ ਮਨ ਖਿੜ ਜਾਂਦਾ ਹੈ ਜੀ। ਇਸ ਪ੍ਰਕਾਰ ਹਰ ਭਗਤ ਨਰੰਜੜੀਏ ਨੇ ਜਦੋਂ ਉਹਨੂੰ ਇਹ ਪਤਾ ਲੱਗਾ, ਕਿਉਂਕਿ ਉਹਦੀਆਂ ਨਾਸਾਂ ਕੋਈ ਐਸੀਆਂ ਕੂਕਰ ਦੀਆਂ ਲੱਗੀਆਂ ਹੋਈਆਂ ਸੀ, ਸੁੰਘਦਾ ਰਹਿੰਦਾ ਹੁੰਦਾ ਸੀ ਉਹਨੇ ਜਾ ਕੇ ਜ਼ਕਰੀਆ ਖਾਨ ਨਾਲ ਜਦੋਂ ਮੀਟਿੰਗ ਕੀਤੀ, ਤੇ ਜ਼ਕਰੀਆ ਖਾਨ ਨੇ ਕਿਹਾ ਵੀ ਮੈਂ ਸਾਰੇ ਸਿੱਖ ਖਤਮ ਕਰ ਦਿੱਤੇ ਆ, ਪਰ ਮੈਂ ਹੈਰਾਨ ਆ ਵੀ ਅੱਜ ਵੀ ਸਿੱਖਾਂ ਦੀ ਪੰਥ ਦੀ ਚੜ੍ਹਦੀ ਕਲਾ ਆ, ਹਰ ਜਗ੍ਹਾ ਤੇ ਮੇਰੇ ਮੁਲਾਜ਼ਮਾਂ ਨੂੰ ਮਾਰਿਆ ਜਾ ਰਿਹਾ, ਖਤਮ ਕੀਤਾ ਜਾ ਰਿਹਾ। ਗੁਰੂ ਕੇ ਸਿੱਖ ਜਿਹੜੇ ਉਹ ਚੜ੍ਹਦੀ ਕਲਾ ਤੇ ਜਾ ਰਹੇ ਨੇ, ਮੇਰੇ ਜਰਨੈਲਾਂ ਨੂੰ ਖਤਮ ਕਰ ਰਹੇ, ਦਾ ਕਾਰਨ ਕੀ ਆ? ਤੇ ਹਰ ਭਗਤ ਨਰੰਜੜੀਏ ਨੇ ਕਿਹਾ, ਕਹਿਣ ਲੱਗਾ ਜ਼ਕਰੀਆ ਖਾਨ ਤੂੰ ਇੱਕ ਗੱਲ ਮੈਨੂੰ ਦੱਸ, ਜੇ ਸੱਪ ਗੁਜ਼ਰ ਜਾਵੇ ਉਹਦੀ ਲੀਕ ਨੂੰ ਕੁੱਟੀਏ ਤੇ ਸੱਪ ਮਰ ਜਾਂਦਾ? ਉਹ ਕਹਿੰਦਾ ਸੱਪ ਤਾਂ ਨਹੀਂ ਮਰੇਗਾ, ਲੀਕ ਨੂੰ ਕੁੱਟਿਆ ਤੇ ਸੱਪ ਨਹੀਂ ਮਰਦਾ। ਕਹਿੰਦਾ ਜਦੋਂ ਬਸੰਤ ਰੁੱਤ ਆਉਂਦੀ ਆ, ਇਸ ਤੋਂ ਪਹਿਲਾਂ ਪੱਤੇ ਝੜ ਜਾਂਦੇ ਨੇ, ਤੇ ਕੀ ਜਿਹੜੇ ਰੁੱਖ ਆ ਉਹ ਸੁੱਕ ਜਾਇਆ ਕਰਦੇ ਆ? ਕਹਿੰਦਾ ਨਹੀਂ, ਕਦੇ ਵੀ ਨਹੀਂ ਸੁੱਕਦੇ, ਜਦੋਂ ਬਸੰਤ ਰੁੱਤ ਆਉਂਦੀ ਉਹ ਫਿਰ ਖਿੜ ਜਾਂਦੇ ਆ। ਕਹਿੰਦੇ ਤੂੰ ਕੇਵਲ ਪੱਤੇ ਝਾੜ ਰਿਹਾ, ਕੇਵਲ ਲੀਕਾਂ ਕੁੱਟ ਰਿਹਾ, ਬੜਾ ਮਹਾਨ ਗੁਰੂ ਕਾ ਸਿੱਖ ਜਿਹੜਾ ਹੈ ਉਹਨੇ ਤਾਂ ਸੱਪ ਤੱਕ ਵਰਤਿਆ। ਕਹਿੰਦਾ ਉਹ ਤਾਂ ਪੂਲੇ ਪਿੰਡ ਵਿੱਚ ਗੁਰਸਿੱਖਾਂ ਦੀ ਪਾਲਣਾ ਕਰ ਰਿਹਾ, ਉਹਨਾਂ ਨੂੰ ਭੋਜਨ ਪ੍ਰਸ਼ਾਦਾ ਛਕਾ ਰਿਹਾ, ਤੇ ਵੱਡਾ ਇੱਕ ਜਥੇਬੰਦੀ ਤਿਆਰ ਹੋ ਰਹੀ ਆ ਇਸ ਲਾਹੌਰ ਤੇ ਕਬਜ਼ਾ ਕਰਨ ਵਾਸਤੇ ਜੀ। ਇਹਨੇ ਉਹਦੇ ਕੰਨ ਭਰੇ ਤੇ ਉਹਨੇ ਮੋਮਨ ਖਾਨ ਨੂੰ ਸਿਪਾਹੀਆਂ ਦਾ ਇੱਕ ਟੁਕੜੀ ਦੇ ਕੇ ਪੂਲੇ ਪਿੰਡ ਵੱਲ ਨੂੰ ਤੋਰਿਆ, ਤੇ ਭਾਈ ਸਾਹਿਬ ਜੀ ਦੇ ਘਰੇ ਆ ਕੇ ਉਹ ਰੁਕਿਆ। ਉਹਨੇ ਕਿਹਾ ਲਿਆ ਮਾਈ, ਕਿੱਥੇ ਤੇਰਾ ਪੁੱਤਰ? ਮਾਤਾ ਬੜੇ ਠੰਡੇ ਸੁਭਾਅ ਵਾਲੇ ਸੀ, ਉਹਨਾਂ ਬੜੇ ਪਿਆਰ ਨਾਲ ਕਿਹਾ, ਕਹਿਣ ਲੱਗੇ ਮੋਮਨ ਖਾਨ ਮੇਰਾ ਪੁੱਤਰ ਕੋਈ ਬਾਗੀ ਨਹੀਂ ਆ, ਕੋਈ ਚੋਰ ਨਹੀਂ ਆ, ਕੋਈ ਡਾਕੂ ਨਹੀਂ ਆ, ਖੇਤਾਂ ਵਿੱਚ ਗਿਆ, ਮੈਂ ਬੱਚੇ ਨੂੰ ਭੇਜਿਆ, ਉਹ ਆ ਜਾਵੇਗਾ, ਤੇ ਤੂੰ ਆ ਕੋਈ ਜਲ ਪਾਣ ਛਕ, ਦੱਸੋ ਤੇਰੀ ਕੀ ਸੇਵਾ ਕਰੀਏ, ਤੂੰ ਲਾਹੌਰ ਤੋਂ ਆਇਆ। ਕਈਆਂ ਨੇ ਕਿਹਾ ਆਪਾਂ ਨੂੰ ਮਾਤਾ ਜਿਹੜੀ ਆ ਉਹ ਭੁਲੇਖਾ ਦੇਣੀ ਚਾਹੁੰਦੀ ਹੈ ਕਿ ਭਾਈ ਤਾਰੂ ਸਿੰਘ ਭੱਜ ਜਾਵੇ। ਮਾਤਾ ਨੇ ਬੜੇ ਪਿਆਰ ਨਾਲ ਕਿਹਾ, ਕਹਿਣ ਲੱਗੇ ਮੇਰਾ ਪੁੱਤਰ ਨਹੀਂ ਭੱਜੇਗਾ, ਉਹ ਚੋਰ ਨਹੀਂ ਹੈ, ਉਹ ਰੱਬ ਦਾ ਪਿਆਰਾ ਹੈ, ਆ ਜਾਵੇਗਾ। ਭਾਈ ਸਾਹਿਬ ਆ ਗਏ ਤੇ ਭਾਈ ਸਾਹਿਬ ਜੀ ਨੂੰ ਹੱਥ ਕੜੀ ਲਾ ਲਈ, ਬੇੜੀਆਂ ਪਾ ਲਈਆਂ। ਜਦੋਂ ਲੈ ਕੇ ਤੁਰ ਲੱਗੇ, ਮੈਂ ਇੱਥੋਂ ਤੱਕ ਵੀ ਪੜਿਆ ਕਿ ਸਾਰੇ ਪਿੰਡ ਨੇ ਆ ਕੇ ਕਿਹਾ ਸੀ ਕਿ
ਭਾਈ ਸਾਹਿਬ ਜੀ ਦੀ ਮਾਤਾ ਨੂੰ ਵੀ ਜਾਂ ਉਹਨਾਂ ਦੀ ਭੈਣ ਨੂੰ ਵੀ ਲਿਜਾਣਾ ਚਾਹੁੰਦਾ ਸੀ ਜ਼ਕਰੀਆ ਖਾਨ ਦਾ ਜਰਨੈਲ ਮੋਮਨ ਖਾਨ, ਪਰ ਪਿੰਡ ਨੇ ਕਹਿ ਦਿੱਤਾ ਸੀ ਭਾਈ ਤਾਰੂ ਸਿੰਘ ਦੀ ਮਾਂ ਕੱਲੀ ਭਾਈ ਤਾਰੂ ਸਿੰਘ ਦੀ ਮਾਂ ਨਹੀਂ, ਇਹ ਸਾਡੀ ਮਾਂ ਆ, ਇਹਨਾਂ ਦੀ ਭੈਣ ਕੇਵਲ ਇਹਨਾਂ ਦੀ ਭੈਣ ਨਹੀਂ, ਇਹ ਸਾਰੇ ਪਿੰਡ ਦੀ ਭੈਣ ਆ। ਤੇ ਅਸੀਂ ਭਾਈ ਸਾਹਿਬ ਦੇ ਬਰਾਬਰ ਸੋਨਾ ਤੋਲ ਕੇ ਦੇ ਦਿੰਦੇ ਹਾਂ, ਛੱਡ ਜਾਓ। ਕਹਿੰਦੇ ਨੇ ਹਕੂਮਤ ਜਿਹੜੀ ਬੇਈਮਾਨ ਵੀ ਹੋਈ ਸੀ, ਪਰ ਭਾਈ ਤਾਰੂ ਸਿੰਘ ਨੇ ਰੋਕਤਾ ਸੀ। ਕਹਿੰਦੇ ਸੀ ਮੈਨੂੰ ਪਿਆਰ ਕਰਨ ਵਾਲਿਓ, ਇਹ ਅੱਜ ਇਨਸਾਨੀਅਤ ਨੂੰ ਖਤਮ ਕਰ ਰਹੇ ਨੇ, ਇਹ ਚਾਹੁੰਦੇ ਨੇ ਕਿ ਗੁਰੂ ਕੇ ਸਿੱਖਾਂ ਦੀ ਸੇਵਾ ਨਾ ਹੋਵੇ। ਜੇ ਮੈਨੂੰ ਪਿਆਰ ਕਰਦੇ ਆ ਨਾ, ਮੇਰੇ ਘਰ ਛੋਟਾ ਜਿਹਾ ਤਵਾ ਆ, ਇੱਕ ਏਡੀ ਇਸ ਤਵੇ ਨੂੰ ਲੋਹ ਦਾ ਰੂਪ ਬਣਾ ਕੇ ਗੁਰੂ ਕੇ ਸਿੱਖਾਂ ਦੀ ਸੇਵਾ ਕਰੋ। ਮੈਂ ਸਮਝੂੰਗਾ ਗੁਰੂ ਨਾਨਕ ਦੇ ਘਰ ਦੀ ਸੇਵਾ ਹੈ, ਪੰਥ ਚੜ੍ਹਦੀ ਕਲਾ ਚ ਰਹੇਗਾ ਜੀ। ਇਸ ਪ੍ਰਕਾਰ ਜ਼ਿਆਦਾ ਲਮਕਾਉਂਦਾ ਨਾ ਹੋਇਆ, ਮੈਂ ਸ਼ਹੀਦੀ ਵਾਲੇ ਪਾਸੇ ਜਾਣਾ ਹੈ। ਇਸੇ ਪ੍ਰਕਾਰ ਭਾਈ ਸਾਹਿਬ ਜੀ ਨੂੰ ਲੈ ਕੇ ਜਦੋਂ ਤੁਰਨ ਲੱਗੇ, ਚੌਂਕ ਵਿੱਚ ਲਿਆਂਦਾ। ਅਫਰੀਨ ਹੈ ਉਸ ਮਾਂ ਤੋਂ ਤੇ ਕੁਰਬਾਨ ਜਾਨਾ ਮੈਂ ਉਸ ਭੈਣ ਤੋਂ, ਇੱਕੋ ਹੀ ਪੋਤਿਆ। ਸਿਰ ਤੇ ਬੜੇ ਪਿਆਰ ਨਾਲ ਹੱਥ ਫੇਰ ਕੇ ਕਿਹਾ, ਮੇਰੇ ਲਾਲ ਦੇਖ, ਇਹ ਜ਼ਾਲਮ ਬੜੀਆਂ ਤੈਨੂੰ ਸਜ਼ਾਵਾਂ ਦੇਣਗੇ, ਮੈਂ ਬੜੇ ਤੈਨੂੰ ਪਿਆਰ ਨਾਲ ਪਾਲਿਆ ਔਰ ਬੜੇ ਸਿਦਕ ਨਾਲ ਭਰੋਸੇ ਨਾਲ ਤੈਨੂੰ ਪੁੱਤਰ ਮੈਂ ਪਾਲਿਆ, ਤੇਰੇ ਕੇਸਾਂ ਨੂੰ ਗੁੰਦਿਆ। ਦੇਖੀ ਕਦੀ ਸਿੱਖੀ ਤੋਂ ਬੇਮੁਖ ਨਾ ਹੋ ਜਾਵੇਂ। ਜੇ ਤੂੰ ਸਿੱਖੀ ਤੋਂ ਬੇਮੁਖ ਹੋ ਜਾਵੇਂਗਾ, ਦੇਖ ਕਿਸੇ ਪ੍ਰਕਾਰ ਦੀ ਸਾਡੀ ਚਿੰਤਾ ਨਾ ਕਰੀ ਕਿ ਮਾਂ ਦਾ ਕੀ ਹੋਵੇਗਾ, ਮਾਂ ਕਿਵੇਂ ਗੁਜ਼ਾਰਾ ਕਰੇਗੀ। ਪੁੱਤਰ ਮੈਂ ਕਿਸੇ ਤਰ੍ਹਾਂ ਮਜ਼ਦੂਰੀ ਕਰਕੇ ਕਿਸੇ ਦੇ ਘਰ ਕੰਮ ਕਰਕੇ ਗੁਜ਼ਾਰਾ ਕਰ ਲਾਂਗੀ, ਪਰ ਗਲੀ ਵਿੱਚ ਨਗਰ ਵਿੱਚ ਜਿੰਨੇ ਸਵਾਸ ਆ, ਸੀਨਾ ਚੌੜਾ ਕਰਕੇ ਤੁਰਾਂਗੀ ਕਿ ਮੈਂ ਸ਼ਹੀਦ ਭਾਈ ਤਾਰੂ ਸਿੰਘ ਦੀ ਮਾਂ ਆ ਜੀ। ਪਰ ਪੁੱਤਰ ਇੱਕ ਗੱਲ ਖਿਆਲ ਰੱਖੀ, ਲਾਹੌਰ ਤੋਂ ਇਹ ਆਵਾਜ਼ ਤਾਂ ਆਵੇ ਕਿ ਮਾਤਾ ਧਰਮ ਕੌਰ ਦਾ ਪੁੱਤਰ ਸ਼ਹੀਦ ਹੋ ਗਿਆ ਹੈ, ਪਰ ਇਹ ਆਵਾਜ਼ ਨਾ ਆਵੇ ਕਿ ਮੈਂ ਜਿਨ੍ਹਾਂ ਕੇਸਾਂ ਨੂੰ ਗੁੰਦੀ ਰਹੀ ਹਾਂ, ਜੇ ਸਿੱਖੀ ਨੂੰ ਮੈਂ ਲੋਰੀਆਂ ਦੇ ਕੇ ਪਾਲਿਆ ਹੈ, ਮੇਰਾ ਪੁੱਤਰ ਸਿੱਖੀ ਤੋਂ ਬੇਮੁਖ ਹੋ ਗਿਆ। ਪੁੱਤਰ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ, ਜ਼ਿੰਦਗੀ ਕੇਵਲ ਇੱਕੋ ਵਾਰੀ ਮਿਲਿਆ ਕਰਦੀ ਹੈ। ਮੈਂ ਕਹਿੰਦਾ ਫਰੀਨ ਹੈ ਉਸ ਗੁਰੂ ਕੀ ਮਾਂ ਤੋਂ, ਇੱਕੋ ਹੀ ਪੁੱਤਰ ਹੈ, ਉਸ ਦਾ ਵੀ ਮੱਥਾ ਚੁੰਮ ਕੇ ਉਹਨੂੰ ਤੋਰ ਲੱਗੀ ਹੈ ਜੀ। ਔਰ ਭੈਣ ਅੱਗੇ ਹੋ ਕੇ ਕਿਹਾ, ਭੈਣ ਨੇ ਅੱਗੇ ਕਿਹਾ, ਵੀਰਾ, ਕਿਉਂਕਿ ਪਿਛਲੇ ਜ਼ਮਾਨੇ 'ਚ ਹੁੰਦਾ ਸੀ, ਅੱਜ ਪਤਾ ਨਹੀਂ, ਭੈਣਾਂ ਨੂੰ ਚਾਹ ਹੁੰਦਾ ਸੀ ਕਿ ਕਦੀ ਵੀਰ ਸਾਡੀ ਡੋਲੀ ਆਪਣੇ ਮੋਢਿਆਂ ਤੇ ਰੱਖ ਕੇ ਸਾਡੀ ਨਵੀਂ ਦੁਨੀਆ ਵੱਲ, ਸਾਡੀ ਨਵੀਂ ਜ਼ਿੰਦਗੀ ਵੱਲ, ਨਵੇਂ ਦੇਸ਼ ਵੱਲ ਤੋਰਨਗੇ। ਭੈਣ ਨੇ ਕਿਹਾ ਸੀ, ਮੇਰੇ ਵੀ ਖਾਬ ਸੀ ਭਾਈ ਤਾਰੂ ਸਿੰਘ, ਕਦੀ ਇਸ ਨਗਰ ਤੋਂ ਤੇਰੇ ਮੋਢਿਆਂ ਤੇ ਡੋਲੀ ਸਮੇਤ ਵਿਦਾ ਹੋਵਾਂਗੀ, ਪਰ ਮੈਨੂੰ ਦਿਸ ਰਿਹਾ ਆ ਕਿ ਆਪਣਾ ਹੁਣ ਮੇਲ ਬਸ ਥੋੜੇ ਸਮੇਂ ਦਾ ਹੀ ਆ। ਪਰ ਵੀਰਾ ਯਾਦ ਰੱਖੀ, ਤੇਰੇ ਮੋਢਿਆਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਧਰਮ ਤੋਂ ਜ਼ਿਆਦਾ ਝੰਡਾ ਆ। ਵੀਰਾ ਕਦੀ ਵੀ ਇਸ ਧਰਮ ਤੋਂ ਜ਼ਿਆਦਾ ਝੰਡੇ ਨੂੰ ਨੀਵਾ ਨਾ ਹੋਣ ਦੇਵੀਂ। ਜੇ ਵੈਰੀ ਤੈਨੂੰ ਦੁੱਖ ਦੇਣ ਤੇ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਚੇਤੇ ਕਰੀ, ਤੂੰ ਤਾਂ ਭਰਾ ਹੈ। ਇਸ ਪ੍ਰਕਾਰ ਬਾਬਾ ਜੋਰਾਵਰ ਸਿੰਘ ਨੂੰ ਚੇਤੇ ਕਰੀ। ਜੇ ਤੈਨੂੰ ਮਾਂ ਦੀ ਚੇਤੇ ਆਵੇ ਤੇ ਮਾਤਾ ਸਾਹਿਬ ਕੌਰ ਨੂੰ ਚੇਤੇ ਕਰੀ, ਮਾਂ ਗੁਜਰ ਕੌਰ ਨੂੰ ਚੇਤੇ ਕਰੀ। ਇਸ ਪ੍ਰਕਾਰ ਭੈਣ ਨੇ ਵੀ ਵੱਡੀ ਸੀਸ ਦੇ ਕੇ ਤੇ ਆਪਣੇ ਭਰਾ ਨੂੰ ਗਲ ਨਾਲ ਮਿਲ ਕੇ ਜਾਂਦੀ ਵਾਰ ਦਾ ਪਿਆਰ ਕਰਕੇ ਭਾਈ ਤਾਰੂ ਸਿੰਘ ਨੂੰ ਪੂਲੇ ਪਿੰਡ ਤੋਂ ਤੋਰਿਆ ਜੀ। ਇਸ ਪ੍ਰਕਾਰ ਲੈ ਗਏ, ਭਾਵੇਂ ਕਿ ਰਾਹ ਵਿੱਚ ਪੜਾਣਾ ਪਿੰਡ ਰੁਕੇ ਵੀ, ਖੈਰ ਲਮਕਾਵਾ ਨਾ, ਤਾਂ ਜਦੋਂ ਆ ਕੇ ਲਾਹੌਰ ਵਿੱਚ ਪੇਸ਼ ਕੀਤਾ ਭਾਈ ਤਾਰੂ ਸਿੰਘ ਜੀ ਨੂੰ, 24-25 ਸਾਲ ਦੀ ਚੜ੍ਹਦੀ ਜਵਾਨੀ, ਭਾਈ ਸਾਹਿਬ ਜੀ ਦਾ ਉਹ ਲਸ-ਲਸ ਕਰਦਾ ਸਰੀਰ, ਘਿਓ ਤੇ ਮੱਖਣ ਨਾਲ ਮਾਂ ਦਾ ਪਾਲਿਆ ਹੋਇਆ, ਉਹ ਗੁੰਦਿਆ ਹੋਇਆ ਸਰੀਰ, ਸੋਹਣਾ ਮੁਖੜਾ, ਨਾਮ ਦੀ ਲਾਲੀ, ਤਾਂ ਗੱਜ ਕੇ ਗੁਰੂ ਕੇ ਸਿੱਖ ਨੇ ਫਤਿਹ ਬੁਲਾਈ। ਸਾਰੀ ਜਿਹੜੀ ਕਚਹਿਰੀ ਸੀ ਸੁੰਨ ਹੋ ਗਈ ਇੱਕ ਵਾਰੀ, ਤੇ ਉਹਨਾਂ ਬੜੇ ਪਿਆਰ ਨਾਲ ਕਿਹਾ, ਤਾਰੂ ਸਿਆਂ, ਇਹ ਜ਼ਕਰੀਆ ਖਾਨ ਦਾ ਦਰਬਾਰ ਹੈ, ਇੱਥੇ ਆ ਕੇ ਸਲਾਮ ਦਵਾਬ ਕਹੀ ਦੀ, ਇੱਥੇ ਜਕਾਰੇ ਨਹੀਂ ਲਾਈ ਦੇ, ਫਤਿਹ ਨਹੀਂ ਬੁਲਾਈ ਦੀ। ਤੇ ਭਾਈ ਸਾਹਿਬ ਨੇ ਗੱਜ ਕੇ ਕਿਆ ਕਹਿਣ ਲੱਗੇ, ਭਾਈ ਮਨੁੱਖ ਨੂੰ ਪੂਰਾ ਹੱਕ ਹੈ ਕਿ ਉਹ ਆਪਣੇ ਧਰਮ ਦੀ ਜ਼ਿੰਦਗੀ, ਧਰਮ ਦੀ ਆਜ਼ਾਦੀ ਤੇ ਨਾਲ ਜ਼ਿੰਦਗੀ ਜੀ ਸਕੇ ਜੀ। ਖੈਰ ਗੱਲਾਂ ਬਾਤਾਂ ਭਾਵੇਂ ਹੋਰ ਹੋਈਆਂ ਵੀ ਤੂੰ ਦੀਨੇ ਇਸਲਾਮ ਨੂੰ ਕਬੂਲ ਲੈ, ਕਹਿੰਦੇ ਤੂੰ ਤੇਰੇ ਤੇ ਇਹ ਪਾਪ ਆਇਤ ਹੁੰਦਾ ਹੈ, ਜ਼ੁਲਮ ਆਇਤ ਹੁੰਦਾ ਹੈ ਕਿ ਤੂੰ ਗੁਰਸਿੱਖਾਂ ਦੀ ਸੇਵਾ ਕਰਦਾ ਹੈ, ਤੇ ਉਹ ਬਾਗੀ ਨੇ ਸਰਕਾਰ ਦੇ। ਤੇ ਭਾਈ ਸਾਹਿਬ ਨੇ ਗੱਜ ਕੇ ਕਿਹਾ ਸੀ, ਕਹਿੰਦੇ ਬਾਗੀ ਤੁਹਾਡੇ ਵਾਸਤੇ ਹੋਣਗੇ, ਮੇਰੇ ਵਾਸਤੇ ਨਹੀਂ, ਕਿਉਂਕਿ ਮੇਰਾ ਗੁਰੂ ਕਹਿੰਦਾ ਹੈ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਪਈ ਜਲ ਨਹਾਏ, ਸਤਿਗੁਰੂ ਪ੍ਰੀਤ ਗੁਰ ਸਿੱਖ ਮੁਖ ਪਾਏ। ਜਿਹੜਾ ਗੁਰੂ ਦੇ ਮੁਖ ਦੇ ਵਿੱਚ, ਸਿੱਖ ਦੇ ਮੁਖ 'ਚ ਪਾਉਂਦਾ ਹੈ, ਗੁਰੂ ਦੇ ਮੁਖ 'ਚ ਜਾਂਦਾ ਹੈ। ਸਾਨੂੰ ਤਾਂ ਗੁਰੂ ਦਾ ਹੁਕਮ ਹੀ ਇਹ ਹੈ ਜੀ। ਤੇ ਤੁਹਾਡੇ ਵਾਸਤੇ ਬਾਗੀ, ਮੇਰੇ ਵਾਸਤੇ ਬਾਗੀ ਨਹੀਂ। ਮੇਰੇ ਜਿੰਨੇ ਸਵਾਸ ਨੇ, ਮੈਂ ਆਪਣੇ ਆਖਰੀ ਸਵਾਸਾਂ ਤੱਕ ਪੰਥ ਦੀ ਤੇ ਆਪਣੇ ਭਰਾਵਾਂ ਦੀ ਸੇਵਾ ਇਸ ਤਰ੍ਹਾਂ ਕਰਦਾ ਰਹਾਂਗਾ।
ਜ਼ਕਰੀਆ ਖਾਨ ਲਾਲ ਪੀੜਾ ਹੋ ਕੇ ਕਹਿਣ ਲੱਗਾ, ਭਾਈ ਤਾਰੂ ਸਿਆਂ, ਤੇਰੀ ਉਮਰ ਜਵਾਨੀ ਦੀ ਹੈ, ਇਸ ਉਮਰ ਵਿੱਚ ਤੇਰਾ ਕੋਈ ਅਰਮਾਨ ਨਹੀਂ। ਮੈਂ ਪਿਛਲੇ ਦਿਨਾਂ 'ਚ ਵੀ ਤੁਹਾਡੇ ਨਾਲ ਬੋਲਦਿਆਂ ਕਿਹਾ ਸੀ, ਜਿਹੜੇ ਲੋਕ ਕਹਿੰਦੇ ਆ ਨਾ ਕਿ ਵਕਤ ਵਿਚਾਰ ਲੈਣਾ ਚਾਹੀਦਾ ਹੈ, ਜ਼ਿੰਦਗੀ ਦੁਬਾਰਾ ਨਹੀਂ ਮਿਲਦੀ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਕੀ ਭਾਈ ਤਾਰੂ ਸਿੰਘ ਦੇ ਕੋਈ ਅਰਮਾਨ ਨਹੀਂ ਸੀ 25 ਸਾਲ ਦੀ ਉਮਰ 'ਚ? ਹਿਮਾਲਿਆ ਪਰਬਤ ਵਰਗੇ ਅਰਮਾਨ ਹੁੰਦੇ ਨੇ ਇਸ ਉਮਰ ਵਿੱਚ। ਕਿ ਉਹ ਜ਼ਿੰਦਗੀ ਨਹੀਂ ਸੀ ਜੀਣੀ ਚਾਹੁੰਦੇ? ਕਿ ਉਹਨਾਂ ਨੂੰ ਉਹਨਾਂ ਦੇ ਪਿੱਛੇ ਪਰਿਵਾਰ ਦੀ ਲੋੜ ਨਹੀਂ ਸੀ? ਪਰ ਭਾਈ ਸਾਹਿਬ ਨੇ ਉਹਨਾਂ ਦਾ ਦਿੱਤਾ ਹੋਇਆ ਲਾਲਚ ਆਪਣੀ ਜੁੱਤੀ ਦੀ ਨੋਕ ਥੱਲੇ ਮਚਲ ਕੇ ਰੱਖ ਦਿੱਤਾ। ਕਿਉਂਕਿ ਜਿਹੜੇ ਧਰਮੀ ਵੀਰ ਹੁੰਦੇ ਆ ਨਾ, ਉਹ ਜਿਹੜੀ ਅਧਰਮ ਤੋਂ ਬੇਮੁਖ ਹੋ ਕੇ ਜ਼ਿੰਦਗੀ ਜੀਣ ਨੂੰ ਤਰਜੀਹ ਨਹੀਂ ਦਿੰਦੇ, ਉਹ ਸ਼ਹੀਦੀ ਨੂੰ ਤਰਜੀਹ ਦਿੰਦੇ ਨੇ, ਮਰਨ ਨੂੰ ਤਰਜੀਹ ਦਿੰਦੇ ਨੇ। ਕਿਉਂਕਿ ਉਹਨਾਂ ਗੁਰੂ ਕਾ ਬਚਨ ਪੜਿਆ ਹੁੰਦਾ ਕਿ ਪਹਿਲੇ ਮਰਨ ਕਬੂਲ, ਜੀਵਨ ਕੀ ਸਾਡੇ ਆਸ, ਹੋਏ ਸਭਨਾ ਕੀ ਰੇਨਕਾ ਤੋਂ ਆਓ ਹਮਾਰੇ ਪਾਸ। ਉਹਨਾਂ ਅੰਦਰ ਇਹ ਪ੍ਰੇਮ ਹੁੰਦਾ, ਜਿਉਂ ਤੋਂ ਪ੍ਰੇਮ ਖਿਲਨ ਕਾ ਚਾਹੋ, ਸਿਰ ਤਰ ਤਲੀ ਗਲੀ ਮੇਰੀ ਆਓ, ਇੱਕ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾੜ ਨ ਕੀਜੈ। ਤੇ ਗੁਰੂ ਨੇ ਉਹਨਾਂ ਨੂੰ ਸੂਰਮਾ ਕਿਹਾ ਹੈ। ਸੱਚੇ ਪਾਤਸ਼ਾਹ ਦਾ ਬਚਨ ਵੀ ਹੈ ਕਿ ਸੂਰਾ ਸੋ ਪਹਿਚਾਨੀਏ, ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛੱਡੇ ਖੇਤ। ਉਹ ਸੂਰਮੇ ਦੇ ਲੱਛਣ ਇਹ ਹੈ। ਤਾਂ ਕਹਿਣ ਲੱਗਾ, ਜ਼ਕਰੀਆ ਖਾਨ ਕਹਿਣ ਲੱਗਾ, ਤਾਰੂ ਸਿਆਂ, ਸਾਰੇ ਸੁੱਖ ਅਰਮਾਨ ਦੇਵਾਂਗੇ, ਸਿੱਖੀ ਨੂੰ ਤਲਾਂਜਲੀ ਦੇ ਕੇ ਦੀਨੇ ਇਸਲਾਮ ਕਬੂਲ ਲਾ। ਤੇ ਨਾਲੇ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ, ਜਿਹੜਾ ਪੱਟੀ ਵਾਲਾ ਸਾਕਾ ਹੈ ਉਹ ਮੈਨੂੰ ਭੁੱਲਿਆ ਨਹੀਂ ਹੋਇਆ। ਜੋ ਤੂੰ ਕੀਤਾ ਹੈ, ਜੇ ਤੂੰ ਮੁਕਰੇਗਾ ਤੇ ਹਰ ਭਗਤ ਨਰੰਜਣੀਆਂ ਜਿਹੜਾ ਆ, ਬਾਬਾ ਹੰਦਾਲ ਜੀ ਦੀ ਗੱਦੀ ਸੀ। ਖੈਰ, ਬਾਬਾ ਹੰਦਾਲ ਜੀ ਤਾਂ ਬੜੇ ਸੇਵਾਦਾਰ ਸੀ ਗੁਰੂ ਅਮਰਦਾਸ ਸਾਹਿਬ ਜੀ ਦੇ। ਉਹਨਾਂ ਦੀਆਂ ਅਰਕਾਂ ਜਿਹੜੀਆਂ ਆਟੇ ਨਾਲ ਲਿਬੜੀਆਂ ਰਹਿੰਦੀਆਂ ਹੁੰਦੀਆਂ ਸੀ। ਗੁਰੂ ਅਮਰਦਾਸ ਸਾਹਿਬ ਨੇ ਉਹਨਾਂ ਨੂੰ ਗੱਦੀ ਦਿੱਤੀ ਸੀ, 22ਵੀਂ ਮੰਜੀ ਦਿੱਤੀ ਸੀ। ਪਰ ਇਹ ਅੰਦਰ ਨਾਸਤਿਕ ਸੀ, ਉਹਦਾ ਪੁੱਤ ਪੋਤਰੇ ਜਿਹੜੇ ਸਿੱਖੀ ਤੋਂ ਬੇਮੁਖ ਹੋ ਗਏ ਸੀ। ਇਹ ਭਾਈ ਹੰਦਾਲ ਜੀ ਦੀ ਕੁਲ ਵਿੱਚੋਂ ਸੀ ਹਰ ਭਗਤ ਨਰੰਜਣੀਆਂ। ਕਹਿੰਦੇ ਜੇ ਕਵੇਂਗਾ ਤਾਂ ਮੈਂ ਉਹ ਗਵਾਹ ਵੀ ਪੇਸ਼ ਕਰ ਦੂੰਗਾ ਜੋ ਤੂੰ ਪੱਟੀ ਦੇ ਵਿੱਚ ਕੀਤਾ। ਭਾਈ ਸਾਹਿਬ ਕਹਿੰਦੇ ਗਵਾਹ ਦੀ ਤਾਂ ਲੋੜ ਹੁੰਦੀ ਜੇ ਮੈਂ ਮੁਕਰਾਂ। ਮੈਂ ਉਹ ਕੀਤਾ ਆ ਤੇ ਡੰਕੇ ਦੀ ਜ਼ੋਰ ਤੇ ਕਹਿਣਾ ਕਿ ਮੈਂ ਉਹ ਕੀਤਾ। ਉਹਦਾ ਕਾਰਨ ਇਹ ਸੀ ਵੀ ਉਹ ਪੱਟੀ ਦੀ ਘਟਨਾ ਕੀ ਸੀ, ਇੱਕੋ ਮਿੰਟ ਵਿੱਚ ਕਵਾਂਗਾ ਕਿ ਪੱਟੀ ਦਾ ਹਾਕਮ ਸੀਗਾ ਜਿਹੜਾ ਜਬਰ ਬੇਗ। ਇਹ ਪੱਟੀ ਵਿੱਚ ਗੁਜ਼ਰ ਰਿਹਾ ਸੀ ਤੇ ਇੱਕ ਗਰੀਬ ਮੁਸਲਮਾਨ ਸੀ, ਉਹ ਆਪਣੀ ਧੀ ਨੂੰ ਲੈ ਕੇ ਤੁਰਿਆ ਜਾ ਰਿਹਾ ਸੀ ਬਾਜ਼ਾਰ ਦੇ ਵਿੱਚ। ਤੇ ਉਹ ਬੱਚੀ ਜਿਹੜੀ ਸੀ ਉਹ ਸੁੰਦਰ ਸੀ ਤੇ ਇਹਨੇ ਉਹ ਬੱਚੀ ਨੂੰ ਜਾ ਕੇ ਜੋ ਜਰਵੀ ਉਹਨੂੰ ਆਪਣੇ ਮਹਿਲ ਚ ਲੈ ਗਿਆ, ਉਹਨੂੰ ਚੱਕ ਕੇ ਲੈ ਗਿਆ ਬੱਚੀ ਨੂੰ। ਤੇ ਉਹ ਵਿਚਾਰਾ ਜਿਹੜਾ ਸੀ ਇਹ ਮੁਸਲਮਾਨ ਜਿਹੜਾ, ਉਹ ਥਾਂ ਪਰ ਥਾਂ ਵਿਚਾਰਾ ਤੁਰਿਆ ਰਿਹਾ। ਕਦੀ ਉਹ ਪੱਟੀ ਗਿਆ, ਕਦੀ ਜ਼ਕਰੀਆ ਖਾਨ ਕੋ ਗਿਆ, ਪਰ ਉਹਦੀ ਗੱਲ ਕਿਸੇ ਨੇ ਸੁਣੀ ਨਾ, ਕਿਸੇ ਨੇ ਉਹਦੀ ਗੱਲ ਹੀ ਨਾ ਸੁਣੀ। ਤੇ ਉਹ ਲਾਹੌਰ ਤੋਂ ਤੁਰਿਆ ਆਉਂਦਾ ਹੋਇਆ ਜਦੋਂ ਪੂਲੇ ਪਿੰਡ ਆਇਆ, ਰਹੀਮ ਬਖਸ਼ ਮਾਸ਼ੀ ਸੀ ਉਹਦਾ ਨਾਂ, ਰਹੀਮ ਬਖਸ਼ ਮਾਸ਼ੀ। ਤੇ ਉਹ ਵਿਚਾਰਾ ਜਦੋਂ ਪੂਲੇ ਪਹੁੰਚਿਆ ਤੇ ਉਹਨੇ ਇੱਕ ਥੱਕਿਆ ਹੋਇਆ ਸੀ, ਇੱਕ ਭੁੱਖ ਸੀ, ਇੱਕ ਧੀ ਦਾ ਦੁੱਖ। ਤੇ ਉਹਨੇ ਕਿਸੇ ਨੂੰ ਪੁੱਛਿਆ ਵੀ ਮੈਂ ਰਾਤ ਕੱਟਣੀ ਆ। ਤੇ ਉਹਨਾਂ ਕਿਹਾ ਵੀ ਕੋਈ ਗੁਰਦੁਆਰਾ ਸਾਹਿਬ ਹੋਵੇ ਜਾਂ ਕਿਸੇ ਪਰਉਪਕਾਰੀ ਦਾ ਘਰ ਹੋਵੇ। ਤੇ ਉਹਨਾਂ ਕਿਹਾ ਵੀ ਭਾਈ ਸਾਹਿਬ ਜੀ ਭਾਈ ਤਾਰੂ ਸਿੰਘ ਰਹਿੰਦੇ ਆ, ਭਾਈ ਤਾਰੂ ਸਿੰਘ ਜੀ ਦੇ ਘਰ ਤੁਹਾਨੂੰ ਉੱਥੇ ਰਹਿਸ਼ ਮਿਲ ਜਾਵੇਗੀ। ਤੇ ਉਹ ਭਾਈ ਤਾਰੂ ਸਿੰਘ ਦੇ ਜਦੋਂ ਘਰ ਗਏ ਤੇ ਭਾਈ ਸਾਹਿਬ ਜੀ ਬੈਠੇ ਸੀ ਤੇ ਉਹਨੇ ਜਾ ਕੇ ਆਵਾਜ਼ਾਂ ਲਗਾਇਆ ਕਿ ਭਾਈ ਗੁਰਮੁਖਾ, ਮੈਂ ਇਹ ਤੇਰੇ ਘਰ ਰਾਤ ਕੱਟ ਸਕਦਾ। ਭਾਈ ਸਾਹਿਬ ਜੀ ਨੇ ਉਹਨਾਂ ਨੂੰ ਆਪਣੇ ਕੋਲ ਬੁਲਾ ਲਿਆ ਤੇ ਜਦੋਂ ਕੋਲ ਬੁਲਾਇਆ, ਬੜੇ ਪਿਆਰ ਨਾਲ ਵਿਦਵਾਨਾਂ ਨੇ ਬਚਨ ਲਿਖਿਆ ਕਿ ਸਰੰਦਾ ਲੈ ਕੇ ਨਾਮ ਦੇ ਰਸ ਵਿੱਚ ਜੁੜੇ ਹੋਏ ਸਨ ਭਾਈ ਸਾਹਿਬ ਭਾਈ ਤਾਰੂ ਸਿੰਘ ਕਿ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਦਾਰਾ, ਕਰੀਮਾ ਰਹੀਮਾ ਅੱਲਾ ਤੂੰ ਗਣੀ। ਇਸ ਪ੍ਰਕਾਰ ਗਾ ਰਹੇ ਸਨ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੋ ਸਈਆਂ, ਕੋਈ ਅਲਾਹੇ। ਜਾਂ ਬਚਨ ਗਾ ਰਿਹਾ ਸੀ ਕਿ ਤੇਰਿਆਂ ਭਗਤਾਂ ਭੁੱਖ ਸਦ ਤੇਰੀਆ, ਹਰ ਲੋਚਾ ਪੂਰਨ ਮੇਰੀਆ, ਦੇ ਦਰ ਸੁਖ ਦਾਤਿਆ, ਮੈਂ ਗਲ ਵਿੱਚ ਲਿਹੋ ਮਲਾਏ ਜੀਓ। ਇਸ ਪ੍ਰਕਾਰ ਪਰਮਾਤਮਾ ਦੇ ਨਾਮ ਨਾਲ ਜੁੜੇ ਹੋਏ ਸੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ। ਉਹਨੇ ਬੜੇ ਪਿਆਰ ਨਾਲ ਭਾਈ ਸਾਹਿਬ ਜੀ ਨੂੰ ਕਿਹਾ, ਭਾਈ ਸਾਹਿਬ ਕਿ ਮੈਂ ਰਾਤ ਰਹਿ ਸਕਦਾ? ਭਾਈ ਸਾਹਿਬ ਕਹਿੰਦੇ ਹਾਂ, ਕਿਉਂ ਨਹੀਂ, ਤੁਸੀਂ ਮੇਰੇ ਘਰ ਰਹੋ। ਇਹ ਗੁਰੂ ਨਾਨਕ ਦਾ ਘਰ, ਗੁਰੂ ਨਾਨਕ ਦੇ ਘਰ ਦੀ ਧਰਮਸ਼ਾਲਾ ਆ। ਤੇ ਮੈਂ ਇੱਥੇ ਇੱਕ ਨਿੱਕੀ ਜੀ ਬੇਨਤੀ ਕਰਦੇ ਆ। ਜਦੋਂ ਉਹਨੇ ਆਵਾਜ਼ ਲਗਾਈ ਨਾ ਬੂਹੇ 'ਚ ਖਲੋ ਕੇ ਕਿ ਗੁਰੂ ਨਾਨਕ ਦੇ ਸਿੱਖਾਂ ਮੈਂ ਰਹੀਮ ਬਖਸ਼ ਮਾਸ਼ੀ, ਤੇ ਭਾਈ ਸਾਹਿਬ ਆਪਦੀ ਮਾਂ ਨੂੰ ਕਹਿੰਦੇ, ਮਾਂ
ਦੇਖ ਪਿੰਡ ਵਿੱਚ ਕਿਸੇ ਨੂੰ ਕੋਈ ਚੌਧਰੀ ਕਰਕੇ ਜਾਣਦਾ ਹੋਵੇਗਾ, ਕੋਈ ਸਰਪੰਚ ਕਰਕੇ ਜਾਣਦਾ ਹੋਵੇਗਾ, ਕੋਈ ਨੰਬਰਦਾਰ ਕਰਕੇ ਜਾਣਦਾ ਹੋਵੇਗਾ। ਮਾਂ ਆਪਾਂ ਕਿੰਨੇ ਭਾਗਾਂ ਵਾਲੇ ਆ, ਆਪਣਾ ਨਾਮ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਜੁੜਿਆ ਹੋਇਆ। ਆਪਾਂ ਨੂੰ ਲੋਕੀ ਗੁਰੂ ਨਾਨਕ ਸਾਹਿਬ ਦਾ ਸਿੱਖ ਕਰਕੇ ਜਾਣਦੇ ਆ ਜੀ। ਕਿੰਨੀ ਆਪਣੇ ਤੇ ਬਰਕਤ ਹੈ। ਭਾਈ ਸਾਹਿਬ ਨੇ ਮੰਜੇ ਤੇ ਬਿਠਾ ਕੇ ਮਾਤਾ ਨੇ ਪ੍ਰਸ਼ਾਦਾ ਤਿਆਰ ਕੀਤਾ। ਜਦੋਂ ਉਹਨਾਂ ਦੇ ਮੂਹਰੇ ਰੱਖਿਆ, ਰਹੀਮ ਬਖਸ਼ ਨੇ ਬੁਰਕੀ ਤੋੜੀ ਤੇ ਜਾਰੋ ਜਾਰ ਰੋ ਪਿਆ। ਜਦੋਂ ਉਹ ਰੋਇਆ ਤੇ ਭਾਈ ਸਾਹਿਬ ਕਹਿਣ ਲੱਗੇ, ਬਾਬਾ ਰੋਂਦਾ ਕਿਉਂ ਹੈ? ਕਹਿੰਦਾ, ਪੁੱਤਰਾ ਸਰਦਾਰਾ ਮੈਂ ਤੈਨੂੰ ਕੀ ਦੱਸਾਂ, ਦੇਖ ਮੈਂ ਵੀ ਮੁਸਲਮਾਨ, ਹਕੂਮਤ ਵੀ ਮੁਸਲਮਾਨਾਂ ਦੀ, ਤੇ ਮੇਰੀ ਧੀ ਨੂੰ ਉਠਾ ਕੇ ਜ਼ਬਰ ਇੱਕ ਪੱਟੀ ਦਾ ਲੈ ਗਿਆ। ਮੈਂ ਦਰ ਪਰ ਦਰ ਠੋਕਰਾਂ ਖਾ ਰਿਹਾ, ਮੇਰੀ ਕੋਈ ਫਰਿਆਦ ਨਹੀਂ ਸੁਣ ਰਿਹਾ। ਸਿੱਖਾ ਦੇਖ, ਇੱਕ ਤਾਂ ਮੈਂ ਉਹ ਥੱਕਿਆ ਹੋਇਆ, ਤੇ ਇੱਕ ਦੇਖ ਮੇਰੀ ਧੀ ਦਾ ਦੁੱਖ, ਮੈਂ ਬੁਰਕੀ ਅੰਦਰ ਪਾਉਣਾ, ਮੇਰਾ ਮਨ ਮੈਨੂੰ ਬਾਹਰ ਨੂੰ ਛੁੱਟ ਦਿੰਦਾ, ਮੈਂ ਕਰਾਂ ਤੇ ਦੱਸ ਕਰਾਂ ਕੀ। ਤੇ ਭਾਈ ਸਾਹਿਬ ਨੇ ਥਾਪੜਾ ਦੇ ਕੇ ਕਿਹਾ, ਕਹਿਣ ਲੱਗੇ, ਬਾਬਾ ਜੇ ਗੁਰੂ ਤੇਗ ਬਹਾਦਰ ਸਾਹਿਬ ਦਾ ਡੁੱਲਿਆ ਹੋਇਆ ਖੂਨ ਚਾਂਦਨੀ ਚੌਕ ਵਿੱਚ ਠੰਡਾ ਨਹੀਂ ਨਾ ਹੋਇਆ, ਜੇ ਸਤਿਗੁਰੂ ਸਾਹਿਬ ਜੀ ਦੀ ਪਰਉਪਕਾਰੀ ਹਜੇ ਸੰਸਾਰ ਤੋਂ ਮੁੱਕੀ ਨਹੀਂ ਨਾ, ਤੇ ਬਾਬਾ ਪ੍ਰਸ਼ਾਦਾ ਛਕ ਲਾ, ਕੱਲ ਦਾ ਸੂਰਜ ਦੀ ਟਿੱਕੀ ਉਹਦੇ ਹੋਣ ਤੋਂ ਪਹਿਲਾਂ ਪਹਿਲਾਂ ਤੇਰੀ ਧੀ ਤੇਰੇ ਕੋਲ ਹੋਵੇਗੀ। ਇਹ ਗੁਰਸਿੱਖਾਂ ਦਾ ਜੀਵਨ ਸੀ, ਗੁਰਸਿੱਖਾਂ ਦਾ ਜੀਵਨ। ਤੇ ਅੱਜ ਅਸੀਂ ਗੁਰਸਿੱਖ ਆਪ ਹੀ ਆਪਣੀਆਂ ਧੀਆਂ ਨੂੰ ਗਾਲਾਂ ਕੱਢ ਰਹੇ ਹਾਂ, ਗਾਲਾਂ ਕੱਢਦੇ ਅਸੀਂ, ਤੇ ਅਸੀਂ ਕਹਿੰਦੇ ਅਸੀਂ ਸਿੱਖ ਹਾਂ। ਸਿੱਖ ਦੱਸ ਰਹੇ ਅਸੀਂ ਆਪਣੇ ਆਪ ਨੂੰ, ਅਸੀਂ ਗਾਲਾਂ ਕੱਢ ਰਹੇ ਹੁੰਦੇ ਆਪਣੀਆਂ ਧੀਆਂ ਨੂੰ, ਕਮੈਂਟਾਂ ਵਿੱਚ ਗਾਲਾਂ ਕੱਢਦੇ ਹਾਂ, ਤੇ ਆਪਣੇ ਆਪ ਨੂੰ ਅਸੀਂ ਗਿਆਨੀ ਦੱਸਦੇ ਹਾਂ, ਧਰਮੀ ਦੱਸਦੇ ਹਾਂ ਵੀ ਅਸੀਂ ਧਰਮੀ ਪੁਰਸ਼ ਹਾਂ। ਮੈਂ ਬੇਨਤੀ ਕਰਾਂ ਕਿ ਉਹਨੇ ਪ੍ਰਸ਼ਾਦਾ ਛਕ ਲਿਆ, ਤੇ ਭਾਈ ਸਾਹਿਬ ਨੇ ਨੌਜਵਾਨਾਂ ਨੂੰ ਨਾਲ ਲਿਆ, ਜ਼ਬਰ ਬੇਗ ਨੂੰ ਖਤਮ ਕੀਤਾ, ਤੇ ਉਹਦੀ ਧੀ ਨੂੰ ਛਡਾ ਕੇ ਸੂਰਜ ਦੀ ਟਿੱਕੀ ਉਹਦੇ ਹੋਣ ਤੋਂ ਪਹਿਲਾਂ ਪਹਿਲਾਂ ਗੁਰਸਿੱਖ ਨੇ ਲਿਆ ਕੇ ਉਸ ਰਹੀਮ ਬਖਸ਼ ਮਾਸ਼ੀ ਨੂੰ, ਉਹਦੀ ਧੀ ਨੂੰ ਦੇ ਦਿੱਤਾ। ਹੁਣ ਭਾਈ ਸੁਖਵਿੰਦਰ ਸਿੰਘ ਜੀ, 1 ਮਿੰਟ ਲਈ ਜਰਾ ਕੁ ਸੋਚੀਏ, ਉਸ ਭਾਈ ਸਾਹਿਬ ਦੇ ਮਨ ਵਿੱਚ ਗੁਰਸਿੱਖੀ ਪ੍ਰਤੀ ਕਿੰਨਾ ਸਤਿਕਾਰ ਹੋਵੇਗਾ। ਜਿੱਥੇ ਦੁਨੀਆ ਦਾ ਜ਼ਾਲਮ ਨੂੰ ਕੋਈ ਹਿਲਾ ਨਹੀਂ ਸਕਿਆ, ਤੇ ਗੁਰੂ ਕਾ ਸਿੱਖ ਜਦੋਂ ਉਸ ਧੀ ਨੂੰ ਛਡਾ ਕੇ ਲਿਆਉਂਦਾ ਹੋਵੇਗਾ, ਉਸ ਭੈਣ ਦੇ ਮਨ ਵਿੱਚ ਕੈਸਾ ਜਿਹੜਾ ਪਿਆਰ ਆ ਉਤਪੰਨ ਹੁੰਦਾ ਹੋਵੇਗਾ, ਤੇ ਜਿਹੜੀ ਦਿੱਖ ਬਣਦੀ ਹੋਵੇਗੀ ਸਿੱਖਾਂ ਦੀ, ਉਹ ਦਿੱਖ ਕੈਸੀ ਬਣਦੀ ਹੋਵੇਗੀ, ਉਹਨੂੰ ਕਿਵੇਂ ਬਿਆਨ ਕੀਤਾ ਜਾ ਸਕਦਾ ਹੈ, ਉਹਨੂੰ ਦੱਸਿਆ ਹੀ ਨਹੀਂ ਜਾ ਸਕਦਾ। ਤੇ ਕਿੰਨੀਆਂ ਕੋ ਬਜ਼ੁਰਗ ਸੀਸਾ ਦਿੰਦਾ ਹੋਵੇਗਾ, ਇਹਨੂੰ ਬਿਆਨ ਕਰਨਾ ਬੜਾ ਔਖਾ ਆ, ਇਹਨੂੰ ਬਿਆਨ ਕੀਤਾ ਨਹੀਂ ਜਾ ਸਕਦਾ ਜੀ। ਭਾਈ ਸਾਹਿਬ ਨੇ ਕਬੂਲ ਕਰ ਲਿਆ, ਕਹਿੰਦੇ ਮੈਂ ਲਿਆਂਦਾ ਆ। ਜਦੋਂ ਅਪੀਲ ਨਾ ਰਵੇ, ਦਲੀਲ ਨਾ ਰਵੇ, ਤੇ ਜ਼ੁਲਮ ਹੁੰਦਾ ਹੋਵੇ, ਤੇ ਜਿਹੜੇ ਗੁਰੂ ਕੇ ਸਿੱਖ ਆ ਉਹ ਫਿਰ ਜ਼ੁਲਮ ਨਹੀਂ ਸਹਿੰਦੇ। ਜ਼ੁਲਮ ਕਰਨ ਵਾਲਾ ਭਾਵੇਂ ਕੋਈ ਵੀ ਹੋਵੇ, ਖਾਲਸਾ ਜ਼ੁਲਮ ਦੇ ਵਰਖਲਾਫ ਆ। ਇਸੇ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਸਾਜਿਆ। ਅਸੀਂ ਜ਼ੁਲਮ ਤੇ ਜ਼ਾਲਮ ਦੀਆਂ ਜੜ੍ਹਾਂ ਪੱਟਣ ਵਾਸਤੇ ਹਰ ਵੇਲੇ ਤੱਤਪਰ ਰਹਿੰਦੇ ਆ। ਉਸ ਵੇਲੇ ਕਹਿੰਦੇ ਮੈਨੂੰ ਇਸ ਗੱਲ ਦਾ ਮਾਣ ਆ, ਤੇ ਮੈਨੂੰ ਸਿੱਖੀ ਤੇ ਮਾਣ ਆ, ਖੈਰ ਲੱਗ ਕੇ ਕਰਾਂ। ਉਹ ਕਹਿੰਦਾ ਸਿੱਖੀ ਦਾ ਮਾਣ ਆ, ਤੇ ਤੇਰੇ ਕੇਸ ਇਹਨਾਂ ਦੇ ਬੇੜ ਵਟਾਂਗਾ, ਮੈਂ ਰੱਸੀਆਂ ਵਟਾਂਗਾ ਇਹਨਾਂ ਤੇਰੇ ਕੇਸਾਂ ਦੀਆਂ, ਜਿਹਨਾਂ ਤੂੰ ਬੜਾ ਮਾਣ ਕਰਦਾ ਹੈ। ਤੇ ਚੜਖੜੀ ਤੇ ਚਾੜ ਕੇ ਇਹਨੂੰ ਦਿਓ ਜਰਾ 4 ਹਲਾਰੇ। ਭਾਈ ਸਾਹਿਬ ਨੂੰ ਪਹਿਲਾਂ ਚੜਖੜੀ ਤੇ ਚਾੜਿਆ। ਜਦੋਂ ਉਹਨਾਂ ਦਾ ਘਿਓ ਤੇ ਮੱਖਣ ਨਾਲ ਪਲਿਆ ਹੋਇਆ ਸਰੀਰ ਤੁੰਬੇ ਕਰਕੇ ਉੱਡਣ ਲੱਗਾ, ਖੂਨ ਦੇ ਫੁਹਾਰੇ ਚੱਲੇ, ਤੇ ਗੰਗਾ ਨਿਕਲਦੀ ਹੈ ਲਾਟਾਂ ਦੇ ਵਿੱਚੋਂ, ਇਸ ਪ੍ਰਕਾਰ ਦੀਆਂ ਖੂਨ ਦੀਆਂ ਲਹਿਰਾਂ ਵਗੀਆਂ। ਲਿਆ ਕੇ ਭਾਈ ਸਾਹਿਬ ਨੂੰ ਜ਼ਮੀਨ ਤੇ ਰੱਖ ਕੇ ਫਿਰ ਜਹਾਂਗੀਰ ਨੇ, ਵਾਹਿਗੁਰੂ, ਜ਼ਕਰੀਆ ਖਾਨ ਨੇ ਕਿਹਾ ਵੀ ਹੁਣ ਕਿਵੇਂ ਆਨੰਦ ਆਇਆ? ਭਾਈ ਸਾਹਿਬ ਕਹਿੰਦੇ ਬੜਾ ਆਨੰਦ ਆਇਆ, 2 ਕੁ ਝੂਟੇ ਲੈ ਕੇ ਦੇਖ, ਤੈਨੂੰ ਪਤਾ ਲੱਗੂਗਾ ਕਿ ਚਰਖੜੀ ਦਾ ਆਨੰਦ ਕੈਸਾ ਹੁੰਦਾ ਹੈ। ਉਸ ਵੇਲੇ ਮੈਂ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਨਿਭਾਵਾਂਗਾ। ਉਦੋਂ ਇਹਨਾਂ ਪਾਪੀਆਂ ਨੇ ਕਿਹਾ ਇਹਨਾਂ ਦੇ ਕੇਸ ਕੱਟ ਦੇਵੋ, ਤੇ ਸਾਡੀ ਰਵਾਇਤ ਤੇ ਮਰਜ਼ਾਦਾ ਹੈ। ਭਾਈ ਸਾਹਿਬ ਨੇ ਅਰਦਾਸ ਕਰਕੇ ਕਿਹਾ ਸੀ, ਕਲਗੀਧਰ ਪਾਤਸ਼ਾਹ, ਇਹ ਸਿੱਖੀ ਮੇਰੀ ਨਹੀਂ ਤੇਰੀ ਹੈ। ਤੂੰ ਆਨੰਦਪੁਰ ਸਾਹਿਬ ਦੀ ਪਹਾੜੀ ਤੇ ਗੁਰੂ ਕੇ ਖਾਲਸੇ ਨੂੰ ਆਵਾਜ਼ ਮਾਰ ਕੇ 5 ਚੂਲੇ ਉਹਨਾਂ ਦੇ ਮੁਖ ਵਿੱਚ, 5 ਨੇਤਰਾਂ ਚ, 5 ਕੇਸਾਂ ਚ ਪਾ ਕੇ ਕਿਹਾ ਸੀ, ਕੇਸ ਗੁਰੂ ਕੇ ਮੋਹਰਿਆ, ਦਾਤਾ ਮੈਨੂੰ ਮਾਤਾ ਪਿਤਾ ਕੋਲ ਹੀ ਮਿਲੇ, ਇਹ ਜੜ ਚੇਤਨ ਨਹੀਂ, ਇਹ ਤੇਰੇ ਕੇਸ ਆ, ਤੇ ਇਹਨਾਂ ਦੀ ਪਾਲਣਾ ਹੁਣ ਦਾਤਾ ਤੂੰ ਕਰਨੀ ਹੈ। ਕਹਿੰਦੇ ਨੇ ਕੱਟਦੇ ਰਹੇ ਸੀ ਕੈਂਚੀਆਂ ਦੇ ਨਾਲ, ਪਰ ਭਾਈ ਸਾਹਿਬ ਜੀ ਦੇ ਕੇਸ ਕੱਟੇ ਨਹੀਂ ਗਏ ਜੀ। ਉਸ ਵੇਲੇ ਜ਼ਕਰੀਆ ਖਾਨ ਖਿੱਚ ਗਿਆ, ਕਹਿਣ ਲੱਗਾ ਮੋਚੀਆਂ ਨੂੰ ਲਿਆਓ। ਤੇ ਮੋਚੀਆਂ ਨੂੰ ਲਿਆ ਕੇ ਭਾਈ ਸਾਹਿਬ ਜੀ ਦਾ ਜਿਹੜਾ ਮੱਥਾ ਹੈ, ਮੱਥੇ ਤੋਂ ਲੈ ਕੇ ਤੇ ਗਿੱਚੀ ਤੱਕ ਕੇਸਾਂ ਸਮੇਤ ਇਹਨਾਂ ਦੀ ਖੋਪਰੀ ਜਿਹੜੀ ਪਰੇ ਕਰ ਦਿਓ। ਅੱਜ ਕਈ ਕਹਿ ਦਿੰਦੇ ਆ ਕਿ ਕੇਸ ਨਹੀਂ ਸੀ ਕੀਤੇ, ਖੋਪਰੀ ਲਾ ਦਿੱਤੀ ਸੀ। ਜਿਹੜਾ ਜ਼ਾਲਮ ਹੁੰਦਾ ਹੈ ਨਾ,
ਜ਼ਾਲਮ ਇਹ ਨਹੀਂ ਦੇਖਦਾ ਹੁੰਦਾ ਕਿ ਮੈਂ ਇਹਦੇ ਤੇ ਕੋਈ ਦਇਆ ਕਰਾਂ। ਜ਼ਾਲਮ ਨੇ ਤਾਂ ਜ਼ੁਲਮ ਕਰਨਾ ਹੁੰਦਾ ਤੇ ਉਹ ਜ਼ੁਲਮ ਇਸ ਪ੍ਰਕਾਰ ਕਰਦਾ ਜਿਹਦੇ ਨਾਲ ਜਿਹਦੇ ਤੇ ਜ਼ੁਲਮ ਹੋ ਰਿਹਾ ਹੁੰਦਾ ਉਹਨੂੰ ਵੱਧ ਤੋਂ ਵੱਧ ਦੁੱਖ ਦਿੱਤਾ ਜਾਵੇ ਜੀ। ਵਾਹਿਗੁਰੂ। ਉਹ ਦੁੱਖ ਦੇ ਰਿਹਾ ਹੁੰਦਾ। ਪਰ ਇਹ ਵੱਖਰੀ ਗੱਲ ਹੈ ਕਿ ਗੁਰੂ ਕਾ ਸਿੱਖ ਤਾਂ ਨਾਮ ਦੇ ਰਸ ਵਿੱਚ ਆਨੰਦ ਲੈ ਰਿਹਾ ਸੀ। ਜਦੋਂ ਖੋਪਰ ਉਤਰ ਗਿਆ, ਖੋਪਰ ਉਤਰਨ ਤੋਂ ਪਹਿਲਾਂ ਜ਼ਕਰੀਆ ਖਾਨ ਨੇ ਕਿਹਾ ਮੈਂ ਇਸ ਤਰ੍ਹਾਂ ਵੀ ਪੜ੍ਹਨ ਨੂੰ ਮਿਲਿਆ ਹੈ ਕਿ ਮੈਂ ਜੁੱਤੀਆਂ ਮਾਰ-ਮਾਰ ਕੇਸ ਅੜਾ ਦਿਆਂਗਾ। ਭਾਈ ਸਾਹਿਬ ਕਹਿੰਦੇ ਤੂੰ ਤਾਂ ਹੱਥ ਵੀ ਨਹੀਂ ਲਾ ਸਕਦਾ। ਇਹ ਜ਼ਰੂਰ ਹੈ ਮੇਰੀ ਜੁੱਤੀ ਨਾਲ ਤੈਨੂੰ ਦੋਚਕ ਦੀ ਅੱਗ ਵਿੱਚ ਸੁੱਟ ਕੇ ਜਾਵਾਂਗਾ, ਤੈਨੂੰ ਦੋਚਕ ਵਿੱਚ ਸੁੱਟ ਕੇ ਨਰਕ ਵਿੱਚ ਪਾ ਕੇ ਫਿਰ ਜਾਵਾਂਗਾ। ਮੇਰੀ ਜੁੱਤੀ ਜ਼ਰੂਰ ਤੇਰੇ ਸਿਰ ਵਿੱਚ ਵੱਜੇ। ਇਹ ਗੱਲ ਕਹਿ ਕੇ ਭਾਈ ਸਾਹਿਬ ਜੀ ਦਾ ਖੋਪਰ ਉਤਰ ਗਿਆ। ਕਾਲਾ ਦਾੜਾ ਸਾਰਾ ਖੂਨ ਦੇ ਨਾਲ ਭਰ ਗਿਆ। ਹੈਰਾਨ ਸਨ ਸਾਰੇ। ਮੌਤ ਹੋ ਗਈ ਸੀ ਪ੍ਰਕਿਰਤੀ ਵੇਖ ਕੇ ਲੋਕੀ ਹੈਰਾਨ ਸੀ ਉਸ ਗੁਰੂ ਕੇ ਪਿਆਰੇ ਦੇ। ਤੇ ਗੁਰੂ ਜਪਦੇ ਹੋਏ ਨੇ ਆਪਣਾ ਖੋਪਰਾ ਲੁਹਾ ਲਿਆ। ਨਾ ਉਸਨੇ ਸੀ ਕਿਹਾ, ਨਾ ਉਹਨੇ ਚੀਕ ਮਾਰੀ। ਅਡੋਲ ਗੁਰੂ ਕਾ ਸਿੱਖ ਨਾਮ ਦੇ ਰਸ ਵਿੱਚ ਬੈਠਾ ਰਿਹਾ। ਇਹ ਆ ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲੈ ਸੁਭਾਗਾ। ਇਹ ਆ ਜਾਂ ਕੋ ਹਰ ਰੰਗ ਲਾਗੋ ਇਸ जुग में, सो कहियत है सूरा, आत्म जने सगल वस्तां के जां का सतगुरु पूरा। ये लाल रंग तिस को लगा जिस के वड भागा, मैला कदे ना होवे ना लागे दागा। ये प्रेम दा रंग सी जिहड़ा कदी उतरदा नहीं। उस वेले एक खाई सी लागे किले दे। विद्वान कहंदे ओहदे विच भाई साहब जी नूं धक्का दे दिता ते 22 दिन निरंतर 21 दिन भाई साहब जी उत्थे चौंकड़ा ला के समाधि लीन बैठे रहे। हुण ਇਹਨੂੰ ਕਿਵੇਂ ਤੁਸੀਂ ਕਰ ਸਕੋਗੇ? ਇਹ ਸਿੱਖੀ ਹੈ। ਜਿੱਥੋਂ ਜੀਵਨ ਜਾ ਕੇ ਮੁੱਕਦਾ ਹੈ ਗੁਰੂ ਕੀ ਸਿੱਖੀ ਉੱਥੋਂ ਸ਼ੁਰੂ ਹੁੰਦੀ ਹੈ। ਇਹ ਗੁਰੂ ਦੀ ਮੌਜ ਹੈ। ਦੇਖੋ ਬੜੇ ਬੜੇ ਡਾਕਟਰ ਵੀ ਬ੍ਰੇਨ ਨੂੰ ਹੱਥ ਪਾਉਣ ਲੱਗਿਆ ਨਾ ਕਰ ਦਿੰਦੇ ਆ। ਕੈਸਾ ਗੁਰੂ ਕਾ ਸਿੱਖ ਆ। 21 ਦਿਨ ਨਿਰੰਤਰ ਗੁਰੂ ਕਾ ਸਿੱਖ ਜਿਹੜਾ ਉਹ ਨਾਮ ਰਸ ਵਿੱਚ ਬੈਠਾ ਰਿਹਾ। ਤੇ ਜਦੋਂ ਇਹਨੂੰ ਪਾਪੀ ਨੂੰ ਬੰਨ ਪੈ ਗਿਆ ਪਿਸ਼ਾਬ ਦਾ ਜ਼ਕਰੀਆ ਖਾਨ ਨੂੰ, ਤੇ ਇਹਨੇ ਕੋਲ ਬੁਲਾ ਕੇ ਭਾਈ ਸਾਹਿਬ ਜੀ ਭਾਈ ਸੁਬੇਗ ਸਿੰਘ ਉਹਨਾਂ ਨੂੰ ਕਿਹਾ ਕਿ ਮੈਂ ਸੰਤ ਨੂੰ ਸਜ਼ਾ ਦਿੱਤੀ ਆ ਤੇ ਮੈਂ ਗੁਰਬਾਣੀ ਸੁਖਮਨੀ ਸਾਹਿਬ ਚ ਪੜ੍ਹਿਆ ਕਿ ਜਿਹੜਾ ਸੰਤ ਕਾ ਦੋਖੀ ਇਉਂ ਬਲ ਲਾਏ, ਜੋ ਜਲ ਵੀ ਹੁਣ ਮਛਲੀ ਤਲਪੜਾਏ। ਤੇ ਸੰਤ ਕਾ ਦੋਖੀ ਇਦਾਂ ਦਾ ਹੁੰਦਾ ਆ ਕਿ ਉਹਨੂੰ ਕਦੇ ਵੀ ਸੁੱਖ ਨਹੀਂ ਪ੍ਰਾਪਤ ਹੁੰਦਾ। ਤੇ ਪਰ ਮੈਂ ਨਾਲ ਹੀ ਪੜ੍ਹਿਆ ਕਿ ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਤ ਸੰਗ ਨਿੰਦਕ ਵੀ ਧਰੇ। ਜੇ ਉਹ ਸੰਤ ਹੀ ਕਿਰਪਾ ਕਰ ਦੇਵੇ ਤਾਂ ਜਿਹੜਾ ਨਿੰਦਕ ਆ ਦੋਖੀ ਉਹਦਾ ਵੀ ਭਲਾ ਹੋ ਸਕਦਾ ਹੈ। ਭਾਈ ਸੁਬੇਗ ਸਿੰਘ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਪਿਸ਼ਾਬ ਦਾ ਬੰਨ ਪੈ ਗਿਆ, ਮੈਂ ਬੜਾ ਦੁਖੀ ਹਾਂ ਤੇ ਭਾਈ ਤਾਰੂ ਸਿੰਘ ਤੋਂ ਮੇਰੀ ਜਾ ਕੇ ਮਾਫੀ ਮੰਗੋ। ਕਹਿੰਦੇ ਨੇ ਭਾਈ ਸੁਬੇਗ ਸਿੰਘ ਸੋਚ ਰਿਹਾ ਸੀ ਮੈਂ ਕਿਹੜੇ ਮੂੰਹ ਨਾਲ ਜਾਵਾਂ ਗੁਰੂ ਕੇ ਸਿੱਖ ਕੋਲੇ ਜਿਹਦਾ ਕਿ ਖੋਪਰੀ ਵੀ ਹੈ ਨਹੀਂ ਉਹਦਾ ਉੱਪਰ। ਮੈਂ ਕਿਵੇਂ ਜਾ ਕੇ ਉਹਨੂੰ ਇਹਨੂੰ ਜ਼ਕਰੀਆ ਖਾਨ ਨੂੰ ਮਾਫੀ ਦੇ ਦੇ। ਕਹਿੰਦੇ ਉਹ ਪੰਥ ਕੋ ਆਇਆ ਲਮਕਾਵਾ ਨਾ। ਪੰਥ ਨੇ ਭਾਵੇਂ ਕਿ ਉਹਨਾਂ ਨੂੰ ਸਜ਼ਾ ਵੀ ਲਾਈ ਤੇ ਫਿਰ ਕਿਹਾ ਵੀ ਬਚਨ ਜਿਹੜਾ ਆ ਉਹ ਅਟਲ ਰਹੇਗਾ, ਕਿਉਂਕਿ ਸਾਧ ਬਚਨ ਅਟਲਾਦਾ ਜਾਂ ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ। ਰੱਬ ਦੇ ਪਿਆਰੇ ਦੀ ਅਰਦਾਸ ਕਦੀ ਬਿਰਥੀ ਨਹੀਂ ਹੁੰਦੀ। ਤੇ ਤੁਸੀਂ ਭਾਈ ਤਾਰੂ ਸਿੰਘ ਦਾ ਜਿਹੜਾ ਜੁੱਤੀ ਆ ਉਹ ਜ਼ਕਰੀਆ ਖਾਨ ਦੇ ਜਾ ਕੇ ਸਿਰ ਵਿੱਚ ਮਾਰੋ। ਲਗਾਤਾਰ ਭਾਈ ਸੁਬੇਗ ਸਿੰਘ ਨੇ ਤੇ ਕੁਝ ਵਿਦਵਾਨਾਂ ਨੇ ਕਿਹਾ ਉਹਦੀ ਬੇਗਮ ਨੇ ਰਲ ਕੇ ਉਹਦੇ ਸਿਰ 'ਚ ਜੁੱਤੀਆਂ ਮਾਰੀਆਂ। ਜੁੱਤੀਆਂ ਖਾਂਦਾ ਹੋਇਆ ਪਾਪੀ ਨਰਕ ਵਿੱਚ 22ਵੇਂ ਦਿਨ ਜਿਹੜਾ ਉਹ ਨਰਕ ਸੁਧਾਰ ਗਿਆ। ਤੇ ਜਦੋਂ ਆ ਕੇ ਸਿੱਖਾਂ ਨੇ ਦੱਸਿਆ, ਭਾਈ ਸਾਹਿਬ ਕਹਿੰਦੇ ਬਸ ਮੈਂ ਇਸੇ ਉਡੀਕ 'ਚ ਸੀ, ਲਿਆਓ ਦਰਬਾਰ ਸਾਹਿਬ ਦਾ ਜਲ ਲਿਆਓ। ਦੇਖੋ ਉੱਥੇ ਪੂਲੇ ਪਿੰਡ ਜਲ ਲਾਗੇ ਬੰਦੇ ਜਲ ਹੈ ਨਹੀਂ ਸੀ। ਜਲ ਲਿਆਂਦਾ ਦਰਬਾਰ ਸਾਹਿਬ ਦਾ ਤੇ ਭਾਈ ਸਾਹਿਬ ਨੇ ਇਸ਼ਨਾਨ ਕੀਤਾ। ਜਪਜੀ ਸਾਹਿਬ ਦਾ ਪਾਠ ਹੋਇਆ। ਪੰਜਾਂ ਪਿਆਰੇ ਨੇ ਅਰਦਾਸ ਕੀਤੀ। ਬਾਕੀ ਤਾਂ ਪੰਜ ਪਿਆਰੇ ਨਾਨਕ ਨਾਮ ਚੜ੍ਹਦੀ ਕਲਾ ਕਹਿ ਕੇ ਉੱਠ ਪਏ। ਪਰ ਭਾਈ ਤਾਰੂ ਸਿੰਘ ਜੀ ਜਿਹੜੇ ਸੀ ਉਹ ਬ੍ਰਹਮ ਲੀਨ ਹੋ ਗਏ। ਉਹ ਆਪਣੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਜਾ ਬਰਾਜੇ। ਉਹ ਆਪਣੇ ਪਿਆਰਿਆਂ ਕੋਲੇ ਸੱਚਖੰਡ ਜਾ ਬਰਾਜੇ। ਫਿਰ ਭਾਈ ਸਾਹਿਬ ਨਹੀਂ ਉੱਠੇ। ਐਸੀ ਉਹਨਾਂ ਦੀ ਜਿਹੜੀ ਅਦੁੱਤੀ ਸ਼ਹੀਦੀ ਹੈ, ਐਸੀ ਉਹਨਾਂ ਨੇ ਉਸ ਸ਼ਹੀਦੀ ਦੀ ਅਵਧੀ ਨੂੰ ਮਾਣਿਆ ਕਿ ਉਸ ਸ਼ਹੀਦੀ ਨੂੰ ਕੋਟੀ ਪ੍ਰਣਾਮ ਕਰਦੇ, ਕਰੋੜਾਂ ਵਾਰੀ ਪ੍ਰਣਾਮ ਕਰਦੇ ਆ, ਕਰੋੜ ਪ੍ਰਣਾਮ ਕਰਦੇ ਆ ਉਸ ਸ਼ਹੀਦਾਂ ਨੂੰ। ਐਸੀ ਭਾਈ ਸਾਹਿਬ ਨੇ ਸ਼ਹੀਦੀ ਦੇ ਕੇ ਐਸਾ ਇਹ ਜਜ਼ਬਾ ਪੈਦਾ ਕਰ ਦਿੱਤਾ। ਅੱਜ ਵੀ ਭਾਈ ਤਾਰੂ ਸਿੰਘ ਦੀ ਸ਼ਹੀਦੀ ਸਾਡੇ ਵਿੱਚ ਇੱਕ ਰੁਤਬਾ ਪੈਦਾ ਕਰਦੀ ਹੈ, ਜੁਰਤ ਪੈਦਾ ਕਰਦੀ ਹੈ ਕਿ ਸਿੱਖੀ ਤੇ ਕੇਸਾਂ ਤੇ ਸਵਾਸਾਂ ਨਾਲ ਗੁਰੂ ਕੇ ਪਿਆਰੇ ਨੂੰ ਨਿਭਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਰੱਬ ਰਾਜੇ। ਅੱਜ ਉਹਨਾਂ ਦਾ ਜਿਹੜਾ ਆਪਾਂ ਭਾਈ ਸਾਹਿਬ ਜੀ ਦਾ ਜਿਹੜਾ ਇਹ ਸ਼ਹੀਦੀ ਦਿਵਸ ਆਪਾਂ ਜਿਹੜਾ ਆ ਉਹ ਮਨਾ ਰਹੇ ਹਾਂ। ਔਰ ਦਾਸਰਾ ਇਹ ਉਮੀਦ ਕਰਦਾ ਆ, ਮੈਂ ਆਸ ਰੱਖਦਾ ਹਾਂ
ਕਿ ਇਹਨਾਂ ਗੁਰੂ ਕੇ ਸਿੱਖਾਂ ਦੀ ਸ਼ਹੀਦੀ ਤੋਂ ਅਸੀਂ ਇਹ ਸਿੱਖਿਆ ਲੈ ਕੇ ਆਪਣੇ ਕੇਸਾਂ ਨੂੰ ਔਰ ਗੁਰੂ ਕੀ ਰਹਿਤ ਨੂੰ ਜਿਹੜਾ ਬਰਕਰਾਰ ਰੱਖਾਂਗੇ, ਤਾਂ ਹੀ ਗੁਰੂ ਸਾਨੂੰ ਖੁਸ਼ੀਆਂ ਤੇ ਰਾਜ ਤੇ ਆਪਣਾ ਕਰ ਦੇਵੇਗਾ। ਅੱਜ ਜੇ ਸਾਡੇ ਵਿੱਚ ਕੋਈ ਕਮਜ਼ੋਰੀ ਹੈ ਤੇ ਇਸੇ ਕਰਕੇ ਹੀ ਹੈ ਕਿ ਅਸੀਂ ਗੁਰੂ ਕੀ ਸਿੱਖੀ ਜਿਹੜੀ ਆ ਉਹ ਤੋਂ ਬੇਮੁਖ ਹੋ ਕੇ ਤੇ ਤਲਾਜਲੀ ਦੇ ਕੇ ਜੀ ਰਹੇ। ਸੋ ਇੰਨੀਆਂ ਕਿ ਮੇਰੀਆਂ ਬੇਨਤੀਆਂ ਪ੍ਰਵਾਨ ਕਰਨ। ਧੰਨਵਾਦ ਜੀ ਭਾਈ ਸਾਹਿਬ ਜੀ, ਬਹੁਤ ਵਧੀਆ ਤੁਸੀਂ ਵਿਸਥਾਰ ਨਾਲ ਥੋੜ੍ਹੇ ਸਮੇਂ ਦੇ ਵਿੱਚ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਹੁਣਾਂ ਦੀ ਸ਼ਹਾਦਤ ਦਾ ਜੋ ਤੁਸੀਂ ਪ੍ਰਸੰਗ ਇਸ ਮਾਧਿਅਮ ਰਾਹੀਂ ਸਰੋਤਿਆਂ ਤੱਕ ਪਹੁੰਚਾਉਣ ਦੀ ਆਪਾਂ ਕੋਸ਼ਿਸ਼ ਕੀਤੀ ਆ ਜੀ। ਤੇ ਬਹੁਤ ਬਹੁਤ ਆਪ ਜੀਆਂ ਦਾ ਧੰਨਵਾਦ ਜੀ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਆਪ ਜੀਆਂ ਨਾਲ ਫਿਰ ਗੱਲਬਾਤ ਅਗਲੇ ਪ੍ਰੋਗਰਾਮ ਵਿੱਚ ਕਰਾਂਗੇ ਜੀ। ਅੱਜ ਲਈ ਅੱਜ ਬਹੁਤ ਬਹੁਤ ਫਿਰ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਸਨ ਗਿਆਨੀ ਸੁਰਜੀਤ ਸਿੰਘ ਜੀ ਜੋ ਇਟਲੀ ਤੋਂ ਸੀ। ਤੇ ਅਗਲੀ ਕਾਲ ਮੈਂ ਭਾਈ ਸਤਵਿੰਦਰ ਸਿੰਘ ਜਾਗੋ ਵਾਲਿਆਂ ਦੀ ਲੈ ਰਿਹਾ ਜੀ। ਤੇ ਬਾਕੀ ਆਪਾਂ ਇਹ ਵੀ ਗੱਲਬਾਤ ਕਰਾਂਗੇ ਅੱਜ ਆਪਾਂ ਕਿੱਥੇ ਖੜੇ ਹਾਂ ਜੀ, ਕਿਉਂਕਿ ਬਹੁਤ ਸਾਰੇ ਸਾਡੇ ਪ੍ਰਚਾਰਕਾਂ ਵੱਲੋਂ ਇਹ ਕਹਿ ਦਿੱਤਾ ਜਾਂਦਾ ਇਤਿਹਾਸ ਨੂੰ ਭਰੇ ਲੈ ਜਾਓ। ਤੇ ਹੋਰ ਵੀ ਇੱਕ ਨਵੇਂ ਰੇਡੀਓ ਚੱਲੇ ਅੱਜ ਕੱਲ੍ਹ, ਉਹ ਵੀ ਪਿਛਲੇ ਜਿਹੇ ਦਿਨਾਂ ਦੇ ਵਿੱਚ ਕੇਸਾਂ ਦੇ ਨਾਲ ਜੀ ਅਖੇ ਇਹ ਅਫੀਸੀ ਸਮਾਰਟ ਨਹੀਂ ਲੱਗਦੇ ਕਿਸੇ ਤਰ੍ਹਾਂ ਦੀ, ਉਹਨਾਂ ਦੇ ਕਈ ਟੀਕਾ ਟਿੱਪਣੀਆਂ ਜਿਹੀਆਂ ਸੀ। ਪਰ ਇਹ ਸਮਝ ਨਹੀਂ ਆਉਂਦੀ, ਜੇ ਸਮਾਰਟ ਪਹਿਲਾਂ ਤੁਸੀਂ ਆਪ ਮਨਾਓ ਨਾ, ਜਦੋਂ ਬਹਿੰਦੇ ਆ ਤੁਸੀਂ ਭੁਲੇਖਾ ਦੇਣ ਨੂੰ ਟੀਵੀਆਂ ਤੇ ਰੇਡੀਓ ਤੇ, ਪਹਿਲਾਂ ਆਪ ਮਨਾ ਕੇ ਬੈਠੋ ਨਾ, ਸਮਾਰਟ ਹੋ ਕੇ ਬੈਠੋ ਨਾ। ਤੇ ਇਸ ਤਰ੍ਹਾਂ ਦੀਆਂ ਉਹ ਗੱਲਾਂ ਕਰਦੇ ਨੇ। ਤੇ ਭਾਈ ਸਾਹਿਬ ਜੁੜ ਗਏ ਨੇ ਆਪਣੇ ਫੋਨ ਕਾਲ ਦੇ ਰਾਹੀਂ। ਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਸਾਹਿਬ ਜੀ। ਹਾਂਜੀ ਭਾਈ ਸਾਹਿਬ ਜੀ ਧੰਨਵਾਦ ਜੀ। ਤੇ ਮਾਫ ਕਰਨਾ ਸਾਡਾ ਥੋੜਾ ਪ੍ਰੋਗਰਾਮ ਪਹਿਲਾਂ ਸਟਾਰਟਿੰਗ ਦੇ ਵਿੱਚ ਥੋੜੀ ਤਕਨੀਕੀ ਖਰਾਬੀ ਹੋ ਗਈ ਸੀ। ਤੇ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ। ਤੇ ਜਿਸ ਤਰ੍ਹਾਂ ਪਹਿਲਾਂ ਗਿਆਨੀ ਸੁਰਜੀਤ ਸਿੰਘ ਜੀ ਹੁਣੀ ਬੜੇ ਹੀ ਵਿਸਤਾਰ ਦੇ ਨਾਲ ਭਾਈ ਸਾਹਿਬ ਭਾਈ ਤਾਰੂ ਸਾਹਿਬ ਜੀ ਉਹਨਾਂ ਦਾ ਜੋ ਜੀਵਨ, ਉਹਨਾਂ ਦੀ ਜੋ ਸ਼ਹਾਦਤ ਬਾਰੇ ਬੜੀ ਡਿਟੇਲ ਦੇ ਨਾਲ ਦੱਸਿਆ ਜੀ। ਤੇ ਆਪਾਂ ਵੀ ਇਸੇ ਲੜੀ ਨੂੰ ਅੱਗੇ ਲੈ ਕੇ ਚੱਲਦੇ ਹੋਏ ਤੇ ਅੱਜ ਦੇ ਸਮੇਂ ਤੇ ਵੀ ਆਪਾਂ ਜ਼ਰੂਰ ਗੱਲਬਾਤ ਕਰਾਂਗੇ ਅੱਜ ਆਪਾਂ ਕਿੱਥੇ ਖੜੇ ਹਾਂ ਜੀ। ਹਾਂਜੀ, ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਜਿਹੜੇ ਆਪਣੇ ਇਸ ਮੀਡੀਆ ਦੇ ਨਾਲ ਜੁੜੇ ਆ, ਸਾਰਿਆਂ ਵੀਰਾਂ ਭੈਣਾਂ ਭਰਾਵਾਂ ਨੂੰ ਦੁਨੀਆ ਭਰ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਭ ਤੋਂ ਪਹਿਲਾਂ ਭਾਈ ਤਾਰੂ ਸਿੰਘ ਜੀ ਸ਼ਹੀਦ, ਅਨੋਖਾ ਸ਼ਹੀਦ ਤੇ ਸ਼ਾਂਤਮਈ ਤਰੀਕੇ ਨਾਲ ਸ਼ਹੀਦੀ ਦੇ ਰਿਹਾ। ਤੇ ਜੇ ਇਸ ਜਕਰੀਏ ਸੂਬੇ ਨੇ ਨਾ ਇੰਨੀ ਸਿਕਿਉਰਿਟੀ ਰੱਖੀ ਸੀ ਤੇ ਸਿੱਖਾਂ ਦਾ ਸ਼ਿਕਾਰ ਖੇਡਦਾ ਸੀ, ਤੇ ਖੇਡਦਾ ਇਸ ਕਰਕੇ ਮੈਨੂੰ ਕੋਈ ਮਾਰ ਨਾ ਦੇਵੇ। ਤੇ ਉਹਦਾ ਕਾਰਨ ਦੇਖ ਲਓ ਕਿੰਨਾ ਵਧੀਆ ਬਣਨ ਲੱਗਾ। ਆਪਣੇ ਆਪ ਹੀ ਉਹ ਮੌਤ ਵੱਲ ਨੂੰ ਜਾ ਰਿਹਾ ਕਿ ਨਹੀਂ। ਜਿੰਨੇ ਉਹਨੂੰ ਗੱਡੀ ਚੜਾਉਣਾ ਤੇ ਉਹਨੂੰ ਘਰੋਂ ਫੜ ਕੇ ਲੈ ਕੇ ਆਇਆ। ਤੇ ਭਾਈ ਤਾਰੂ ਸਿੰਘ ਨੇ ਆਪਣੇ ਵਚਨ ਨਿਭਾਏ। ਦੇਖ ਲਓ ਇਸ ਤਰ੍ਹਾਂ ਹੁੰਦੀ ਆ। ਤੇ ਇੱਥੇ ਆਪਾਂ ਇਹ ਵੀ ਚੇਤਾ ਰੱਖੀਏ ਵੀ ਜਿਹੜਾ ਬੇਅੰਤਾ ਸਿੱਖਾਂ ਦਾ ਇੰਨਾ ਨੁਕਸਾਨ ਕਰ ਰਿਹਾ ਸੀਗਾ, ਤੇ ਉਹਨੂੰ ਇਹ ਨਹੀਂ ਪਤਾ ਵੀ ਜਿੰਨੇ ਮੈਨੂੰ ਗੱਡੀ ਚੜਾਉਣਾ ਉਹਨੂੰ ਮੈਂ ਆਪਣਾ ਬਾਡੀਗਾਰਡ ਰੱਖਿਆ ਲਾਗੇ। ਸਮਝੇ ਕਿ ਨਹੀਂ। ਭਾਈ ਦਿਲਾਵਰ ਸਿੰਘ ਇਹ ਸਿੱਖਿਆ ਆ, ਕਿਉਂਕਿ ਇਤਿਹਾਸ ਜਿਹੜਾ ਇਹ ਸਾਡਾ ਇੱਕ ਨਾਵੀਗੇਸ਼ਨ ਸਿਸਟਮ ਆ। ਇਹ ਨਾਵੀਗੇਸ਼ਨ ਨੂੰ ਭਾਵੇਂ ਦੁਸ਼ਮਣ ਲਾ ਲਵੇ, ਭਾਵੇਂ ਚੋਰ ਲਾ ਲਵੇ, ਭਾਵੇਂ ਸਾਧ ਲਾ ਲਵੇ, ਭਾਵੇਂ ਗਿਆਨੀ ਲਾ ਲਵੇ, ਭਾਵੇਂ ਪ੍ਰੋਫੈਸਰ ਲਾ ਲਵੇ, ਉਹਨੂੰ ਉਹ ਦੇਖਣਾ ਪੈਣਾ ਵੀ ਮੈਂ ਨਾਵੀਗੇਸ਼ਨ ਜਿਹੜੇ ਨਾਵੀਗੇਸ਼ਨ ਤੇ ਜਿਹੜੇ ਪੋਸਟ ਕੋਡ ਤੇ ਚੱਲ ਰਹੇ, ਇਹਦੇ ਵਿੱਚ ਪ੍ਰੋਬਲਮਾਂ ਕਿੰਨੀਆਂ ਆਉਂਦੀਆਂ, ਇਹਦੇ ਵਿੱਚ ਕਿਹੜੀ ਸਰਵਿਸ ਆਉਂਦੀ ਆ, ਕਿੱਦਾਂ ਦੀ ਸੇਵਾ ਇਹਦੇ ਵਿੱਚ ਆਉਂਦੀ ਆ, ਤੇ ਕਿਹੜੀ ਸੇਵਾ ਦੇ ਵਿੱਚ ਮੈਂ ਫਸ ਸਕਦਾ, ਕਿਹੜੀ ਸੇਵਾ ਕਰਕੇ ਮੈਂ ਤਰ ਸਕਦਾ। ਇਹ ਚੀਜ਼ਾਂ ਆਪਾਂ ਇਤਿਹਾਸ ਚੋਂ ਲੈਣੀਆਂ ਹੁੰਦੀਆਂ। ਅੱਗੇ ਮੈਂ ਬੇਨਤੀ ਕੀਤੀ ਸੀ ਕਿਉਂ ਜਦੋਂ ਆਪਾਂ ਇਹ ਚੀਜ਼ਾਂ ਵਿਚਾਰਦੇ ਹਾਂ ਸਾਲ ਸਾਹਿਬ, ਸੰਗਤਾਂ ਨੂੰ ਪਤਾ ਲੱਗਦਾ ਹਾਂ ਵਾਕਿਆ ਹੀ ਜਿਹੜੀ ਮੰਜ਼ਿਲ ਨੂੰ ਆਪਾਂ ਜਾ ਰਹੇ ਹਾਂ, ਜਿਹੜੀ ਮੰਜ਼ਿਲ ਤੇ ਕੋਈ ਜਾ ਰਿਹਾ ਉਹਨੂੰ ਉਦਾਂ ਦਾ ਫਲ ਪ੍ਰਾਪਤ ਹੋਣਾ। ਜਿਹੜਾ ਸਿਲੇਬਸ ਤੁਸੀਂ ਪੜ੍ਹਦੇ ਆ, ਜੇ ਡਰੈਂਗ ਪੜ੍ਹਦੇ ਆ ਤੇ ਤੁਹਾਨੂੰ ਉਹੀ ਸੰਤਰੇ ਜਿਹੇ ਛਾਪਣੇ ਆ ਜਾਣਗੇ, ਕੇਲੇ ਵਾਹੁਣੇ ਆ ਜਾਣਗੇ, ਜਾਂ ਹੋਰ ਕਿਸੇ ਦੀ ਫੋਟੋ ਵਾਹੁਣੀ ਆ ਜਾਊਗੀ। ਜਿਹੜੇ ਕੈਮਿਸਟਰੀ ਪੜ੍ਹਦੇ ਆ ਉਹਨਾਂ ਨੂੰ ਪਤਾ ਵੀ ਅਸੀਂ ਇਲਾਜ ਕਰ ਸਕਦੇ ਹਾਂ। ਜਿਹੜਾ ਬਾਇਓਲੋਜੀਕਲ ਸਿਸਟਮ ਦੇ ਵਿੱਚ ਜਾਂਦਾ ਉਹਨੂੰ ਉਦਾਂ ਦਾ ਹੋ ਜਾਂਦਾ। ਜਿਹੜੇ ਗੱਤਕੇ ਖੇਡਦੇ ਆ ਉਹਨੂੰ ਗੱਤਕੇ ਵਾਲੇ ਦਾ ਆ ਜਾਂਦੇ ਆ। ਇਸ ਕਰਕੇ ਇਹ ਜਿਹੜੀ ਆਪਣੀ ਗੁਰਬਾਣੀ ਆ, ਗੁਰ ਇਤਿਹਾਸ ਆ, ਗੁਰਮਤਿ ਆ, ਇਹਦੇ ਵਿੱਚ
ਸਾਰੀ ਦੁਨੀਆ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ, ਇਹਦੇ ਵਿੱਚ ਆਪਾਂ ਨੂੰ ਖੋਜ ਕਰਨੀ ਚਾਹੀਦੀ ਆ ਜੀ। ਤੇ ਜਿਹੜੇ ਸ਼ਹੀਦੀ ਦਿਹਾੜੇ ਆ ਇਹ ਆਪਾਂ ਨੂੰ ਐਵੇਂ ਨਹੀਂ ਹਾਂ ਜੀ ਮਨਾ ਲਿਆ ਭਾਈ ਤਾਰੂ ਸਿੰਘ ਵੱਡਾ ਨਾ ਹੋਵੇ ਘਾਟ ਨਾ ਜਾਵੇ, ਉਹ ਤਾਂ ਸਦਾ ਹੀ ਪ੍ਰਮਾਤਮਾ ਦੇ ਚਰਨਾਂ ਵਿੱਚ ਬੈਠੇ ਆ। ਉਹ ਤਾਂ ਜਿੱਦਾਂ ਇੱਕ ਕਹਿ ਲਓ ਰਿਜ਼ਰਵ ਫੋਰਸ ਪੁਲਿਸ ਹੁੰਦੀ ਆ ਨਾ ਜੀ, ਉਹ ਖਲੋਤੀ ਰਹਿੰਦੀ ਹੈ ਜਿੱਥੇ ਉਹਨਾਂ ਨੂੰ ਆਪਾਂ ਬਾਹਰਲੀ ਕੰਟਰੀ ਜਿਹਨੇ ਰਾਈਟਸ ਹੁੰਦੇ ਜਾਂ ਕੋਈ ਵਾਧਾ ਘਾਟਾ ਹੁੰਦਾ ਉੱਥੇ ਇੱਕਦਮ ਐਮਰਜੈਂਸੀ ਜਾ ਕੇ ਉਹਨਾਂ ਦੀ ਪ੍ਰੈਕਟਿਸ ਬੜੀ ਹੁੰਦੀ ਹੈ, ਜਾ ਕੇ ਤੇ ਉਹਨਾਂ ਨੂੰ ਸੰਭਾਲ ਲੈਂਦੇ। ਜਿੱਦਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਵੇਲੇ ਵੀ ਹੋਇਆ ਤੇ ਪਹਿਲੋਂ ਵੀ ਹੁੰਦਾ ਰਿਹਾ, ਗਾਂਹ ਵੀ ਹੁੰਦਾ ਰਹਿਣਾ। ਨਵੇਂ ਪਾਤਸ਼ਾਹ ਦੇ ਸਿੱਖਾਂ ਦੀ ਸ਼ਹੀਦੀ ਤੋਂ ਬਾਅਦ ਦੇ ਵਿੱਚ ਔਰੰਗਜ਼ੇਬ ਇੱਕ ਰਾਤ ਵੀ ਨਹੀਂ ਰਹਿ ਸਕਿਆ, ਉਹ ਸ਼ਹੀਦੀ ਫੌਜਾਂ ਦੀ ਕਿਰਪਾ ਹੁੰਦੀ ਸੀ। ਜਿੱਦਾਂ ਕੋਈ ਪਾਰਟੀ ਆਪਣੀ MLA ਬਣਾ ਲੈਂਦੀ, MP ਬਣਾ ਲੈਂਦੀ ਹੈ, ਜਾਂ ਕਿਸੇ ਕਮੇਟੀ ਵਿੱਚ ਆਪਣੇ ਕੋਈ ਬੰਦੇ ਵਾਰਡ ਦਿੰਦਾ ਹੈ, ਤੇ ਉਹ ਵੀ ਤੁਹਾਨੂੰ ਪਤਾ ਨਾ ਵੀ ਉਹ ਉਸ ਬੰਦੇ ਦੀ ਜਾਂ ਉਸ ਗਰੁੱਪ ਦੀ ਵੀ ਚੱਲਣ ਲੱਗ ਪੈਂਦੀ ਸਰਕਾਰਾਂ ਵਿੱਚ ਵੀ ਹੋਰ ਥਾਂ। ਏਦਾਂ ਜਿਹੜੇ ਸ਼ਹੀਦ ਆ ਇਹ ਸਾਡਾ ਸਰਮਾਇਆ ਆ। ਇਹ ਸ਼ਹੀਦਾਂ ਦੀ ਸ਼ਹੀਦੀ ਦਾ ਕਰਕੇ ਅਸੀਂ ਇਹ ਦੁਨੀਆ ਭਰ ਵਿੱਚ ਵਿਚਰੇ। ਉਹ ਸਾਡਾ ਇਤਿਹਾਸ ਦੱਸਦਾ ਆ ਵੀ ਇਹ ਇੱਕ ਬਹਾਦਰ ਕੌਮ ਆ। ਇਹ ਇਸ ਤਰ੍ਹਾਂ ਇਹਨਾਂ ਨੇ ਕੁਰਬਾਨੀਆਂ ਕਰ ਕਰਕੇ ਆਪਣੀ ਕੌਮ ਨੂੰ ਟੌਪ ਤੇ ਲੈ ਕੇ ਗਏ ਆ, ਤੇ ਉਹ ਆਪਣੀ ਸੱਚਖੰਡ ਵਸੈ ਨਿਰੰਕਾਰ ਤੇ ਉਥੇ ਸ਼ਹੀਦਾਂ ਦਾ ਵੀ ਉੱਥੇ ਹੀ ਵਾਸਾ ਹੁੰਦਾ ਆ ਜੀ। ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਜੀ। ਠੀਕ ਹੈ ਨਾ ਜੀ। ਉੱਥੇ ਸੂਰਮੇ ਯੋਧੇ ਬਹਾਦਰ, ਤੇ ਉਹਨਾਂ ਨੂੰ ਕਿਸੇ ਤੋਂ ਪਾਸ ਲੈਣ ਦੀ ਲੋੜ ਨਹੀਂ ਹੁੰਦੀ। ਇੱਥੇ ਦੁਨੀਆ ਦੇ ਵਿੱਚ ਇਹੋ ਜਿਹੇ ਮਕੈਨਿਕ, ਇਹੋ ਜਿਹੇ ਕਾਰੋਬਾਰੀ ਵਾਲੇ ਬੰਦੇ ਹੁੰਦੇ ਜਿਨ੍ਹਾਂ ਨੂੰ ਪਾਸਪੋਰਟ ਦੀ ਵੀ ਲੋੜ ਨਹੀਂ ਹੁੰਦੀ, ਕਿਉਂਕਿ ਉਹ ਏਡੇ ਤਕੜੇ ਉਹਨਾਂ 'ਚ ਗੁਣ ਹੁੰਦੇ ਆ ਨਾ। ਉਹਨਾਂ ਨੂੰ ਬਸ ਪਹਿਲੇ ਉਹਨਾਂ ਦਾ ਬਾਇਓਡਾਟਾ ਗਿਆ ਹੁੰਦਾ ਵੀ ਉਹ ਜੀ ਫਲਾਨਾ ਆ ਰਿਹਾ, ਨੂੰ ਇਸ ਜਹਾਜ਼ ਦੀ ਚੜਾਉਣਾ ਕਿਉਂਕਿ ਫਲਾਣੇ ਦਾ ਪ੍ਰੋਬਲਮ ਪਈ ਆ ਜਹਾਜ਼ ਦੀ ਜਾਂ ਫਲਾਣੇ ਮਕੈਨਿਕ ਦੀ, ਉਹਨੂੰ ਲੋੜ ਆ। ਏਦਾਂ ਹੀ ਜਿਹੜੇ ਸ਼ਹੀਦ ਹੁੰਦੇ ਇਹਨਾਂ ਨੂੰ ਕਿਸੇ ਤੋਂ ਆਗਿਆ ਨਹੀਂ ਲੈਣੀ ਪੈਂਦੀ, ਬਸ ਇੱਛਾ ਮ੍ਰਿਤੂ ਜਦੋਂ ਮਰਜ਼ੀ ਜਿੱਥੇ ਮਰਜ਼ੀ ਪ੍ਰਗਟ ਹੋ ਜਾਏ ਤਾਂ ਸਿੱਖ ਕੌਮ ਦੇ ਕੰਮ ਚੱਲਦੇ ਆ। ਤੇ ਤਾਂ ਕਰਕੇ ਸਿੱਖ ਕੌਮ ਸਾਲ ਸਾਹਿਬ ਚੜ੍ਹਦੀ ਕਲਾ ਵਿੱਚ ਜਾਂਦੀ ਆ ਜੀ। ਤੇ ਆਪਾਂ ਬੇਨਤੀ ਕਰਦੇ ਸੀਗੇ ਵੀ ਜਿੱਦਾਂ ਇਹਨਾਂ ਨੂੰ ਦੁਸ਼ਮਣਾਂ ਨੂੰ ਪਤਾ ਨਹੀਂ ਨਾ ਹੁੰਦਾ, ਤੇ ਪਰ ਪਤਾ ਹੋਣਾ ਚਾਹੀਦਾ ਆ ਵੀ ਭਾਈ ਤਾਰੂ ਸਿੰਘ ਕੋਈ ਭਗੌੜਾ ਨੀ ਗਾ, ਕਿਸੇ ਕਿਸਮ ਦਾ ਉੱਤੇ ਨਾਮ ਨਹੀਂ, ਕੋਈ ਉੱਤੇ ਏਦਾਂ ਦਾ ਦੂਸ਼ਣਬਾਜ਼ੀ ਨਹੀਂ ਲੱਗਦੀ। ਇੱਕ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜੋ ਸੰਗਤਾਂ ਨੂੰ ਪ੍ਰਚਾਰ ਸੁਣਾਇਆ ਟੇਪਾਂ ਵਿੱਚ ਮੌਜੂਦ ਆ। ਤੇ ਆਹ ਜਿਹੜੀਆਂ ਮੈਂ 2-4 ਬੇਨਤੀਆਂ ਤੁਹਾਨੂੰ ਕਰਦੀਆਂ, ਇਸ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਦੋਂ ਜੇਲ੍ਹ ਵਿੱਚੋਂ 25 ਦਿਨ ਜੇਲ੍ਹ ਕੱਟ ਕੇ ਆਏ, ਸਾਡੇ ਪਿੰਡ ਦੇ ਲਾਗੇ ਪਿੰਡ ਹੈ ਜੀ ਖਹਿਰਾ ਮੱਝਾ ਜੀ। ਤੇ ਉੱਥੇ ਸੰਤਾਂ ਨੇ ਅਕਤੂਬਰ ਦੇ ਵਿੱਚ ਆਏ ਸੀਗੇ, ਜਦੋਂ ਰਿਹਾ ਹੋ ਕੇ ਤਾਂ ਨਵੰਬਰ 'ਚ ਸ਼ਾਇਦ ਉੱਥੇ ਆਏ। ਤਾਂ ਆਪ ਦਾਸ ਨੇ ਮੈਂ ਟੇਪ ਰਿਕਾਰਡ ਕੀਤੀ ਸੀ ਉਹਨਾਂ ਦੇ ਮੂਹਰੇ ਖਲੋ ਕੇ, ਤੇ ਉਹਨਾਂ ਨੇ ਪ੍ਰਚਾਰ ਕੀਤਾ ਸੀ ਉਸ ਦਿਨ ਭਾਈ ਤਾਰੂ ਸਿੰਘ ਜੀ ਦਾ। ਜਿਹੜੀਆਂ ਮੈਂ 2-4 ਬੇਨਤੀਆਂ ਕਰਨੀਆਂ ਜਿਹੜੀਆਂ ਭਾਈ ਸਾਹਿਬ ਵੀ ਕਰਕੇ ਗਏ ਹੂ ਉਹਨਾਂ ਦੇ ਨਾਲ ਹੀ ਇਹ ਮਤਲਬ ਰਲਦੀਆਂ ਮਿਲਦੀਆਂ ਤੇ ਉਸੇ ਵਿਸ਼ੇ ਨੂੰ ਸਪਸ਼ਟ ਕਰਦੀਆਂ ਆ ਜੀ। ਤੇ ਤਕਰੀਬਨ ਤੁਸੀਂ ਸਾਰਾ ਕੁਝ ਦੱਸ ਹੀ ਦਿੱਤਾ। ਆਪਾਂ 2-4 ਬੇਨਤੀਆਂ ਜਿਹੜੀਆਂ ਮੇਨ ਕਰਕੇ ਤਾਂ ਆਪਾਂ ਸੰਗਤਾਂ ਤੋਂ ਛੁੱਟੀ ਲਵਾਂਗੇ। ਤੇ ਭਾਈ ਤਾਰੂ ਸਿੰਘ ਜੀ ਦਾ ਆਪਾਂ ਨੂੰ ਪਤਾ ਵੀ ਉਹਨਾਂ ਦਾ ਜਨਮ ਪਿੰਡ ਫੂਲੇ ਵਿੱਚ ਹੋਇਆ, ਭਾਈ ਸਾਹਿਬ ਜੀ ਦੱਸ ਗਏ ਆ। ਤੇ ਉਹ ਸਿੱਖਾਂ ਦੀ ਸੇਵਾ ਕਰਦੇ ਹੁੰਦੇ ਸੀਗੇ ਪ੍ਰਸ਼ਾਦੇ ਪਾਣੀ ਦੇ ਨਾਲ। ਸੰਤ ਕਰਤਾਰ ਸਿੰਘ ਜੀ ਕਹਿੰਦੇ ਵੀ ਵੱਡਾ ਟੁਕੜਾ ਭਰ ਕੇ ਤੇ ਜੰਗਲਾਂ ਵਿੱਚ ਲੈ ਜਾਣਾ ਤੇ ਸਿੰਘਾਂ ਨੂੰ ਛਕਾ ਦੇਣਾ। ਤੇ ਇੱਕ ਦਿਨ ਕੀ ਹੋਇਆ ਜੀ, ਜਿਹੜਾ ਅੱਗੇ ਦੱਸ ਚੁੱਕੇ ਆ, ਜਬਰ ਬੇਗ ਨਾ ਪੱਟੀ ਦਾ ਸੂਬੇਦਾਰ ਸੀਗਾ ਤੇ ਰਹੀਮ ਬਖਸ਼ ਮਾਸ਼ੀ ਦੀ ਕੰਨਿਆ ਨੂੰ ਚੁੱਕ ਕੇ ਲੈ ਗਿਆ ਮਹਿਲਾ ਵਿੱਚ। ਤੇ ਉਹਦਾ ਜਿਹੜਾ ਪਿਤਾ ਸੀ, ਜਿੱਦਾਂ ਸਿੰਘ ਸਾਹਿਬ ਨੇ ਬੇਨਤੀ ਕੀਤੀ ਆ ਵੀ ਉਹਨੇ ਪਹੁੰਚ ਕੀਤੀ ਭਾਈ ਤਾਰੂ ਸਿੰਘ ਜੀ ਤੱਕ, ਤੇ ਕਹਿਣ ਲੱਗਾ ਵੀ ਮੇਰੀ ਤਾਂ ਬੱਚੀ ਚੁੱਕ ਕੇ ਲੈ ਗਿਆ। ਤੇ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਸਿੰਘਾਂ ਨਾਲ ਕਹਿੰਦੇ ਤੇਰਾ ਮੇਲ ਮਿਲਾਪ ਆ ਵੀ ਮੇਰੀ ਬੇਨਤੀ ਕਰਕੇ ਵੇਖ ਲਈ। ਇਹ ਪਿਛਲੇ ਸਮਿਆਂ ਵਿੱਚ ਵੀ ਹੁੰਦਾ ਰਿਹਾ, ਜਿਹਨੂੰ ਫਿਰ ਲੋਕ ਗੱਲਾਂ ਛਾਲ ਕੇ ਦੱਸਦੇ ਸਿੰਘਾਂ ਨੇ ਐ ਕਰਤਾ, ਸਿੰਘਾਂ ਨੇ ਉਹਨੂੰ ਕਿਉਂ ਮਾਰਿਆ, ਉਹਨਾਂ ਨੂੰ ਕਿਉਂ, ਵਿੱਚੋਂ ਗੱਲ ਦਾ ਪੂਰਾ ਪਤਾ ਨਹੀਂ ਹੁੰਦਾ। ਇਹ ਆਉਣ ਵਾਲੇ ਸਮੇਂ ਸਾਡਾ ਰਾਜ ਭਾਗ ਹੋਊਗਾ, ਆਜ਼ਾਦ ਹੋਵਾਂਗੇ, ਫਿਰ ਰਾਜ ਦੇ ਵਿੱਚ ਦੱਸਿਆ ਜਾਊਗਾ ਫਲਾਣੇ ਨੂੰ ਕਾਹਤੋਂ, ਫਲਾਣੇ ਨੂੰ ਕਾਹਤੋਂ, ਫਲਾਣੇ ਨੂੰ ਕਾਹਤੋਂ। ਹੁਣ ਝੋਲਾ ਜਿਹਾ ਪਿਆ ਆ, ਜੋ ਮਰਜ਼ੀ ਕੋਈ ਲਿਖੀ ਚਲਿਆ ਜਾਂਦਾ, ਜੋ ਮਰਜ਼ੀ ਸਿੱਖਾਂ ਨੂੰ ਅੱਤਵਾਦੀ ਕਹੀ ਜਾਂਦੇ ਆ ਤੇ ਸਿੱਖਾਂ ਤੇ ਦੂਸ਼ਣਬਾਜ਼ੀ ਕਰੀ ਜਾਂਦੇ ਆ, ਇੱਥੋਂ ਤੱਕ ਗੁਰੂ ਸਾਹਿਬਾਂ ਤੱਕ ਵੀ ਕਰੀ ਜਾਂਦੇ ਆ। ਬਾਕੀ ਸਿੱਖਾਂ ਨੂੰ ਚਲੋ ਬਖਸ਼ਣਾ ਕੀ ਆ ਇਹਨਾਂ ਨੇ ਜੀ। ਤੇ ਜਦੋਂ ਭਾਈ ਤਾਰੂ ਸਿੰਘ ਜੀ ਨਾ ਪ੍ਰਸ਼ਾਦਾ ਛਕਣ ਸ਼ਾਮ ਨੂੰ ਗਏ, ਸੰਤ ਜਰਨੈਲ ਸਿੰਘ ਜੀ ਹੁਣਾਂ ਤੋਂ ਮੈਂ 2 ਵਾਰੀ ਇਹ ਇਤਿਹਾਸ ਸੁਣਿਆ। ਇੱਕ ਲਖਣ ਕੇ ਪੱਡੇ ਪਿੰਡ ਆ ਕਪੂਰਥਲੇ, ਉੱਥੇ ਸੁਣਿਆ ਸੀ ਜਿੱਥੇ ਦਾ ਮੁੰਡਾ ਕਬੱਡੀ ਵਾਲਾ ਗੋਲੀ ਮਾਰ ਕੇ ਮਾਰਿਆ ਸੀ। ਤੇ ਇੱਕ ਸਾਡੇ ਖਹਿਰਾ ਮੱਝਾ ਪਿੰਡ ਆ, ਉੱਥੇ 2 ਵਾਰੀ ਮੈਂ ਇਤਿਹਾਸ ਸੁਣਿਆ।
ਕਹਿਣ ਲੱਗੇ ਭਾਈ ਤਾਰੂ ਸਿੰਘ ਜੀ ਜੰਗਲ ਵਿੱਚ ਗਿਆ ਤੇ ਜਾ ਕੇ ਕਹਿੰਦਾ ਵੀ ਸਿੰਘੋ ਪ੍ਰਸ਼ਾਦੇ ਵਰਤਾ ਦਿੱਤੇ ਆ, ਪ੍ਰਸ਼ਾਦੇ ਵਰਤਾਉਂਦੇ ਉੱਥੇ ਕਿਹੜਾ ਇੰਨਾ ਸਮਾਂ ਹੁੰਦਾ ਜੀ ਸਿੰਘਾਂ ਨੂੰ, ਜੁਝਾਰੂ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ, ਉੱਥੇ ਕਿਤੇ ਇੰਨਾ ਸਮਾਂ ਥੋੜਾ ਹੁੰਦਾ। ਉਹਨਾਂ ਦਾ ਬਾਹਰ ਪ੍ਰਸ਼ਾਦੇ ਵਰਤਾ ਕੇ ਰੱਖ ਕੇ ਜਿੰਨੇ ਕੁ ਸਿੰਘ ਸੀ ਕਹਿੰਦਾ ਸਿੰਘੋ ਵੀ ਪ੍ਰਸ਼ਾਦਾ ਛੇਤੀ ਛਕ ਲਓ, ਅੱਜ ਤੁਹਾਨੂੰ ਇੱਕ ਬੇਨਤੀ ਕਰਨੀ ਹੈ, ਤੁਹਾਡੇ ਕੋਲ ਕੰਮ ਲੈਣਾ। ਉਹ ਜੀ ਇਤਿਹਾਸ ਮਹਾਂਪੁਰਖਾਂ ਨੇ ਜਦੋਂ ਸੁਣਾਇਆ ਨਾ ਵੀ ਬੰਦਾ ਇੱਕ ਵਾਰੀ ਰੌਂਗਟੇ ਖੜੇ ਹੋ ਜਾਂਦੇ। ਕਹਿੰਦੇ ਭਾਈ ਤਾਰੂ ਸਿੰਘ ਜੀ ਪਹਿਲਾਂ ਤੁਸੀਂ ਕੰਮ ਦੱਸੋ। ਕਹਿੰਦੇ ਕੰਮ ਨਹੀਂ ਦੱਸਣਾ, ਪਹਿਲਾਂ ਪ੍ਰਸ਼ਾਦਾ ਛਕ ਲਓ। ਤੇ ਉੱਥੇ ਫੇਰ ਕਹਿੰਦੇ ਬਾਣੀ ਦੀ ਤੁਕ ਪੜੀ, ਕਹਿੰਦੀ ਜੇ ਜੀਵੈ ਪਤ ਲਥੀ ਜਾਏ ਸਭ ਹਰਾਮ ਜੇਤਾ ਛਕਾਏ। ਕਹਿੰਦੇ ਪਹਿਲੋਂ ਗੱਲ ਦੱਸ ਵੀ ਗੱਲ ਸਾਨੂੰ ਪਤਾ ਵੀ ਗੱਲ ਕੋਈ ਏਡੀ ਸੌਖੀ ਨਹੀਂ ਹੋਣੀ, ਵੀ ਤੂੰ ਦੱਸ ਪਹਿਲੋਂ। ਕਹਿੰਦੇ ਰਹੀਮ ਬਖਸ਼ ਮਾਸ਼ੀ ਦੀ ਕੰਨਿਆ ਜਿਹੜੀ ਆ ਜੈਨ ਉਹਦਾ ਨਾਂ ਸ਼ਾਇਦ ਆਇਆ ਇਤਿਹਾਸ ਦੇ ਵਿੱਚ, ਉਹ ਸੁੰਦਰ ਲੜਕੀ ਸੀ, ਉਹਦੀ ਪੁੱਤਰੀ ਤੇ ਜਬਰ ਵੇਗ ਚੁੱਕ ਕੇ ਲੈ ਗਿਆ, ਆਪਣੇ ਜ਼ਬਰਦਸਤੀ ਮਹਿਲਾਂ ਵਿੱਚ ਲੈ ਗਿਆ। ਤੇ ਸਿੱਖਾਂ ਨੇ ਦਾਲਾ ਪ੍ਰਸ਼ਾਦਾ ਪਵਾਉਣ ਤੋਂ ਪਹਿਲਾਂ ਪ੍ਰਸ਼ਾਦੇ ਵਾਪਸ ਕਰਤੇ ਜੀ। ਇਹ ਗੱਲ ਕਹਿੰਦੇ ਆ ਗਲਾ ਭਰ ਜਾਂਦਾ ਬੰਦੇ ਦਾ। ਭੁੱਖੇ ਸਿੰਘ ਤੇ ਉਹਨਾਂ ਦਾ ਜਿਹੜਾ ਜਥੇਦਾਰ ਸੀ ਕਹਿੰਦਾ ਸਿੰਘੋ, ਕਹਿੰਦੇ ਚਲੋ ਰਾਤੋਂ ਰਾਤ ਹੱਲਾ ਬੋਲ ਕੇ ਜੇ ਤਾਂ ਕਹਿੰਦੇ ਉਹਦੀ ਕੰਨਿਆ ਛਡਾਤੀ ਤੇ ਫਿਰ ਆਪਣਾ ਖਾਣਾ ਪੀਣਾ ਜਿਹੜਾ ਉਹ ਸਫਲ ਆ, ਨਹੀਂ ਤੇ ਫਿਰ ਹਰਾਮ ਜੇ ਤੱਕ ਛਕਾਏ ਆ, ਸਭ ਹਰਾਮ ਜੇ ਤੱਕ ਛਕਾਏ ਵਾਲੀ ਗੱਲ ਹੀ ਆ। ਸਿੱਖਾਂ ਨੇ ਪ੍ਰਸ਼ਾਦੇ ਵਾਪਸ ਕਰਤੇ, ਉਹਦੀ ਹਵੇਲੀ ਤੇ ਜਾ ਕੇ ਹੱਲਾ ਬੋਲਿਆ, ਉਹਦਾ ਕਤਲ ਕਰਕੇ ਉਹਨੂੰ ਗੱਡੀ ਚੜਾ ਕੇ ਕੰਨਿਆ ਲਿਆ ਕੇ ਮਾਸੀ ਦੇ ਘਰੇ ਛੱਡੀ। ਤੇ ਅਗਲੇ ਦਿਨ ਫਿਰ ਪੱਟੀ ਦੇ ਸੂਬੇ ਨੇ ਜਿਹੜੇ 10 ਨੰਬਰੀ ਸੀ, ਹੋਰ ਭਾਈ ਤਾਰੂ ਸਿੰਘ ਤੇ ਤੁਹਾਨੂੰ ਸ਼ੱਕ ਨਹੀਂ ਸੀ, ਕਾਰ ਤੋਂ ਨਹੀਂ ਸ਼ੱਕ ਸੀ ਕਿ ਉਹ ਭਗੌੜਾ ਨਹੀਂ, 25 ਸਾਲ ਦਾ ਮੁੰਡਾ ਆਪਣੀ ਗੋਡੀ ਕਰਦਾ, ਖੇਤੀ ਕਰਦਾ, ਨਾ ਬਾਣੀ ਜਪਣ ਵਾਲਾ। ਪਰ ਮਹਾਰਾਜ ਨੇ ਪਹਿਲੋਂ ਹੀ ਇਹ ਇੰਤਜ਼ਾਮ ਕੀਤਾ ਹੁੰਦਾ ਵੀ ਕਿਹਨੂੰ ਕਿਹਦੇ ਥਰੂ ਹਿਸਾਬ ਕਿਤਾਬ ਕਰਾਉਣਾ, ਕਿਹਦੇ ਥਰੂ। ਸਤਵੰਤ ਸਿੰਘ ਬੇਅੰਤ ਸਿੰਘ ਜੀ ਕੋਈ ਕਿਸੇ ਜਥੇਬੰਦੀ ਨੇ ਜਾਂ ਕਿਸੇ ਸੰਪਰਦਾ ਨੇ ਨਹੀਂ ਉੱਥੇ ਫਿੱਟ ਕੀਤੇ ਸੀ ਵੀ ਇੱਥੇ ਰਹੋ ਤੇ ਏਦਾਂ ਕਰ ਦਿਓ। ਉਹ ਪਰਮਾਤਮਾ ਨੇ ਪਹਿਲੋਂ ਹੀ, ਜਦੋਂ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ, ਇਹ ਪ੍ਰਮਾਤਮਾ ਦੀ ਕੋਠੜੀ ਆ। ਜਦੋਂ ਆਪਾਂ ਆਪਣੀ ਕੋਠੀ ਬਣਾਉਂਦੇ ਆ ਉਹਦੇ ਵਿੱਚ ਇਕੱਲੇ ਇਕੱਲੇ ਦਰਵਾਜ਼ੇ ਤੇ ਇਕੱਲੇ ਇਕੱਲੇ ਰੂਮ ਦੇ ਵਿੱਚ ਆਪਾਂ ਫਾਇਰ ਐਕਸਟਿੰਗੁਇਸ਼ਰ ਕਹਿੰਦੇ ਉਹਨੂੰ, ਤੇ ਅੱਗ ਬੁਝਾਊ ਯੰਤਰ ਉਹ ਪਹਿਲੋਂ ਹੀ ਫਿੱਟ ਕਰਨੇ ਪੈਂਦੇ। ਨਕਸ਼ੇ 'ਚ ਲਿਖੇ ਹੁੰਦੇ ਵੀ ਇੱਥੇ ਹੋਣਾ ਚਾਹੀਦਾ, ਅੱਗ ਬੁਝਾਉਣ ਵਾਲਾ ਪਾਣੀ ਵਾਲਾ ਹੋਵੇ ਜਾਂ ਜਿੱਦਾਂ ਦਾ ਮਰਜ਼ੀ ਉਹ ਪੇਪਰਾਂ ਦੀ ਅੱਗ ਦਾ, ਉਹ ਪਹਿਲੋਂ ਇੰਤਜ਼ਾਮ ਕੀਤਾ ਹੁੰਦਾ। ਕਹਿਣ ਤੋਂ ਭਾਵੇਂ ਭਾਈ ਤਾਰੂ ਸਿੰਘ ਵੀ, ਸਤਵੰਤ ਸਿੰਘ, ਬੇਅੰਤ ਸਿੰਘ, ਸੁਖੇ ਜਿੰਦੇ ਤੇ ਭਾਈ ਦਿਲਾਵਰ ਸਿੰਘ ਵਾਂਗ ਪਹਿਲੋਂ ਹੀ ਗੁਰੂ ਕੇ ਪਿਆਰੇ ਫਿੱਟ ਕੀਤੇ ਹੁੰਦੇ ਵੀ ਤੁਸੀਂ ਇੱਥੇ ਹੋਣਾ, ਜਦੋਂ ਇੱਥੇ ਕੋਈ ਅੱਗ ਲੱਗੂਗੀ ਤਾਂ ਉੱਥੇ ਲੈਣ ਫਟ ਜਿਓ, ਫੜ ਕੇ ਤੇ ਅੱਗ ਬੁਝਾ ਦਿਓ। ਤੇ ਭਾਈ ਤਾਰੂ ਸਿੰਘ ਜੀ ਤੇ ਪਹਿਲੋਂ ਹੀ ਕਿਰਪਾ ਸੀਗੀ ਤੇ ਉਹਨੂੰ ਪਤਾ ਜਦੋਂ ਉਹਨੂੰ ਗੱਡੀ ਚੜਾ ਕੇ ਚਲ ਗਏ ਤੇ ਉਹਨਾਂ 10 ਨੰਬਰੀ ਫੜਨੇ ਸ਼ੁਰੂ ਕਰਦੇ। ਤੇ ਭਗਤ ਨਰੰਜਣੀ ਜਿਹਨੂੰ ਜਡਿਆਲੇ ਵਾਲਾ ਜੀ, ਜਿਹੜਾ ਭਾਈ ਹੰਧਾਲ ਦੀ ਕੁਲ ਵਿੱਚੋਂ ਸੀਗੀ, ਕੁਲ ਚ ਵਿਦੇ ਚੋਂ ਸੀਗਾ, ਜੇ ਭਾਈ ਹੰਧਾਲ ਜੀ ਦਾ ਤੁਹਾਨੂੰ ਦੱਸ ਦਿੱਤਾ ਉਹਨਾਂ ਨੇ, ਤੇ ਆਟਾ ਗੁੰਨ ਅੱਗੇ ਨੂੰ ਮੱਥਾ ਟੇਕ ਕੇ ਤੇ ਵਰ ਪ੍ਰਾਪਤ ਕੀਤਾ। ਕਹਿੰਦੇ ਭਾਈ ਹੰਧਾਲ ਜੀ ਤੁਸੀਂ ਏਦਾਂ ਹੀ ਮੱਥਾ ਟੇਕਿਆ ਕਰਿਓ। ਕਹਿੰਦੇ ਠੀਕ ਆ ਜੀ। ਤੇ ਉਹਨਾਂ ਦੀ ਕੁਲ ਦੇ ਵਿੱਚੋਂ ਹੰਧਾਲ ਜੀ ਜਿਹੜੇ ਆ, ਤੇ ਗਾਂ ਇਹਨਾਂ ਦੀ ਕੁਲ ਦੇ ਵਿੱਚੋਂ ਤੇ ਇਹਦੇ ਵਿੱਚੋਂ ਤਲੋਕਾ ਸੀਗਾ, ਜਿਹੜਾ ਜਿਹਨੇ ਬਾਲੇ ਵਾਲੀ ਸਾਖੀ ਇਤਿਹਾਸ ਵਿਗਾੜਿਆ ਸੀ, ਜਿੱਦਾਂ ਅੱਜ ਕੱਲ੍ਹ ਸਾਡੇ ਇਤਿਹਾਸ ਵਿਗਾੜਦੇ ਆ, ਗੁਰਮਤ ਵਿਗਾੜਦੇ ਆ। ਤੇ ਉਹ ਕਹਿਣ ਲੱਗਾ ਜਦੋਂ ਇਹਦੀ ਵਾਰੀ ਆਈ, ਹਰ ਭਗਤ ਨਰੰਜਣੀ ਇਹਦੀ, ਕਹਿੰਦਾ ਅੱਗੇ ਭਾਈ ਸਾਹਿਬ ਦੱਸ ਹੀ ਗਏ, ਉਹ ਕਹਿੰਦੇ ਤੁਸੀਂ ਸਾਨੂੰ ਕੁੱਟੀ ਜਾਂਦੇ ਆ, ਤੁਸੀਂ ਤੁਹਾਨੂੰ ਪਤਾ ਪ੍ਰੋਬਲਮ ਕਿੱਥੇ ਆ? ਕਹਿੰਦੇ ਕਿੱਥੇ ਆ? ਕਹਿੰਦੇ ਪੂਲਿਆਂ ਦਾ ਭਾਈ ਤਾਰੂ ਸਿੰਘ, ਉਹਦੇ ਕੋਲ ਸਿੰਘ ਕਹਿੰਦੇ ਤਾਰੂ ਸਿੰਘ ਪੂਲਿਆਂ, ਜਿਸ ਦੇ ਕੋਲ ਰਹਿਣ ਸਿੰਘ ਸਾਰੇ, ਉਹਦੇ ਕੋਲ ਕਹਿੰਦੇ ਆਉਂਦੇ ਜਾਂਦੇ ਆ, ਕਹਿੰਦੇ ਉਹਦੇ ਥਰੂ ਕੰਮ ਹੋਇਆ, ਪਤਾ ਤਾਂ ਲੱਗ ਹੀ ਜਾਂਦਾ ਜੀ। ਫੇਰ ਪੂਲੇ ਪਿੰਡ ਨੂੰ 100 ਸਿਪਾਹੀ ਦੇ ਨਾਲ ਘੇਰਾ ਪਾਇਆ, ਉੱਥੇ ਜਾ ਕੇ ਭਾਈ ਤਾਰੂ ਸਿੰਘ ਨੂੰ ਪਕੜ ਲਿਆ। ਸਿੱਖਾਂ ਪਿੰਡ ਦੇ ਪਤਵੰਤਿਆਂ ਨੇ ਕਿਹਾ ਵੀ ਇਹ ਤਾਂ ਮੁੰਡਾ ਸਾਡਾ ਕਦੀ ਗਿਆ ਕਿਤੇ ਨਹੀਂ, ਸਿੱਖਾਂ ਦੀ ਜ਼ਰੂਰ ਸੇਵਾ ਕਰਦਾ ਹੋਊਗਾ, ਵੀ ਤੇ ਅਸੀਂ ਨਹੀਂ ਕਹਿੰਦੇ ਵੀ ਸਿੱਖੀ ਦਾ ਫਰਜ਼ ਬਣਦਾ ਆ, ਪਰ ਇਹਦਾ ਕੋਈ ਕਸੂਰ ਨੀਗਾ। ਤੇ ਭਾਈ ਤਾਰੂ ਸਿੰਘ ਨੂੰ ਪਾਸਿਓਂ ਕਹਿਣ ਲੱਗੇ ਮਹਾਰਾਜ ਵੀ ਤੁਹਾਨੂੰ ਛਡਾ ਲਈਏ। ਕਹਿੰਦੇ ਨਹੀਂ, ਕਹਿੰਦੇ ਸਾਰਾ ਇਲਾਕਾ ਬਿਪਤਾ ਦੇ ਮੂੰਹ ਚ ਆ ਜਾਊਗਾ, ਮੇਰੇ ਇਕੱਲੇ ਨਾਲ ਕੀ ਵਿਗੜ ਚੱਲਿਆ, ਫੇਕੀ ਹੋਇਆ ਅੱਗੇ ਪਿਤਾ ਵੀ ਕੁਰਬਾਨ ਹੋ ਗਿਆ, ਤੇ ਚਲੋ ਜੇ ਮੈਂ ਵੀ ਹੋ ਜਾਊਗਾ ਤੇ ਕੋਈ ਗੱਲ ਨਹੀਂ। ਤੇ ਭਾਈ ਤਾਰੂ ਸਿੰਘ ਨੂੰ ਜੀ ਇਹਨਾਂ ਨੇ ਫੜ ਲਿਆ। ਤੇ ਹੁਣ ਆਪਾਂ ਇੱਥੇ ਥੋੜੀ ਜਿਹੀ ਇੱਕ ਵਿਚਾਰ ਕਰਨੀ, ਭਾਈ ਤਾਰੂ ਸਿੰਘ ਕੁਰਬਾਨੀ ਕਰਨ ਲੱਗਾ। ਦੇਖੋ NGO ਚੱਲਦੀਆਂ, ਹਸਪਤਾਲ ਚੱਲਦੇ ਆ, ਸਭ ਕੁਛ ਹੋ ਰਿਹਾ, ਪਰ ਜਿਹੜਾ ਪ੍ਰਸ਼ਾਦਾ ਭਾਈ ਤਾਰੂ ਸਿੰਘ ਨੇ ਛਕਾਤਾ ਉਹਦੇ ਬਰਾਬਰ ਤਾਂ ਕੋਈ ਲੈ ਨਹੀਂ ਸਕਦਾ ਕਦੀ ਵੀ। ਜਿਹੜਾ ਭਾਈ ਕਨਈਆ ਜੀ ਨੇ ਮਤਲਬ ਜਿਹੜੀ ਸੇਵਾ ਕੀਤੀ ਆ, ਉਹ ਕਿੰਨੇ ਹਸਪਤਾਲ ਖੋਲ ਲੈਣ ਸਰਕਾਰ ਦੀ ਸਹਾਇਤਾ ਨਾਲ, ਜੇ ਸਿੱਖਾਂ ਨੂੰ ਲੁੱਟਣ ਵਾਸਤੇ। ਸਾਰੇ ਨਹੀਂ ਲੁੱਟਦੇ ਪਰ ਲੁੱਟਣ ਲਈ ਜ਼ਿਆਦਾ ਖੋਲ ਰਹੇ, ਸਰਕਾਰ ਦੀ ਸੇਵਾ ਜ਼ਿਆਦਾ ਹੋ ਰਹੀ ਆ।
ਤੇ ਉਹ ਭਾਈ ਕਨ੍ਹਈਆ ਜੀ ਵਾਲੀ ਜਿਹੜੀ ਕੁਰਬਾਨੀ ਆ ਜੀ, ਉਹ ਸਥਾਨ ਨਹੀਂ ਲੈ ਸਕਦਾ। ਨਾ ਭਾਈ ਤਾਰੂ ਸਿੰਘ ਦਾ ਭਾਵੇਂ ਜਿੱਡੇ ਮਰਜ਼ੀ ਲੰਗਰ ਲਾਈਓ, ਉਹ ਸਥਾਨ ਪ੍ਰਾਪਤ ਕਰਨਾ ਬਹੁਤ ਔਖਾ। ਓਡੀ ਕੁਰਬਾਨੀ ਜਿੱਥੇ ਜਿੱਥੇ ਭਾਈ ਤਾਰੂ ਸਿੰਘ ਦੀ ਯਾਦ ਬਣੀ ਆ, ਗੁਰੂ ਘਰ ਬਣੇ ਆ, ਫੋਟੋ ਲੱਗੀਆਂ ਅਜਾਇਬ ਘਰਾਂ ਵਿੱਚ, ਉਹ ਸਥਾਨ ਪ੍ਰਾਪਤ ਕਰਨਾ ਜੀ ਸਿੱਖ ਵਾਸਤੇ ਬਹੁਤ ਔਖਾ। ਪਰ ਕੁਰਬਾਨੀ ਵੀ ਦੇਖੋ ਕਿੱਡੀ ਕਰ ਲੱਗਾ। ਜਿਹੜੇ ਭਾਈ ਤਾਰੂ ਸਿੰਘ ਜੀ ਨੂੰ ਫੜ ਕੇ ਲੈ ਗਏ ਤੇ ਜ਼ਕਰੀਆ ਜਿਹੜਾ ਆਪਣੇ ਮੋਹਰੇ ਬਹਾਲ ਕੇ ਭਾਈ ਤਾਰੂ ਸਿੰਘ ਨੂੰ ਕਹਿੰਦਾ, ਜੋ ਸੰਤ ਜਰਨੈਲ ਸਿੰਘ ਹੋਣਾ ਨੇ ਕਿਹਾ, ਕਹਿੰਦੇ ਜ਼ਕਰੀਆ ਕਹਿੰਦਾ ਭਾਈ ਤਾਰੂ ਸਿੰਘ ਤੂੰ ਸਿੱਖਾਂ ਦੀ ਸੇਵਾ ਕੀਤੀ ਆ? ਕਹਿੰਦਾ ਜੀ ਹਾਂ ਕੀਤੀ ਆ। ਕਹਿੰਦੇ ਸੇਵਾ ਛੱਡ ਦੇ। ਕਹਿੰਦੇ ਨਹੀਂ, ਸੇਵਾ ਨਹੀਂ ਛੱਡੂਗਾ ਸਿੱਖਾਂ ਦੀ। ਕਹਿੰਦੇ ਬੜੀਆਂ ਆਉਂਦੀਆਂ। ਕਹਿੰਦੇ ਨਹੀਂ, ਗੁਰਸਿੱਖਾਂ ਦੀ ਸਿੱਖੀ ਦੀ ਸੇਵਾ ਕਰਨ ਵਾਸਤੇ ਜਿੰਨੀਆਂ ਮਰਜ਼ੀ ਤਕਲੀਫਾਂ ਆ ਜਾਣ, ਸਿੱਖ ਦਾ ਫਰਜ਼ ਬਣਦਾ ਆ। ਤੇ ਸਿੱਖੀ ਸਾਨੂੰ ਸਿਖਾਉਂਦੀ ਉਹ। ਜਦੋਂ ਸਿੱਖੀ ਦੀਆਂ 2-4 ਵਾਰੀ ਸਿੱਖਾਂ ਦੀਆਂ ਏਦਾਂ ਗੱਲਾਂ ਕੀਤੀਆਂ, ਕਹਿੰਦਾ ਇਹਨੂੰ ਸਿੱਖੀ ਤੇ ਬੜਾ ਮਾਣ, ਇਹਨੂੰ ਥੋੜਾ ਜਿਹਾ ਸੂਤ ਕਰਕੇ ਲਿਆਓ। ਜਿੱਦਾਂ ਪੁਲਿਸ ਵਾਲੇ ਅੱਜ ਕੱਲ੍ਹ ਵੀ ਕਹਿੰਦੇ ਹੁੰਦੇ ਆ, ਬੋਲਦਾ ਬਹੁਤ ਆ ਉਹ, ਮਤਲਬ ਤੁਸੀਂ ਪੈਂਕੀ ਕੈਟ ਤੋਂ ਵੀ ਦੇਖਿਆ ਹੀ ਆ, ਸੁਣੇ ਆਪਾਂ ਯੂਟਿਊਬਾਂ ਦੇ। ਕਹਿੰਦਾ ਇੱਕ ਵਾਹਿਗੁਰੂ ਹੁੰਦਾ ਸੀਗਾ, ਕਹਿੰਦਾ ਉਹਨੂੰ ਜ਼ੋਰ ਲਾ ਕੇ ਮਰ ਗਿਆ, ਕਹਿੰਦਾ ਉਹਦਾ ਨਾਂ ਹੀ ਵਾਹਿਗੁਰੂ ਪੈ ਗਿਆ। ਕਹਿੰਦਾ ਜਿਹੜੀ ਮਰਜ਼ੀ ਗੱਲ ਪੁੱਛ ਲਿਓ ਉਹਨੇ ਵਾਹਿਗੁਰੂ ਕਹਿਣਾ ਬਸ। ਇੱਕ ਮਿੰਟ ਮੈਂ ਰੋਕ ਰਿਹਾ ਤੁਹਾਨੂੰ। ਇਹ ਦੁਬਾਰਾ ਸਾਰਾ ਇਤਿਹਾਸ ਰਿਪੀਟ ਹੋ ਰਿਹਾ ਜੀ। ਉਹੀ ਮੈਂ ਆਪਾਂ ਗੱਲ ਕਰਦੇ ਵੀ ਜਿਹੜਾ ਪ੍ਰੋਗਰਾਮ ਵੀ ਆਪਾਂ ਬਾਬੇ ਕੇ ਬਾਬਰ ਕੇ, ਤੇ ਸਾਨੂੰ ਕਿ ਪੁੱਛਦੇ ਵੀ ਆ ਤੁਸੀਂ ਬਾਬੇ ਕੇ ਆ ਤਾਂ ਬਾਬਰ ਕੇ ਵਾਲੇ। ਭਾਈ ਵੇਖ ਲਓ, ਬਾਬੇ ਕੇ ਬਾਬਰ ਕੇ ਪਰਖਣ ਦੀ ਕਿਹੜੀ ਇਤਿਹਾਸ ਹੀ ਦੱਸੂਗਾ ਨਾ। ਜਦ ਤੁਸੀਂ ਲੋਕਾਂ ਇਤਿਹਾਸ ਕਹਿੰਦੇ ਸਾਨੂੰ ਸੁਣਨਾ ਨਹੀਂ, ਬੰਦੇ ਦਾ ਲਿਖਿਆ ਆ, ਕਵਿਤਾ ਬੰਦੇ ਦੀਆਂ ਲਿਖੀਆਂ 6-6 ਕੈਮਰੇ ਲਾ ਕੇ ਸੁਣਾ ਸਕਦੇ ਆ ਕਿ ਉਹ ਇਤਿਹਾਸ, ਉਹ ਡਰ ਲੱਗਦਾ ਸਾਨੂੰ, ਆਪ ਨੂੰ ਵੀ ਡਰ ਲੱਗਦਾ। ਦੂਜੀ ਗੱਲ ਭਾਈ ਸਾਹਿਬ ਜੀ, ਮੈਂ ਸੌਰੀ ਮਾਫ ਕਰਨਾ ਵਿੱਚ ਰੋਕ ਰਿਹਾ ਤੁਹਾਨੂੰ। ਕੋਈ ਗੱਲ ਮੈਂ, ਕਿਉਂਕਿ ਤੁਸੀਂ ਮਹਾਂਪੁਰਖਾਂ ਦੀ ਗੱਲ ਕੀਤੀ ਹੈ ਨਾ, ਤੁਸੀਂ ਤਾਂ ਭਾਗਾਂ ਵਾਲਿਆਂ ਨਾਲ ਮਹਾਂਪੁਰਖਾਂ ਦੀ ਕਥਾ ਵੀ ਸੁਣੀ, ਦਰਸ਼ਨ ਵੀ ਕੀਤੇ ਹੋਣਗੇ। ਤੇ ਪਰ ਇੱਕ ਗੱਲ ਪਿਛਲੇ ਕੁਝ ਦਿਨਾਂ ਦਾ ਨਾ ਸੋਸ਼ਲ ਮੀਡੀਆ ਤੇ ਬੜਾ ਚੱਲ ਰਿਹਾ ਜੀ ਟਕਸਾਲ ਵਾਲੇ ਫੇਸਬੁੱਕ ਤੇ ਬੈਠੇ ਰਹਿੰਦੇ, ਫਲਾਨਾ ਕਰਦੇ, ਧਮਕਾਨਾ ਕਰਦੇ। ਭਾਈ ਆ ਜਿਹੜੇ ਅੱਜ ਕੱਲ ਇਨੀ ਆਪਣੇ ਫੇਸਬੁੱਕ ਬਣਾ ਕੇ YouTube, ਇਹ ਤਾਂ ਹੁਣ ਬਣੀਆਂ 5-10 ਸਾਲਾਂ ਦੀਆਂ। ਭਾਈ ਸਾਹਿਬ ਜੀ ਉਹਦੇ ਬਾਰੇ ਜ਼ਰੂਰ ਦੱਸੋ। ਬਾਬਾ ਗੁਰਬਚਨ ਸਿੰਘ ਜੀ ਉਹਨਾਂ ਦੇ ਤੁਸੀਂ ਬਹੁਤ ਟਰੈਕ ਚਲਾਉਂਦੇ ਹੁੰਦੇ ਆ ਜੀ, ਉਹਨਾਂ ਦੇ ਕਲਿੱਪ ਬਣਾ ਕੇ। ਉਹਨਾਂ ਨੂੰ ਕਿੰਨੇ ਸਾਲ ਹੋ ਗਏ ਜੀ? ਦੇਖ ਲਓ ਉਹ ਜਿਹੜੀਆਂ ਉਹਨਾਂ ਦੀ ਰਿਕਾਰਡਿੰਗ ਹੋਈ ਹੋਵੇ, ਟਕਸਾਲ ਜਿਹੜੀ ਦਮਦਮੀ ਟਕਸਾਲ ਫਾਰਵਰਡ ਚੱਲ ਰਹੀ ਆ। ਇਹ ਨਾ ਸੋਚੋ ਵੀ ਇਹਨੂੰ ਕੁਝ ਪਤਾ ਨਹੀਂ, ਕਿਉਂਕਿ ਪਿੱਛੇ ਮੈਂ ਭਾਈ ਸਾਹਿਬ ਮੇਰੀ ਬੇਨਤੀ ਕਰਕੇ ਤੁਸੀਂ ਇਹ ਦੁਬਾਰਾ ਰਿਪੀਟ ਜ਼ਰੂਰ ਕਰਿਓ। ਇਹ ਲੋਕ ਪਹਿਲਾਂ ਕਹਿੰਦੇ ਹੁੰਦੇ ਸੀ ਟਕਸਾਲ ਦੇ ਕੋਲ, ਦਮਦਮੀ ਟਕਸਾਲ ਦੇ ਕੋਲ 6-7 ਤੋਂ ਪੜਿਆ ਬੰਦਾ ਨਹੀਂ ਕੋਈ ਹੈਗਾ। ਹਾਂਜੀ, ਅੱਜ ਉੱਥੇ ਵੇਖੋ ਪੰਜਾਬੀ ਪੜ੍ਹਾਈ ਜਿਹੜੀ ਕਿੱਥੇ ਤਾਈਂ ਆ, ਉੱਥੋਂ ਫਸਟ ਡਿਵੀਜ਼ਨ ਬੱਚੇ ਪਾਸ ਹੋ ਰਹੇ ਨੇ। ਜੇ ਕੱਲ ਵਿਚਾਰ ਦੇ ਲਈ ਆ ਤੇ ਸ਼ਾਸਤਰ ਤੇ ਸ਼ਾਸਤਰ ਦੀ ਲੋੜ ਆ, ਉੱਥੇ ਵੀ ਉਹ ਪੂਰਾ ਆਪਣਾ ਮਹਾਰਾਜ ਦੀ ਕਿਰਪਾ ਨਾਲ ਤਤਪਰ ਰਹਿੰਦੇ ਨੇ। ਹਾਂਜੀ, ਜੇਕਰ ਅੱਜ ਸੋਸ਼ਲ ਮੀਡੀਆ ਜਿਹੜਾ ਤੁਸੀਂ ਹਥਿਆਰ ਬਣਾਇਆ, ਤੁਸੀਂ ਇੱਕ ਪਾਸੇ ਉਹ ਕਿਉਂ ਨਾ ਬਣਾਉਣ? ਉਸ ਟਕਸਾਲ ਤਾਂ ਮੇਰਾ ਖਿਆਲ ਨਹੀਂ ਬਾਬਾ ਜੀ ਉਸ ਸਮੇਂ ਹੋਰ ਕੋਈ ਸੰਪਰਦਾਵਾਂ ਸਾਰੀਆਂ ਦਾ ਸਤਿਕਾਰ ਆ, ਪਰ ਮੈਨੂੰ ਨਹੀਂ ਲੱਗਦਾ ਜਿਹੜੇ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਉਦੋਂ ਦੀਆਂ ਟੇਪਾਂ ਤੇ ਦੇਖੋ ਅੱਜ ਵੀ ਚੱਲਦੀਆਂ, ਤੇ ਉਹ ਪੂਰੀ ਜੀ ਮੋਹਰ ਲਾ ਦਿੰਦੇ ਆ, ਭਾਵੇਂ ਕੋਈ ਜਿੰਨਾ ਮਰਜ਼ੀ ਆਪਣੇ ਆਪ ਨੂੰ ਕਹਿੰਦਾ ਕਹਾਉਂਦਾ ਹੋਵੇ। ਉਹਨਾਂ ਬਾਰੇ ਜ਼ਰੂਰ ਦੱਸਣਾ ਅੱਜ ਇਸ ਮਾਧਿਅਮ ਰਾਹੀਂ, ਕਿਉਂਕਿ ਤੁਸੀਂ ਗੱਲ ਕੀਤੀ ਹੈ ਨਾ। ਇਹ ਕਿਉਂ ਮੈਂ ਪਿਛਲੇ ਦਿਨਾਂ ਦਾ ਦੇਖ ਰਿਹਾ ਜੀ, ਟਕਸਾਲ ਦੀ ਕੱਲੀ ਫੇਸਬੁੱਕ ਤੇ ਜੁੜ ਗਏ। ਭਾਈ ਕੱਲੀ ਫੇਸਬੁੱਕ ਤੇ ਨਹੀਂ ਹੈਗੀ, ਉਹ ਹਰ ਇੱਕ ਚੀਜ਼ ਤੇ ਪਹਿਰਾ ਦੇ ਰਹੀ ਹੈ ਜੀ। ਬਿਲਕੁਲ ਜੀ। ਉਹ ਜਿਹੜੀ ਭਾਈ ਸਾਹਿਬ ਤੁਸੀਂ ਗੱਲ ਕੀਤੀ ਇਤਿਹਾਸ ਦੀ, ਪਹਿਲੋਂ ਤੇ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਜਦੋਂ ਦੀ ਦੁਨੀਆ ਬਣੀ ਆ ਜੀ, ਆਪਾਂ ਉਦੋਂ ਦੇ ਹੀ ਤੁਰੇ ਆਉਂਦੇ ਆ, ਜਦੋਂ ਦੀ ਵੀ ਦੁਨੀਆ ਬਣੀ ਆ, ਕਿਉਂਕਿ ਆਪਣੀ ਪੈਕਿੰਗ ਬਦਲ ਜਾਂਦੀ ਆ। ਕੋਈ ਆਪਣੇ ਸ਼ਹਿਆ ਬਣ ਗਿਆ, ਕੋਈ ਕੁੱਤਾ ਬਣ ਗਿਆ, ਕੋਈ ਬਿੱਲਾ ਬਣ ਗਿਆ, ਕੋਈ ਠੂਹਾ ਬਣ ਗਿਆ, ਕੋਈ ਸਿੱਖ ਬਣ ਗਿਆ। ਤੇ ਗੁਰੂ ਸਾਹਿਬ ਦਾ ਆਪਾਂ ਨੂੰ ਬਚਨ ਆ ਵੀ ਜਿਹੜਾ ਮੇਰਾ ਸਿੱਖ ਕਿਸੇ ਕਾਰਨ ਮੁਕਤੀ 10ਵੇਂ ਪਾਤਸ਼ਾਹ ਕਹਿੰਦੇ ਨਾ ਵੀ ਪ੍ਰਾਪਤ ਕਰ ਸਕਿਆ, 10,000 ਸਾਲ ਤੱਕ ਸਿੱਖੀ ਵਿੱਚ ਜਨਮ ਦੇਵਾਂਗੇ। ਜਿੱਦਾਂ ਜਿਹਨੇ ਲਰਨਿੰਗ ਲਾਇਸੈਂਸ ਬਣਾਇਆ ਹੁੰਦਾ ਨਾ ਸਿੱਖਣ ਵਾਸਤੇ, ਉਹਦੀ ਮੇਰਾ ਖਿਆਲ ਸ਼ਾਇਦ ਸਾਡੇ 50 ਸਾਲ ਕਰੇ 30 ਏਦਾਂ ਸ਼ਾਇਦ ਉਹਦੀ ਮਨਿਆਦ ਹੈ ਵੀ ਉਹ 50 ਸਾਲ ਤੱਕ ਸਿੱਖੀ ਜਾਵੇ। ਇੱਕ ਸਾਡੀ ਬੀਬੀ ਸੀਗੀ ਗੋਰੀ ਬ੍ਰਿਟਿਸ਼, ਉਹ 77 GH 'ਚ ਪਾਸ ਕੀਤੀ ਸੀ। ਉਹਦੀ ਫੋਟੋ ਆਈ ਸੀ, ਕਹਿੰਦੀ ਮੈਂ 50 ਸਾਲ ਮੈਨੂੰ ਹੋ ਗਏ ਸਿੱਖ ਦੀ ਨੂੰ, ਪਰ ਮੈਂ ਕਹਿੰਦੀ ਪਾਸ ਕਰਕੇ ਹੀ ਹਟੀ ਆ। ਕਹਿਣ ਤੋਂ ਭਾਵ ਉਹ ਸਿੱਖਿਆ ਆ ਸਾਨੂੰ ਇਤਿਹਾਸ ਦੀ ਵੀ ਲੋੜ ਆ। ਉਹੋ ਹੀ ਦੁਨੀਆ ਤੁਰੀ ਆਉਂਦੀ, ਉਹੋ ਹੀ ਬਾਬੇ ਕੇ ਆ, ਉਹੋ ਹੀ ਬਾਬਰ ਕੇ ਆ। ਇਹਦੇ ਵਿੱਚ ਆਪਾਂ ਪਛਾਣ ਕਰਨੀ। ਠੀਕ ਹੈ, ਆਪਣਾ ਨਾਂ ਨਹੀਂ ਆਉਣਾ ਕਿਸੇ ਦਾ, ਪਿਰਥੀ ਚੰਦ ਨਾਂ ਨਹੀਂ ਆਉਣਾ,
ਆਪਣਾ ਕਹਿ ਲਓ ਸ਼ਬੇਗ ਸਿੰਘ ਜਾਂ ਜਬਰ ਬੇਗ ਜਾਂ ਜੈਨਬ, ਤੇ ਕੰਮ ਉਹੀ ਚੱਲ ਰਿਹਾ। ਜੇ ਉਦੋਂ ਜੈਨਬ ਨੂੰ ਚੁੱਕ ਕੇ ਲੈ ਗਿਆ ਸੀ, ਅੱਜ ਵੀ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਆ ਦੁਸ਼ਮਣ ਜਿਹੜੇ ਆ ਆਪਣੀਆਂ ਹੋਈਆਂ ਜਾਂ ਦੁਨੀਆ ਤੋਂ ਆਪਾਂ ਨੂੰ ਪਤਾ, ਕਦੀ ਦਿੱਲੀ ਦੇ ਵਿੱਚ ਰੇਪ ਹੋ ਗਿਆ, ਗੈਂਗ ਰੇਪ ਹੋ ਗਿਆ, ਕਦੀ ਉਹੀ ਕੰਮ ਚੱਲਦੇ ਆ। ਸਿਰਫ ਉਹਨਾਂ ਨੂੰ ਜਦੋਂ ਕੋਈ ਸਜ਼ਾ ਦਿੰਦਾ ਤੇ ਫਿਰ ਉਹਨਾਂ ਨੂੰ ਕਹਿੰਦੇ ਅੱਤਵਾਦੀ। ਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਵੇਲੇ ਆਪਾਂ ਨੂੰ ਪਤਾ ਵੀ ਕਿੰਨੀਆਂ ਬੀਬੀਆਂ, ਜੇ ਕੋਈ ਇੱਕ ਹੁੰਦਾ ਸੀ ਪਿੰਡ ਬੱਲਾ ਜ਼ਿਲ੍ਹਾ ਜਲੰਧਰ, ਉੱਥੇ ਦਾ ਬੰਦਾ ਡਬਈ 'ਚ ਰਹਿੰਦਾ ਸੀਗਾ ਤੇ ਉਹ ਪ੍ਰਿੰਸੀਪਲ ਸੀਗੀ ਕਿਸੇ ਕੰਨਿਆ ਕਾਲਜ ਦੀ, ਖਰੇ ਪਤਾ ਨਹੀਂ ਜਲੰਧਰ ਦੀ, ਤੇ ਉਹਦੇ ਨਾਲ ਰਲ ਕੇ ਕੁੜੀਆਂ 2 ਬਾਹਰ ਕੋਈ ਲੈ ਗਿਆ ਤੇ ਸੰਤਾਂ ਤੋਂ ਨਾਲੇ ਮਾਫੀ ਮੰਗੀ। ਸੰਤਾਂ ਨੇ ਇੱਕੋ ਹੀ ਬਿਆਨ ਦਿੱਤਾ ਸੀ ਤੇ ਮੇਰਾ ਖਿਆਲ ਹੈ ਵੀ 3 ਘੰਟਿਆਂ 'ਚ ਇੱਕਦਮ ਪਤਾ ਲੱਗ ਗਿਆ ਸੀ ਬਾਬਾ ਜੀ ਕੱਲ ਨੂੰ ਕੁੜੀਆਂ ਪਹੁੰਚ ਜਾਣਗੀਆਂ। ਏਦਾਂ ਦਾ ਕੰਮ ਮਹਾਂਪੁਰ ਕਰਦੇ ਰਹੇ ਆ। ਤੇ ਫਿਰ ਉਸ ਸਮੇਂ ਇੱਕ ਹਿੰਦੂਆਂ ਦੀ ਕੁੜੀ ਵੀ ਛਡਾਈ, ਉਹਦਾ ਆਮ ਇਤਿਹਾਸ ਆਪਣੇ ਸਾਹਮਣੇ ਹੁੰਦਾ। ਤੇ ਦੂਜੀ ਜਿਹੜੀ ਕਰਦੇ ਆ ਵੀ ਫੇਸਬੁੱਕ ਤੇ ਨਹੀਂ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨੇ 1930 ਤੋਂ ਕਥਾ ਆਰੰਭ ਕੀਤੀ ਆ ਤੇ 1969 ਤੱਕ ਜਿਹੜੀ ਕਥਾ ਕਰਦੇ ਰਹੇ ਆ, ਤਕਰੀਬਨ 40 ਸਾਲ ਕਹਿ ਲਓ, 35 ਸਾਲ 40 ਸਾਲ ਕਥਾ ਕੀਤੀ ਆ। ਤੇ ਉਹ ਦੇਖ ਲਓ ਕਿੰਨੀ ਪੁਰਾਣੀ ਕਥਾ। ਅੱਜ ਵੀ ਅਸੀਂ ਕਹਿੰਦੇ ਆ ਵੀ ਮਾਇਆ ਵੀ ਦੇਣ ਨੂੰ ਤਿਆਰ ਆ, ਕੋਈ ਟੈਲੀਵਿਜ਼ਨ ਵਾਲਾ ਲਾਉਣ ਨੂੰ ਤਿਆਰ ਨਹੀਂ, ਕਿਉਂਕਿ ਉਹ ਕਥਾ ਇੰਨੀ ਭਾਰੀ ਆ। ਉਹ ਪਰਛੇ ਇਹੋ ਜਿਹੇ ਖੋਲਦੀ ਆ, ਪਰਤਾਂ ਇਹੋ ਜਿਹੀਆਂ ਖੋਲਦੀਆਂ। ਜਿਹੜੇ ਪਿਛਲੇ ਸਾਲ ਮੰਗਲਾਂ ਦਾ ਝਗੜਾ ਕਰਦੇ ਸੀ, ਕੋਈ ਬਾਣੀ ਦਾ ਕਰਦੇ ਸੀ, ਕੋਈ ਭਗਤ ਬਾਣੀ ਦਾ ਕਰਦੇ ਸੀ, ਕੋਈ ਕਿਸੇ ਤਰ੍ਹਾਂ ਦਾ ਭੁਲੇਖਾ ਪਾਉਂਦੇ ਸੀ, ਕੋਈ ਮੋਰਚਿਆਂ ਸੰਬੰਧੀ ਲੋਕਾਂ ਨਾਲ ਹੇਰਾਫੇਰੀਆਂ ਕਰਦੇ ਸੀ, ਜਿੱਦਾਂ ਅੱਜ ਕਰਦੇ ਆ ਵੀ ਮੋਰਚਾ ਲਾ ਲਓ ਜੀ, ਲੋਕਾਂ ਨੂੰ ਮਗਰ ਬਰਗਲਾ ਲਓ ਜੀ, ਟਿਕਟਾਂ ਦੇ ਦਿਓ ਜੀ। ਉਸ ਸਮੇਂ ਦੇ ਪਖੰਡੀ ਲੋਕਾਂ ਦੇ ਡੇਰੇ ਜਿਹੜੇ ਅੱਜ ਵੀ ਚੱਲਦੇ ਆ, ਦੇਖਣ ਨੂੰ ਉਹ ਸਿੱਖ ਲੱਗਦੇ ਆ, ਉਹਨਾਂ ਦੀਆਂ ਵੀ ਪਰਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਥਾ ਦੇ ਵਿੱਚ ਆ ਵੀ ਫਲਾਣੇ ਸਾਧ ਨੇ ਕਿੱਦਾਂ ਕੀਤੀ, ਜਦੋਂ ਫਲਾਨਾ ਸਾਧ ਚੜ੍ਹਾਈ ਕਰ ਗਿਆ ਤੇ ਉਹਦੇ ਜਿਹੜਾ ਸੋਨਾ ਕਿੱਦਾਂ ਵੰਡਿਆ ਗਿਆ, ਉਹਦੇ ਘਰਦਿਆਂ ਨੇ ਕੀ ਕੀਤਾ। ਏਦਾਂ ਮਤਲਬ ਕਹਿਣ ਤੋਂ ਭਾਵ ਉਹ ਕਥਾ ਲਾਉਣ ਨੂੰ ਤਿਆਰ ਨਹੀਂ। ਕਿਉਂ ਨਹੀਂ ਲਿਆਉਣ ਨੂੰ ਤਿਆਰ? ਉਹ ਇੰਨੀ ਚੁੱਭਦੀ ਆ, ਇੰਨੀ ਕਰੜੀ ਆ, ਇੰਨੀ ਪ੍ਰਭਾਵਸ਼ਾਲੀ ਆ। ਤੇ ਅੱਜ ਕੱਲ ਟਕਸਾਲੀ ਚੁੱਭਦੇ ਆ ਨਾ, ਤੇ ਚੁੱਭਦੇ ਉਦੋਂ ਹੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਇਹ ਕਹਿਣ ਦੀ ਕਿਸੇ ਨੂੰ ਲੋੜ ਨੀ ਗੀ। ਆਪਾਂ ਭਾਈ ਤਾਰੂ ਸਿੰਘ ਤੇ ਆਈ ਆਪਾਂ 21 ਮਿੰਟ ਹੋ ਗਏ ਆ ਵੀ ਇਹ ਇਤਿਹਾਸ ਨੂੰ ਚੇਤੇ ਰੱਖਣਾ ਚਾਹੀਦਾ। ਅਸੀਂ ਨੀ ਕਹਿੰਦੇ, ਅਸੀਂ ਕੋਈ ਇਹਦਾ ਕੋਈ ਮੁੱਲ ਥੋੜ੍ਹਾ ਵੱਟਦੇ ਆ ਵੀ ਸਾਡਾ ਇਤਿਹਾਸ ਅਸੀਂ ਜਿਹੜਾ ਸੁਣਾ ਰਹੇ ਆ ਵੀ ਤੁਸੀਂ ਇਹਦਾ ਸਾਨੂੰ ਮੁੱਲ ਦਿਓ। ਅਸੀਂ ਕਹਿੰਦੇ ਤੁਸੀਂ ਰਸਤਾ ਆਪਣਾ ਕਲੀਅਰ ਰੱਖੋ, ਦੁਸ਼ਮਣ ਵੀ ਇਹ ਇਤਿਹਾਸ ਨੂੰ ਸੁਣੇ। ਜਿਹੜਾ ਕੋਈ ਕਹਿ ਲਓ ਪੱਟੀ ਦਾ ਸੂਬੇਦਾਰ ਆ ਜਿੱਦਾਂ, ਜਿਹੜੇ ਉਹ ਵੀ ਇਹ ਇਤਿਹਾਸ ਨੂੰ ਸੁਣ ਲੈਣ। ਤੇ ਦੂਜੇ ਭਾਈ ਸ਼ਵੇਗ ਸਿੰਘ ਜੀ ਨੇ ਜੋ ਸੇਵਾ ਕੀਤੀ ਆ ਉਹ ਵੀ ਇਤਿਹਾਸ ਨੂੰ ਸੁਣ ਲੈਣ, ਉਹਨਾਂ ਨੂੰ ਸੇਵਾ ਕਰਨ ਦਾ ਵੀ ਮੌਕਾ ਆ। ਤੇ ਜਿਹੜੇ ਭਗਤ ਨਿਰੰਜਨੀਏ ਗੁਰੂ ਜੰਡਿਆਲੇ ਵਾਲੇ, ਜਿਹੜੇ ਹਰ ਭਗਤ ਨਿਰੰਜਨੀਏ ਜਿਹੜੇ ਜੰਡਿਆਲੇ ਵਾਲੇ ਆ, ਉਹ ਵੀ ਇਹ ਇਤਿਹਾਸ ਨੂੰ ਸੁਣ ਲੈਣ। ਤੇ ਭਾਈ ਤਾਰੂ ਸਿੰਘ ਤਾਂ ਤਕਰੀਬਨ ਮਹਾਰਾਜ ਦੀ ਕਿਰਪਾ ਨਾਲ ਸਿੱਖ ਹੈਗੇ ਆ, ਬਣਦੇ ਹੀ ਆ, ਕਿਉਂਕਿ ਉਹਨਾਂ ਤੋਂ ਗੌਰਮੈਂਟ ਧੱਕੇ ਨਾਲ ਹੀ ਕਿਸੇ ਦੇ ਬੰਦ ਕਰ ਦਿੱਤਾ। ਭਾਈ ਗੁਰਦੇਵ ਸਿੰਘ ਦੇਬੂ ਧੀਰਪੁਰ ਦਾ, ਜਿਹਦੇ ਨਾਲ ਸਿੰਘ ਦਾਸ ਨੂੰ ਵਿਚਰਨ ਦਾ ਮੌਕਾ ਮਿਲਿਆ ਆ, ਤੇ ਜਿੰਨਾ ਉੱਤੇ ਤਸ਼ੱਦਦ ਹੋਇਆ ਉਹ ਮੂੰਹੋਂ ਬੋਲਦੀਆਂ ਤਸਵੀਰਾਂ ਆ, ਕੋਈ ਸ਼ੱਕ ਵਾਲੀ ਤਾਂ ਗੱਲ ਹੈ ਨੀ ਗੀ, ਹੈ ਨਾ ਜੀ। ਤੇ ਇਸ ਕਰਕੇ ਸਾਰੇ ਹੀ ਆਪਾਂ ਪਾਤਰ ਆ। ਜੇ ਆਪਾਂ ਗੱਲਾਂ ਬਾਤਾਂ ਸੁਣਾਉਂਦੇ ਆ, ਕਿਸੇ ਨੂੰ ਬੇਨਤੀਆਂ ਕਰਦੇ ਆ, ਅਸੀਂ ਆਪਣਾ ਜਿੰਨਾ ਘੱਟ ਤੋਂ ਘੱਟ ਫਰਜ਼ ਨਿਭਾਉਂਦੇ ਉਹ ਨਿਭਾ ਰਹੇ ਆ, ਤੇ ਉਹਨਾਂ ਪ੍ਰਵਾਨ ਕਰਨਾ ਚਾਹੀਦਾ। ਤੇ ਕਿਸੇ ਇਤਿਹਾਸ ਤੇ ਸ਼ੱਕ ਨਹੀਂ ਕਰਨੀ ਚਾਹੀਦੀ। ਉਹੋ ਹੀ ਦੁਨੀਆ ਆ। ਅੱਜ ਵੀ ਜਦੋਂ ਕਾਰਾਂ ਭੱਜ ਜਾਂਦੀਆਂ, ਸਕ੍ਰਿਪ 'ਚ ਰਲ ਜਾਂਦੀਆਂ, ਜਿਹੜਾ ਸਿਲਵਰ ਆ ਉਹ ਵੱਖਰਾ ਹੋ ਜਾਂਦਾ, ਪਲਾਸਟਿਕ ਵੱਖਰੀ ਹੋ ਜਾਂਦੀ ਆ, ਤੇ ਜਿਹੜਾ ਤਾਂਬਾ ਹੁੰਦਾ ਵੱਖਰਾ ਹੋ ਜਾਂਦਾ, ਕੱਚ ਵੱਖਰਾ ਹੋ ਜਾਂਦਾ, ਤੇ ਉਹਨੂੰ ਢਾਲ ਕੇ ਰੀਸਾਈਕਲ ਕਰਕੇ ਫਿਰ ਲੈ ਆਉਂਦੇ ਆ, ਉਹਦੀਆਂ ਚੀਜ਼ਾਂ ਬਣ ਜਾਂਦੀਆਂ। ਫਿਰ ਏਦਾਂ ਹੀ ਪਰਮਾਤਮਾ ਚੋਂ ਆਪਾਂ ਤੁਰੇ ਰਹਿਣਾ। ਏਦਾਂ ਹੀ ਕਿਸੇ ਨੇ ਕੁਛ ਬਣ ਜਾਣਾ, ਕਿਸੇ ਨੇ ਕੁਛ ਬਣ ਜਾਣਾ। ਗੁਰਬਾਣੀ ਮੁਤਾਬਕ ਇਹੋ ਆਪਾਂ ਨੂੰ ਜੂਨਾਂ ਵੀ ਮਿਲਣੀਆਂ ਆ ਵੀ ਹਿਸਾਬ ਕਿਤਾਬ ਜਿਹੜਾ ਮੂਲੇ ਖੱਤਰੀਆਂ ਦਾ ਆਪਣਾ ਹੋਣਾ ਹੀ ਹੋਣਾ। ਜੇ ਕੋਈ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਸਮਝੇ ਕਿ ਨਹੀਂ? ਇਹ ਗੁਰੂ ਦੀ ਕਸੌਟੀ ਤੇ ਨਿਕਲ ਕੇ ਆਪਾਂ ਨੂੰ ਪਰਖ ਦੇ ਵਿੱਚੋਂ ਪਾਸ ਹੋਣਾ ਹੀ ਪੈਣਾ ਆ। ਆਪਾਂ ਅੱਗੇ ਬੇਨਤੀ ਕਰਦੇ ਨੇ, ਇਹ ਤੋਂ ਬਚਣਾ ਬਹੁਤ ਔਖਾ ਆ ਜੀ। ਅੱਛਾ ਜੀ, ਭਾਈ ਤਾਰੂ ਸਿੰਘ, ਆਪਾਂ ਉੱਥੇ ਆਈਏ। ਭਾਈ ਤਾਰੂ ਸਿੰਘ ਜੀ ਨੂੰ ਜ਼ਕਰੀਆ ਕਹਿਣ ਲੱਗਾ, ਕਹਿੰਦਾ ਤੂੰ ਇਹਨੂੰ ਠੀਕ ਸੂਤ ਕਰਕੇ ਲਿਆਓ ਥੋੜਾ ਜਿਹਾ। ਕਹਿੰਦੇ ਬੋਲਦਾ ਬਹੁਤ, ਕਹਿੰਦਾ ਮੈਂ ਸਿੱਖੀ ਦੀ ਸੇਵਾ ਕਰਦਾ ਬਹੁਤ। ਤੇ ਇਹਨੂੰ ਚਰਖੜੀ ਤੇ ਚਾੜ ਕੇ ਲਿਆਂਦਾ ਨਾ, ਜਦੋਂ ਦੰਦੇ ਖੁੱਬੇ ਤੇ ਖੋਲ ਕੇ ਲਿਆ ਕੇ ਤੇ ਭਾਈ ਤਾਰੂ ਸਿੰਘ ਜੀ ਨੂੰ ਲਿਆ ਕੇ ਸਿੱਟ ਦਿੱਤਾ ਜ਼ਕਰੀ ਦੇ ਸਾਹਮਣੇ। ਤੇ ਕਹਿੰਦਾ ਭਾਈ ਤਾਰੂ ਸਿੰਘ ਨੂੰ, ਕਹਿੰਦਾ ਵੀ ਉੱਠ ਕੇ ਬਹਿ, ਕਹਿੰਦਾ
ਭਾਈ ਤਾਰੂ ਸਿੰਘ ਜੀ ਉੱਠ ਕੇ ਬਹਿ ਗਏ। ਕਹਿੰਦਾ ਵੀ ਕਿੱਦਾਂ ਆਇਆ ਮਜ਼ਾ? ਕਹਿੰਦੇ ਹਾਂ ਬਹੁਤ ਆਇਆ। ਕਹਿੰਦਾ ਚਰਖੜੀ ਦੇ ਕਹਿੰਦੇ ਜੇ ਤੂੰ ਵੀ ਚੜ ਕੇ ਦੇਖੇ ਤੈਨੂੰ ਪਤਾ ਲੱਗ ਜਵੇ। ਤੇ ਕਹਿੰਦਾ ਤਾਂ ਹੁਣ ਸੇਵਾ ਛੱਡੇਗਾ? ਕਹਿੰਦਾ ਬਿਲਕੁਲ ਨਹੀਂ ਛੱਡੂਗਾ। ਕਹਿੰਦੇ ਸਿੱਖ ਆ, ਸਿੱਖ ਦੀ ਸੇਵਾ ਨਹੀਂ ਛੱਡਦੇ। ਕਹਿੰਦੇ ਲਿਆਓ ਇਹਦੇ ਕੇਸ ਕੱਟੋ। ਕਹਿੰਦੇ ਲਿਆ ਕੇ ਕਹਿੰਦੇ ਵੀ ਇਹਨੂੰ ਸਜਦਾ ਸਿੱਖੀ ਤੇ ਮਾਨ ਕਰਦਾ, ਮੈਂ ਤੈਨੂੰ ਸਿੱਖ ਹੀ ਨਹੀਂ ਰਹਿਣ ਦੇਣਾ। ਫਿਰ ਉਹਨੇ ਭਾਈ ਤਾਰੂ ਸਿੰਘ ਜੀ ਨੇ ਸੰਤ ਕਹਿੰਦੇ ਅਰਦਾਸ ਕੀਤੀ। ਕਹਿੰਦੇ ਮਹਾਰਾਜ ਵੀ ਮੈਂ ਏਦਾਂ ਕਰੂਪ ਨਾ ਹੋ ਕੇ ਜਾਵਾਂ, ਕੇਸ ਸਿੱਖੀ ਮੇਰੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ। ਆਪਾਂ ਅਰਦਾਸ 'ਚ ਵੀ ਪੜ੍ਹਦੇ ਹਾਂ। ਅਰਦਾਸ ਕੀਤੀ ਵੀ ਜਦੋਂ ਤੁਹਾਨੂੰ ਪਤਾ ਚਰਖੜੀ ਦੇ ਗੇੜੇ ਦਿੰਦੇ ਰਹੇ ਖੂਨ ਦੇ ਫੁਆਰੇ ਨੌਜਵਾਨ ਦੇ ਵਿੱਚੋਂ ਜਿੱਦਾਂ ਨਿਕਲਦੇ ਰਹੇ। ਉਹ ਚਰਖੜੀ ਦੇ ਨਾਲ ਜਿੱਦਾਂ ਗੋਲ ਚਰਖੜੀ ਹੁੰਦੀ ਆ ਤੇ ਉਹਦੇ ਤੇ ਬੰਨਿਆ ਸੀ ਨਾ ਪੈਰਾਂ ਤੋਂ ਲੈ ਕੇ ਹੱਥਾਂ ਤੱਕ ਦੇ, ਤਾਂ ਜਿਹੜਾ ਖੂਨ ਚ ਹੁੰਦਾ ਸੀ ਜੋ ਵਾਲਾਂ ਵਿੱਚ ਜੰਮੀ ਜਾਂਦਾ ਸੀ। ਤੇ ਇਹ ਗੱਲ ਸ਼ਾਮ ਦੀ ਆ। ਅਗਲੇ ਦਿਨ ਜਦੋਂ ਸਵੇਰੇ ਚੁੱਕ ਕੇ ਲਿਆਂਦਾ ਉਹ ਖੂਨ ਜਿਹੜਾ ਜੰਮ ਕੇ ਕੇਸਾਂ ਦਾ ਗੁੱਛਾ ਬਣ ਚੁੱਕਾ ਸੀ। ਮਹਾਰਾਜ ਦੀ ਕਿਰਪਾ ਹੋਈ, ਲੈਂਟਰ ਵਾਂਗ ਹੋਇਆ ਸੀ। ਜਦੋਂ ਉਹਨੇ ਕੈਂਚੀ ਮਾਰੀ ਤੇ ਉਹ ਕੇਸ ਕੱਟ ਨਹੀਂ ਰਹੀ ਕੈਂਚੀ। ਗੁਰੂ ਦੀ ਕਿਰਪਾ ਨਾਲ ਭਾਵੇਂ ਨਾ ਵੀ ਖੂਨ ਨਿਕਲਿਆ ਹੁੰਦਾ, ਗੁਰੂ ਸਾਹਿਬ ਤਾਂ ਵੀ ਕਰਾਮਾਤ ਸ਼ਕਤੀ ਕਰ ਸਕਦੇ ਸੀ। ਤੇ ਉਹ ਕੇਸ ਭਾਈ ਸਾਹਿਬ ਦੇ ਕੱਟ ਨਹੀਂ ਹੋਏ। ਤੇ ਤੁਹਾਨੂੰ ਪਤਾ ਵੀ ਦੁਸ਼ਮਣਾਂ ਕੋ ਕੋਈ ਇੰਨਾ ਸਮਾਂ ਨਹੀਂ ਹੁੰਦਾ। ਤੇ ਉਹ ਆਕੜਦੇ ਉਹਨਾਂ ਨੇ ਇਹ ਥੋੜ੍ਹਾ ਦੇਖਣਾ ਹੀ ਸਿੱਖ ਪਈ ਉਹਨਾਂ ਨੂੰ ਕਿਹੜਾ ਭਾਈ ਤਾਰੂ ਸਿੰਘ ਦੇ ਨਾਲ ਕੋਈ ਲਿਹਾਜ਼ ਸੀਗਾ। ਉਹ ਕਹਿਣ ਲੱਗੇ ਲਿਆਓ ਮੋਚੀ ਨੂੰ। ਕਹਿੰਦੇ ਜਦੋਂ ਉਹਦੀ ਅਰਦਾਸ ਪੂਰੀ ਹੋਈ ਭਾਈ ਤਾਰੂ ਸਿੰਘ ਨੇ ਜਕਾਰਾ ਛੱਡਿਆ। ਕਹਿੰਦਾ ਮਹਾਰਾਜ ਦੀ ਕਿਰਪਾ ਹੋਈ, ਸੱਚੇ ਪਾਤਸ਼ਾਹ ਤੁਹਾਡਾ ਧੰਨਵਾਦ। ਫੇਰ ਕਹਿੰਦਾ ਮੋਚੀ ਸੱਦੋ। ਮੋਚੀ ਆਪਾਂ ਨੂੰ ਸਿੱਖਾਂ ਨੇ ਦੇਖਿਆ ਉਹਨਾਂ ਨੂੰ ਚਿਚਲ ਕਹਿੰਦੇ ਇੰਗਲਿਸ਼ ਵਿੱਚ, ਪਤਾ ਨਹੀਂ ਕੁਛ ਏਦਾਂ। ਉਹ ਲਾ ਕੇ ਨਾ ਰੰਬੀ ਮਾਰ ਕੇ ਆਲੇ ਦੁਆਲੇ ਟੱਕ ਲਾ ਕੇ ਤੇ ਉਹਦੀ ਖੋਪਰੀ ਸਣੇ ਕੇਸ ਲਾ ਕੇ ਉਹ ਮਾਰੇ। ਤੇ ਜਦੋਂ ਕਹਿੰਦੇ ਵੀ ਜਦੋਂ ਕਹਿਣ ਲੱਗਾ ਮੈਂ ਤੇਰੀ ਧਰਮ ਇੱਕ ਖੋਪਰੀ ਲਾ ਦੇਣੀ ਆ ਤੇ ਤੂੰ ਕੀ ਕਰੇਗਾ? ਭਾਈ ਤਾਰੂ ਸਿੰਘ ਕਹਿੰਦੇ ਦੇਖ ਅਰਦਾਸ ਮੇਰੀ ਪੂਰੀ ਹੋਈ ਆ, ਕੇਸ ਮੇਰੇ ਕੱਟੇ ਨਹੀਂ ਗਏ, ਧਰਮ ਮੇਰੇ ਤੂੰ ਨਾਸ ਨਹੀਂ ਕਰ ਸਕਦਾ, ਸਰੀਰ ਨਾਸਵੰਤ ਆ। ਪਰ ਕਹਿੰਦੇ ਜੇ ਮੈਂ ਗੁਰੂ ਦਾ ਸਹੀ ਸਿੱਖ ਹੋਇਆ, 10ਵੇਂ ਪਾਤਸ਼ਾਹ ਦਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਿਮਰਤਾ ਦੇ ਬਚਨ ਸੰਤ ਕਹਿੰਦੇ ਕਰ ਰਿਹਾ ਭਾਈ ਤਾਰੂ ਸਿੰਘ। ਕਹਿੰਦੇ ਵੀ ਤੈਨੂੰ ਜੁੱਤੀ ਨਾ ਪਹਿਲੋਂ ਪਰਲੋਕ ਨੂੰ ਭੇਜ ਕੇ ਆਪ ਬਾਅਦ ਦੇ ਵਿੱਚ ਜਾਊਂਗਾ। ਕਹਿੰਦੇ ਜਾ ਮੇਰਾ ਵੀ ਇਹ ਬਚਨ ਹੋਇਆ ਆ। ਹੁਣ ਇੱਥੇ ਇੱਕ 2 ਮਿੰਟ ਆਪਾਂ ਬਾਹਰ ਜਾਣਾ। ਇੱਥੇ ਜੀ ਮੈਂ ਇੱਕ ਕੀਰਤਨੀਆ ਆ, ਨਾਂ ਹੈਗਾ ਭਾਈ ਜਸਵੀਰ ਸਿੰਘ ਪੌਂਟਾ ਸਾਹਿਬ ਵਾਲਾ ਜੀ। ਸਾਰਿਆਂ ਨੇ ਆਵਾਜ਼ ਬਹੁਤ ਸੋਹਣੀ ਆ, ਬਹੁਤ ਸੋਹਣਾ ਬੋਲਦਾ ਉਹ ਸ਼ਬਦ। ਤੇ ਉਹ ਇੰਗਲੈਂਡ 'ਚ ਆਇਆ, ਸ਼ਾਇਦ 2 ਜਾਂ 3 ਸਾਲ ਹੋਏ ਹੋਣੇ। ਪ੍ਰੈਸਟਨ ਸਾਡੇ ਇੱਕ ਟਾਊਨ ਆ ਬਹੁਤ ਵੱਡਾ ਨਾਰਥ ਦੇ ਵਿੱਚ, ਉੱਥੇ ਸਿੱਖ ਚੈਨਲ ਤੇ ਲਾਈਵ ਪ੍ਰੋਗਰਾਮ ਆ ਰਿਹਾ ਸੀ। ਮੈਂ ਆਪ ਸੁਣਿਆ। ਉੱਥੇ ਪਤਾ ਕੀ ਕਹਿੰਦਾ, ਦੇਖੋ ਮੈਂ ਨਾਲ ਆਪਾਂ ਇਹ ਵੀ ਬੇਨਤੀ ਕਰਨੀ, ਇਤਿਹਾਸ ਸਾਡੇ ਜਿਹੜੇ ਇਤਿਹਾਸ ਭਾਈ ਹੰਧਾਲ ਦੀ ਕੁੱਲ ਵਾਂਗ ਨਾ ਦੂਜੇ ਤਰਲੋਕੇ ਵਾਂਗ ਵਿਗਾੜਦੇ ਆ, ਤੇ ਉਹਨਾਂ ਦਾ ਵੀ ਆਪਾਂ ਧਿਆਨ ਰੱਖਣਾ ਨਾਲ। ਉਹ ਪਤਾ ਕੀ ਕਹਿ ਰਿਹਾ ਜੀ ਲਾਈਵ ਟੈਲੀਵਿਜ਼ਨ ਤੇ? ਕਹਿੰਦਾ ਕਿ ਭਾਈ ਤਾਰੂ ਸਿੰਘ ਨੂੰ ਜ਼ਕਰੀਆ ਕਹਿਣ ਲੱਗਾ, ਭਾਈ ਤਾਰੂ ਸਿੰਘ ਜੀ ਮੈਂ ਸੁਣਿਆ ਕਿ ਸਿੱਖ ਦਾਨੀ ਬਹੁਤ ਆ। ਕਹਿੰਦਾ ਹਾਂਜੀ ਦਾਨੀ ਵੀ ਹੈਗੇ ਆ। ਤੇ ਕਹਿੰਦੇ 2 ਵਾਰੀ ਪੁੱਛਿਆ ਤੇ ਤੀਜੀ ਵਾਰੀ ਪੁੱਛ ਕੇ ਕਹਿੰਦਾ ਭਾਈ ਤਾਰੂ ਸਿੰਘ ਸੱਚੀ ਸਿੱਖ ਬਹੁਤ ਦਾਨੀ ਆ? ਦਾਨੀ ਆ? ਹਾਂਜੀ ਕਹਿੰਦੇ ਦਾਨੀ ਆ। ਕਹਿੰਦੇ ਵੀ ਮੈਨੂੰ ਆਖੇ ਕੇਸ ਦਾਨ ਕਰ ਦੇ। ਹਾਏ ਭਾਈ ਤਾਰੂ ਸਿੰਘ ਜੀ ਕਹਿਣ ਲੱਗਾ ਕਿ ਕੇਸ ਤੇ ਮੈਂ ਤੈਨੂੰ ਦੇ ਨਹੀਂ ਸਕਦਾ, ਤੂੰ ਮੇਰੀ ਇਹ ਖੋਪਰੀ ਲਾ ਲਾ, ਕਿਉਂਕਿ ਇਸ ਦਾ ਸਿੱਖੀ ਸਵਾਸਿਆਂ ਨਾਲ ਨਿਭਣੀ ਚਾਹੀਦੀ ਆ, ਤੂੰ ਖੋਪਰੀ ਲਾ ਲਾ। ਦੱਸੋ ਇਤਿਹਾਸ ਕਿੱਧਰ ਨੂੰ ਜਾ ਰਿਹਾ? ਕੀ ਉਹ ਬੰਦਾ ਕੀ ਸਿੱਖਣਾ ਚਾਹੁੰਦਾ? ਦੱਸੋ ਪਹਿਲੋਂ। ਭਾਈ ਤਾਰੂ ਸਿੰਘ ਦੀ ਛਿੱਤਰਾਂ ਦੇ ਨਾਲ ਉਹ ਮਰ ਰਿਹਾ ਆ, ਦੁਨੀਆ ਦਾ ਇਤਿਹਾਸ ਆ। ਤੇ ਜੇ ਉਹਨੇ ਦਾਨ ਕੀਤਾ ਸੀ ਤੇ ਆਪਾਂ ਛਿੱਤਰ ਮਾਰਨ ਦੇ ਹੱਕਦਾਰ ਆ। ਹੁਣ ਆਪਾਂ ਜਿਹਨਾਂ ਨੂੰ ਦਾਨ ਦਿੰਦੇ ਉਹਦੇ ਛਿੱਤਰ ਮਾਰ ਸਕਦੇ ਆ? ਆਪਾਂ ਕਿਸੇ ਨੂੰ ਕਹੀਏ ਬਾਬਾ ਜੀ ਆ ਤੁਹਾਨੂੰ ਦਾਨ ਦਿੱਤੀ ਚੀਜ਼ ਆ, ਤੁਹਾਨੂੰ ਆਹ ਦੇਤੀ, ਦਾਨ ਦੇ ਕੇ ਛਿੱਤਰ ਮਾਰਨੇ ਕਿੱਥੋਂ ਦੀ ਸਿੱਖੀ ਆ? ਹੋ ਸਕਦਾ ਕਦੀ? ਪਰ ਇਹ ਲੋਕ ਜਿਹੜੇ ਆ ਪ੍ਰੋਫੈਸਰਾਂ, ਪ੍ਰਿੰਸੀਪਲਾਂ, ਘਨਿੰਗਮ ਹੋਰ ਏਦਾਂ ਟੁੱਟਿਆਂ ਫੁੱਟਿਆਂ ਦਾ ਇਤਿਹਾਸ ਸੁਣਾਈ ਜਾਣਗੇ। ਇੱਥੇ ਮੈਂ ਹੁਣ ਇੱਕ ਬੇਨਤੀ ਨਾਲ ਹੀ ਕਰਦਾ, ਫਿਰ ਵਿਸਰ ਨਾ ਜਾਵੇ। ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਚਨ ਆ। ਮੇਰੇ ਕੋਲ ਇੱਕ ਹੁਣੇ ਆ ਟਰੈਕ ਸੁਣਿਆ ਸੀ, ਉਹਦੇ 10 ਮਿੰਟ ਤੇ ਜਿਹੜੇ ਪਿੱਛੇ ਰਹਿੰਦਾ ਉੱਥੋਂ ਜਾ ਕੇ ਸੁਣਿਓ। ਸੰਤ ਕਹਿਣ ਲੱਗੇ ਕਿੱਡੀ ਸ਼ਰਮ ਵਾਲੀ ਗੱਲ ਆ ਵੀ ਸਾਡੇ ਸਿੱਖ ਇਤਿਹਾਸ ਸੁਣਾਉਣਗੇ। ਘਨਿੰਗਮ ਆ ਕਹਿੰਦਾ, ਆਬੂ ਧਰਾਨੀ ਆ ਕਹਿੰਦਾ, ਲਾਲਾ ਦੋਖਤਰਾਏ ਆ ਕਹਿੰਦਾ, ਫਲਾਣੇ ਦੇਸ਼ ਦੀ ਗੋਰੀ ਆ ਲਿਖਦੀ ਆ, ਕੇਐਸ ਬਰਾੜ, ਉਹਨਾਂ ਨੇ ਸੰਤਾਂ ਨੇ ਨਹੀਂ ਕਿਹਾ ਪਰ ਮੈਂ ਆਪਣੇ ਕੋਲੋਂ ਕਹਿੰਦਾ, ਆਪੇ ਕੇਐਸ ਬਰਾੜ ਦੀ ਬੁੱਕ 'ਚ ਆ ਲਿਖਿਆ ਆ। ਕਹਿੰਦੇ ਕਿੱਡੀ ਸ਼ਰਮ ਵਾਲੀ ਗੱਲ ਆ, ਸਾਡੇ ਪਿਤਾ ਦਾ, ਸਾਡੇ ਭਰਾਵਾਂ ਦਾ ਇਤਿਹਾਸ ਜਿਹੜਾ ਅਸੀਂ ਲੋਕਾਂ ਤੋਂ ਪੁੱਛੀਏ, ਲੋਕੀ ਸਾਨੂੰ ਦੱਸਣ, ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਇਹ ਗੱਲ ਅੱਜ ਕੱਲ੍ਹ ਸਾਡੇ ਪ੍ਰੋਫੈਸਰ ਹੋਰ ਏਦਾਂ ਦੇ ਬਿਨਾਂ ਮਤਲਬ ਤੋਂ ਜੋ ਮਰਜ਼ੀ ਕਰੀ ਜਾਂਦੇ ਆ, ਕਿਉਂਕਿ ਲਾਲਾ ਦੌਲਤ ਰਾਏ ਦੀ ਬੁੱਕ ਪੜ੍ਹ ਲਿਓ, ਹਮ ਹਿੰਦੂ ਨਹੀਂ ਹਾਂ,
ਉਹਦੇ ਵਿੱਚ ਦਸਮ ਦੀ ਬਾਣੀ ਬਾਰੇ ਪੜ੍ਹ ਲਿਓ ਤੇ ਸੰਤ 10ਵੇਂ ਪਾਤਸ਼ਾਹ ਦੇ ਮਹਿਲਾਂ ਬਾਰੇ ਪੜ੍ਹ ਲਿਓ, ਤੁਹਾਨੂੰ ਪਤਾ ਲੱਗ ਜੂਗਾ ਕੀ ਆ। ਲੋਕਾਂ ਨੂੰ ਪੜ੍ਹਨਾ ਹੈ ਨਹੀਂਗਾ, ਉਧਰ ਦੇਖਣਾ ਹਿੰਦੂ ਨੇ ਬੁੱਕ ਲਿਖੀ ਜੀ, ਬਈ ਕਮਾਲ ਦੀ ਗੱਲ ਇਹ ਜੀ ਬਰਾੜ ਨੇ ਲਿਖੀ ਜੀ, ਤੇ ਬਰਾੜ ਜੋ ਗੱਲਾਂ ਲਿਖਦੇ ਉਹਨਾਂ ਦੇ ਪੜ੍ਹ ਕੇ ਸੁਣਾਈਏ ਤਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਜਿਹੜੇ ਠੀਕ ਹੈ ਉਹਦੇ ਵਿੱਚ ਗੱਲਾਂ ਜਿਹੜੀਆਂ ਆਖੀਆਂ ਸ਼ਰਧਾ ਵਾਸਤੇ, ਉਹ ਲੱਡੂਆਂ 'ਚ ਜ਼ਹਿਰ ਪਾਈ ਆ। ਆਪਾਂ ਇਹ ਨਹੀਂ ਦੇਖਣਾ ਲੱਡੂ ਬਹੁਤ ਸੋਹਣੇ, ਰੰਗ ਬੜਾ ਸੋਹਣਾ ਹੈ ਤੇ ਖਾ ਲਓ, ਆਪਣੇ ਬੱਚਿਆਂ ਨੂੰ ਖਿਲਾ ਦਿਓ ਤੇ ਮੁੜ ਕੇ ਜ਼ਹਿਰ ਨਾ ਮਰੋ। ਉਹਦੇ ਵਿੱਚ ਉਹ ਸਿੱਧ ਇਹ ਕਰਦਾ ਆ, ਸਿਫਤਾਂ ਕਰਕੇ, ਜਿੱਦਾਂ ਆਪਣੇ ਸਿਫਤਾਂ ਕਰਦਾ ਸੀ ਨਜੂਮੀ, ਜਿਹੜਾ ਚੰਦੂ ਪੈਸੇ ਦੇ ਕੇ ਨਜੂਮੀ ਕੋਲੋਂ ਸਿਫਤਾਂ ਕਰਦਾ 6ਵੇਂ ਪਾਤਸ਼ਾਹ ਨੂੰ ਮਾਰਨ ਵਾਸਤੇ, ਖਤਮ ਕਰਨ ਵਾਸਤੇ, ਕਿਉਂਕਿ ਚੰਦੂ ਨੂੰ ਗੁਰੂ ਸਾਹਿਬ ਨੇ ਨੱਕ 'ਚ ਨਕੀਲ ਪਾ ਕੇ ਮਾਰਨਾ। ਤੇ ਜਿਹੜਾ ਬਰਾੜ ਇਹ ਸਿੱਧ ਇਹ ਕਰਨਾ ਚਾਹੁੰਦਾ ਆ ਵੀ ਏਦਾਂ ਦੇ ਬੰਦੇ ਸਾਡੀ ਫੌਜ ਦੇ ਵਿੱਚ, ਹੁਣ ਅਸੀਂ ਦੇਸ਼ ਜਿੱਤ ਸਕਦੇ ਕਰ ਸਕਦੇ, ਸਾਨੂੰ ਬਾਹਲੀ ਫੌਜ ਦੀ ਲੋੜ ਨਹੀਂ। ਸਿਫਤਾਂ ਕਿਉਂ ਕਰਦਾ ਵੀ ਭਿੰਡਰਾਂ ਵਾਲਾ ਤੇ ਨਾਲ ਦੇ ਸਾਥੀ ਇੰਨੇ ਦੇਸ਼ ਲਈ ਖਤਰਨਾਕ ਘਾਤਕ ਸੀਗੇ, ਮਤਲਬ ਆਪਣੇ ਹੱਕ ਲੈਣ ਵਾਸਤੇ ਇੰਨੇ ਦ੍ਰਿੜ ਸੀ, ਬਜੈਦ ਸੀਗੇ, ਇੰਨੇ ਸੂਰਮੇ ਸੀਗੇ ਵੀ ਉਹਨਾਂ ਨੂੰ ਮਾਰਨਾ ਬਹੁਤ ਜ਼ਰੂਰੀ ਸੀ। ਲੋਕਾਂ ਨੂੰ ਸਾਡੇ ਨੂੰ ਪਤਾ ਨਹੀਂ, ਉਹਦੀਆਂ ਗੱਲਾਂ 2-4 ਇੱਧਰੋਂ ਲਈਆਂ ਉੱਧਰੋਂ ਲਈਆਂ ਏਦਾਂ, ਤੇ ਉਹੋ ਹੀ ਸਾਡੇ ਆਪਾਂ ਫੇਰ ਆਈਏ ਭਾਈ ਜਸਵੀਰ ਸਿੰਘ ਪੌਂਟਾ ਸਾਹਿਬ ਵਾਲਾ, ਆਹ ਇਤਿਹਾਸ ਸੁਣਾਉਂਦੇ ਆ ਜੀ ਸਾਡੇ। ਤੇ ਇੱਕ ਸਾਡੇ ਇੱਥੇ ਰੇਡੀਓ ਚੱਲਦਾ ਪੰਜਾਬ ਰੇਡੀਓ, ਉਹਦੇ ਵਿੱਚ ਇੱਕ ਡਾਕਟਰ ਆ, ਉਹਦਾ ਨਾਂ ਹੈਗਾ ਆ ਜਗਬੀਰ, ਉਹ ਸੁਣਾਉਣ ਡਿਆ, ਕਹਿੰਦਾ ਜੀ ਭਾਈ ਤਾਰੂ ਸਿੰਘ ਨਾ ਜਿਹਲੇ ਜ਼ਕਰੀਆ ਕਹਿਣ ਲੱਗਾ ਮੈਂ ਤੇਰੇ ਕੇਸ ਕੱਟ ਦਿੰਦੇ ਆ, ਤੇ ਉਹਨੇ ਭਾਈ ਤਾਰੂ ਸਿੰਘ ਜੀ ਨੇ ਜੀ ਏਦਾਂ ਸਿਰ ਮਾਰਿਆ, ਜਿੱਦਾਂ ਆਪਾਂ ਢੁੱਡ ਮਾਰੀ ਉਹਦੇ, ਜਦੋਂ ਢੁੱਡ ਮਾਰੀ ਭਾਈ ਜ਼ਕਰੀਆ ਥੋੜ੍ਹਾ ਪਰਾਂ ਹੋ ਗਿਆ, ਉਹਨਾਂ ਦੇ ਉਹ ਗਾਂ ਖਰੇ ਕੁਰਸੀ 'ਚ ਲੱਗ ਗਿਆ ਸਿਰ, ਉੱਥੋਂ ਜੀ ਮਾੜਾ ਜਿਹਾ ਖੂਨ ਨਿਕਲਿਆ ਸੀ। ਮੈਂ ਨਾਂ ਲੈ ਕੇ ਗੱਲ ਕਰ ਰਿਹਾ, ਮੈਂ ਝੂਠਾ ਨਹੀਂ ਬੋਲਦਾ। ਇਹ ਏਦਾਂ ਦਾ ਇਤਿਹਾਸ ਲਿਖ ਕੇ ਸਾਡੇ 'ਚ ਪੇਸ਼ ਕਰਦੇ, ਪਤਾ ਨਹੀਂ ਇਹ ਕੀ ਕੱਢਣਾ ਚਾਹੁੰਦੇ ਆ। ਉਹ ਸਾਡਾ ਇਤਿਹਾਸ ਸੀਨੇ ਬਸੀਨੇ ਗੁਰਮੁਖ ਪਿਆਰਿਆਂ ਨੇ ਸੁਣਾਇਆ, ਸਾਨੂੰ ਉੱਥੇ ਪੱਕੇ ਰਹਿਣਾ ਚਾਹੀਦਾ। ਕਿੰਨੇ ਮਹਾਂਪੁਰਖ ਹੋਏ ਆ, ਉਹਨਾਂ ਨੇ ਕਲੀਅਰੈਂਸ ਤੇ ਜ਼ਰੂਰ ਮਹਾਂਪੁਰਖ ਕੀਤੀ ਆ ਵੀ ਇਤਿਹਾਸ ਦੇ ਵਿੱਚ ਕਿੰਨੇ ਬੰਦੇ ਹੋਏ ਆ, ਤਾਂ ਕਿ ਭੁਲੇਖਾ ਨਾ ਪਵੇ ਕਿਤੇ। ਪਰ ਉਹਨਾਂ ਨੇ ਇਹ ਕਿਹਾ ਵੀ ਜੀ ਕਨਿੰਗਮ ਆਹ ਕਹਿੰਦਾ, ਫਲਾਨਾ ਆਹ ਕਹਿੰਦਾ ਜੀ, ਆਬੂ ਤਰਾਨੀ ਆਹ ਕਹਿੰਦਾ। ਉਹ ਮਹਾਂਪੁਰਖਾਂ ਦੇ ਵਜਰੇ ਤੁਸੀਂ ਆਬੂ ਤਰਾਨੀ ਨੂੰ ਘੜੀਸੀ ਫਿਰਦੇ ਆ ਵਿੱਚ, ਹਨਾ ਜੀ। ਤੁਹਾਡੇ ਜਿੱਥੇ ਮੇਨ ਗਵਾਹੀਆਂ ਦੇਣੀਆਂ, ਕਿਤੇ ਥੋੜੀ ਜਿਹੀ ਗਵਾਹੀ ਦੇ ਦਿਓ ਵੀ ਹਾਂ ਉਹਨੇ ਵੀ ਚੰਗੀ ਗੱਲ ਲਿਖੀ ਆ, ਪਰ ਜ਼ਰੂਰੀ ਸਾਡੇ ਕੋਲ ਆਪਣੇ ਦਾ ਇਤਿਹਾਸ ਹੀ ਬਹੁਤ ਜ਼ਿਆਦਾ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ। ਤੇ ਮੈਂ ਬੇਨਤੀ ਮੈਂ ਇਸ ਕਰਕੇ ਕੀਤੀ ਆ ਵੀ ਅੱਜ ਜਸਵੀਰ ਸਿੰਘ ਪੌਂਟਾ ਸਾਹਿਬ ਵਾਲੇ ਨੇ ਜਦੋਂ ਮਰਜ਼ੀ ਪੁੱਛ ਲਓ, ਇੱਥੇ ਜਥੇਬੰਦੀਆਂ ਸੰਸਥਾਵਾਂ ਉਹਨਾਂ ਨੂੰ ਸੱਦਦੀਆਂ। ਜੇ ਮੈਂ ਝੂਠ ਬੋਲਦਾ ਹਾਂ, ਪ੍ਰੈਸਟਨ ਇਲਾਕਾ ਸਿੱਖ ਚੈਨਲ ਤੇ ਸਾਲ 2 ਤੋਂ ਜ਼ਿਆਦਾ ਹੋ ਗਏ, 3 ਹੋ ਗਏ ਹੁਣ ਸ਼ਾਇਦ, ਲਾਈਵ ਸੁਣਿਆ ਮੈਂ ਆਪ, ਤੇ ਰੇਡੀਓ ਤੇ ਵੀ ਸੁਣਿਆ, ਤੇ ਬੰਦੇ ਸਾਰੇ ਜਿਉਂਦੇ ਹੀ ਆ। ਕਹਿਣ ਤੋਂ ਭਾਵ ਇਹ ਸਾਡਾ ਇਤਿਹਾਸ ਖਰਾਬ ਕਰਦੇ ਆ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਕਹਿੰਦੇ ਜੇ ਮੈਂ ਸਹੀ ਗੁਰੂ ਦਾ ਸਿੱਖ ਹੋਇਆ ਤੇ ਕਹਿੰਦੇ ਜੁੱਤੀ ਨਾ ਲਾ ਕੇ ਮੋਹਰੇ ਤੈਨੂੰ ਲੈ ਕੇ ਜਾਊਂਗਾ ਤੇ ਫਿਰ ਆਪ ਜਾਊਂਗਾ ਗੁਰੂ ਦੇ ਚਰਨਾਂ ਵਿੱਚ। ਕਹਿੰਦੇ ਇਹ ਵੀ ਮੇਰਾ ਵੀ ਵਚਨ ਰਿਹਾ। ਚਲੋ ਆਪਾਂ ਗੱਲ ਨਿਬੇੜੀਏ। ਤੇ ਭਾਈ ਸਾਹਿਬ ਨੂੰ ਸਿੱਟ ਦਿੱਤਾ ਜਾ ਕੇ ਖਾਈ ਦੇ ਵਿੱਚ, ਤੇ ਉਧਰ ਜ਼ਕਰੀਏ ਨੂੰ ਪੈ ਗਿਆ ਜੀ ਬੰਨ। ਜਦੋਂ ਜ਼ਕਰੀਏ ਨੂੰ ਬੰਨ ਪੈ ਗਿਆ ਤੇ ਫਿਰ ਤੁਹਾਨੂੰ ਪਤਾ ਜਦੋਂ ਬੰਦਾ ਦੁਖੀ ਹੋਵੇ ਤੇ ਫਿਰ ਸਾਰੇ ਪਤਾ ਲੈਣ ਆਉਂਦੇ ਵੀ ਜ਼ਕਰੀਏ ਦਾ ਕੀ ਗੱਲ ਹੋਈ। ਫਿਰ ਇੱਕ ਫਕਰ ਕਹਿਣ ਲੱਗਾ, ਕਹਿੰਦੇ ਉਹਨਾਂ ਦਾ ਹੀ ਬੰਦਾ ਕਹਿਣ ਲੱਗਾ, ਉਹ ਕਹਿੰਦਾ ਮੈਨੂੰ ਪਤਾ ਆ ਵੀ ਤੂੰ ਜਿਹੜੇ ਕੰਮ ਕਰਦਾ ਫਿਰਦਾ ਨਾ ਪੁੱਠੇ, ਕਹਿੰਦਾ ਤੂੰ ਕਿਸੇ ਮਹਾਂਪੁਰਖ ਨੂੰ, ਕਿਸੇ ਸੰਤ ਨੂੰ, ਕਿਸੇ ਸਿੱਖ ਨੂੰ ਸਤਾਇਆ, ਕਹਿੰਦੇ ਤਾਂ ਕਰਕੇ ਤੇਰੀ ਬਿਪਤਾ ਆਈ ਆ। ਕਿਉਂਕਿ ਤੁਸੀਂ ਛੰਦ ਲਾਇਆ ਸੀ ਸਾਡਾ ਜਿਹੜਾ ਬੋਲਿਆ ਨਾ ਵਿੱਚ ਦੇ ਥੱਕੇ ਦਵਾਈਆਂ ਨੂੰ ਨਹੀਂ ਦਵਾ ਆਰਾਮ ਪਹੁੰਚਾਉਂਦੀ, ਵੀ ਬਹੁਤ ਦਵਾਈਆਂ ਦੁਈਆਂ ਕਰਦਾ ਰਿਹਾ। ਤੇ ਫਿਰ ਇੱਕ ਫਕਰ ਕਹਿਣ ਲੱਗਾ, ਕਰੀਏ ਜੋ ਸਿਖੜਾ ਚਾਹਵੇ। ਕਹਿੰਦਾ ਜੋ ਸਿੱਖ ਨੇ ਕਿਹਾ ਉਹ ਬਚਨਾਂ ਤੇ ਪੱਕਾ ਹੋ ਜਾ, ਉਹਦੀ ਗੱਲ ਮੰਨ ਲਾ। ਜੇ ਛਿੱਤਰ ਵੀ ਖਾਣੇ ਪੈਂਦੇ ਤੇਰਾ ਬਚਾਅ ਹੋ ਜਾਊਗਾ, ਪੇਸ਼ੀ ਕਰਾ ਲਾ, ਗਾਤੀ ਮੰਨ ਲਾ, ਭੁੱਲ ਮੰਨ ਜਾ, ਤੂੰ ਬੇਅਦਬੀ ਕੀਤੀ ਆ ਸਿੱਖ ਦੀ, ਉਹਦੇ ਕੇਸਾਂ ਦੀ ਕੀਤੀ ਆ, ਉਹਦੀ ਖੋਪਰੀ ਲਾਈ ਆ। ਤੇ ਮਹਾਰਾਜ ਦੀ ਕਿਰਪਾ ਦੇ ਨਾਲ ਉਹਨੂੰ ਥੋੜੀ ਜਿਹੀ ਅਕਲ ਆਈ। ਕਹਿੰਦਾ ਹੁਣ ਮੈਂ ਸਿੱਖ ਕੋ ਕਿੱਦਾਂ ਜਾਵਾਂ, ਉੱਥੇ ਬੰਦੇ ਭੇਜੇ ਸ਼ਵੇਕ ਸੋਹਣਾ ਨੂੰ ਕਹਿ ਕੇ। ਤੇ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਕਹਿੰਦੇ ਵੀ ਇਹ ਹੁਣ ਮੇਰੇ ਵੱਸ ਦੀ ਗੱਲ ਨਹੀਂ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾਓ। ਕਿਉਂਕਿ ਉਹ ਚਾਹੁੰਦਾ ਸੀ ਭਾਈ ਤਾਰੂ ਸਿੰਘ ਵੀ ਦੁਨੀਆ 'ਚ ਪਤਾ ਲੱਗੇ, ਹਾਈਲਾਈਟ ਹੋਵੇ, ਇਹਨਾਂ ਨੂੰ ਪਤਾ ਲੱਗੇ ਵੀ ਮਰਜ਼ਾਦਾ ਬਣੇ ਵੀ ਜਿਹੜਾ ਏਦਾਂ ਕਰੇ ਉਹਨੂੰ ਕੀ ਹੁੰਦਾ ਆ। ਤੇ ਸਿੱਖ ਚਲ ਗਏ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਬੇਨਤੀ ਕੀਤੀ। ਸੇਵਾਦਾਰ ਚੜ੍ਹਦੀ ਕਲਾ ਵਾਲੇ ਸੀਗੇ। ਜੇ ਤਾਂ ਜਥੇਦਾਰ ਕਿਰਪਾਲ ਸਿੰਘ ਵਰਗੇ 84 ਦੇ ਵਿੱਚ ਹੁੰਦੇ ਤਾਂ ਉਹਨੇ ਕਹਿਣਾ ਵੀ ਦੇਖੋ ਜੀ ਭਾਈ ਤਾਰੂ ਸਿੰਘ ਜੀ ਗੱਲਾਂ ਬਾਤਾਂ ਵੀ ਕਰਦਾ ਆ, ਦੁੱਧ ਵੀ ਛਕ ਲੈਂਦਾ ਆ, ਤੇ ਬੈਠਾ ਚੌਂਕੜਾ ਮਾਰ ਕੇ, ਨਿਗਾਹ ਵੀ ਠੀਕ ਆ, ਕੰਨਾਂ ਤੋਂ ਵੀ ਉਹਨਾਂ ਨੂੰ ਸੁਣਦਾ ਆ, ਹੱਥ ਪੈਰ ਵੀ ਕੰਮ ਕਰਦੇ ਆ, ਓਦਾਂ ਥੋੜੇ ਜ਼ਖਮ ਆਏ ਆ, ਤੇ ਓਦਾਂ ਸੀਸ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ,
ਕਹਿੰਦਾ ਸੀਗਾ ਵੀ ਕਿਰਪਾਲ ਸਿੰਘ ਤੋਸ਼ਾਖਾਨਾ ਵੀ ਠੀਕ ਠਾਕ ਆ ਤੇ ਸਿੱਖ ਕੌਮ ਜਾਬਤੇ ਵਿੱਚ ਰਹੇ, ਹਰਮੰਦਰ ਸਾਹਿਬ ਵੀ ਠੀਕ ਠਾਕ ਆ, ਮਰਜ਼ਾਦਾ ਚੱਲ ਰਹੀ ਆ ਤੇ ਅਕਾਲ ਤਖ਼ਤ ਸਾਹਿਬ ਦੇ ਗੁੰਬਦ ਨੂੰ ਮਾੜੀ ਤੇੜ ਆਈ ਆ। ਤੇ ਏਦਾਂ ਕਹਿ ਦੇਣਾ ਨਾ ਉੱਥੇ ਜਥੇਦਾਰ ਨੇ ਵੀ ਹਾਂ ਭਾਈ ਤਾਰੂ ਸਿੰਘ ਬੋਲ ਬਾਣੀ ਵੀ ਠੀਕ ਆ, ਬੋਲਦਾ ਠੀਕ ਆ, ਚੜ੍ਹਦੀ ਕਲਾ ਬਿਲਕੁਲ ਠੀਕ ਆ, ਏਦਾਂ ਇੰਨਾ ਕੁ ਨੁਕਸਾਨ ਹੋਇਆ ਜੀ ਇਸ ਕਰਕੇ ਜਕਰੀਏ ਨੂੰ ਸਰੋਪਾ ਦਿਓ, ਤੂੰ ਮੈਨੂੰ ਮਾਫ਼ ਕਰੋ। ਪਰ ਉਹ ਸਿੱਖ ਸੀ ਕਹਿਣ ਲੱਗੇ ਕੇਸ ਸੁਣਾਓ ਸਾਨੂੰ ਕੀ ਆ। ਉਹ ਕਹਿੰਦਾ ਕੇਸ ਆ ਵੀ ਭਾਈ ਤਾਰੂ ਸਿੰਘ ਨੂੰ ਨਜਾਇਜ਼ ਪਕੜਿਆ ਸੀ, ਉਹਨੂੰ ਜਕਰੀਏ ਨੇ ਕਿਹਾ ਮੈਂ ਤੇ ਸਿੱਖੀ ਛੱਡ ਦੇ ਤੇ ਸੇਵਾ ਛੱਡ ਦੇ, ਤੇ ਉਹ ਕਹਿਣ ਲੱਗਾ ਸਿੱਖ ਸੇਵਾ ਛੱਡ ਨਹੀਂ ਸਕਦਾ। ਉਹ ਕਹਿੰਦਾ ਮੈਂ ਤੈਨੂੰ ਸਿੱਖ ਨਹੀਂ ਰਹਿਣ ਦੇਣਾ, ਤੇਰੇ ਕੇਸ ਕੱਟ ਦੇਣੇ। ਉਹ ਕਹਿਣ ਲੱਗੇ ਕੇਸ ਤੂੰ ਮੇਰੇ ਕੱਟ ਨਹੀਂ ਸਕਿਆ, ਖੋਪਰੀ ਮੇਰੀ ਲਾਉਣ ਲੱਗਾ, ਧਰਮ ਨਾਸ ਨਹੀਂ ਕਰ ਸਕਦਾ, ਜੇ ਮੈਂ ਗੁਰੂ ਦਾ ਸਹੀ ਸੁੱਖਿਆ ਛਿੱਤਰਾਂ ਦੇ ਨਾਲ ਤੈਨੂੰ ਪਰਲੋਕ ਨੂੰ ਭੇਜੂਗਾ। ਕਹਿੰਦੇ ਫਿਰ ਬੰਨ ਟੁੱਟ ਜੂਗਾ, ਉਹਦਾ ਵਚਨ ਤੇ ਜਾ ਕੇ ਛਿੱਤਰ ਮਾਰੋ ਇਹਨਾਂ ਦੇ ਸਿਰ ਦੇ ਵਿੱਚ, ਉਹ ਪੂਰੇ ਕਰ ਦਿਓ। ਤੇ ਭਾਈ ਤਾਰੂ ਸਿੰਘ ਦਾ ਹੀ ਜੁੱਤਾ, ਇਹ ਨਹੀਂ ਆਪਣਾ ਸਲੀਪਰ ਜਿਹਾ ਲੋ ਪੋਲਾ ਜਿਹਾ ਰਬੜ ਜੀ ਦਾ ਪਲਾਸਟਿਕ ਜਿਹਾ ਕੋਈ ਮਰਜ਼ਾਦਾ ਪੂਰੀ ਨਹੀਂ ਕਰਨੀ। ਭਾਈ ਤਾਰੂ ਸਿੰਘ ਦਾ ਅੱਧਾ ਕਿਲੋ ਦਾ ਜਿਹੜਾ ਇੱਕ ਮੌਜਾ ਹੁੰਦਾ ਉਹ ਲਿਆ, ਉਹਨੂੰ ਜਾ ਕੇ ਮਾੜਾ ਮਾੜਾ ਮਾਰਦੇ ਆ ਤੇ ਮਾੜਾ ਥੋੜਾ ਪਿਸ਼ਾਬ ਹੁੰਦਾ। ਉਹ ਜਕਰੀਆ ਕਹਿਣ ਲੱਗਾ ਮਹਾਂਪੁਰ ਕਹਿੰਦੇ ਤੇਜ਼ ਮਾਰੋ। ਉਹ ਡਰਦੇ ਜਿਹੜੇ ਤੁਹਾਨੂੰ ਪਤਾ ਹੁੰਦਾ ਐਲਕਾਰ ਥੋੜਾ ਜਿਹਾ ਡਰਦੇ ਮਾਰੋ। ਉਹ ਕਹਿੰਦਾ ਉਹਨੇ ਪੱਗ ਲਾ ਕੇ ਰੱਖੀ ਨੰਗੇ ਸਿਰ, ਕਹਿੰਦਾ ਤੇਜ਼ ਮਾਰੋ ਬੜਾ ਆਰਾਮ ਆਉਂਦਾ। ਉਹ ਤੇਜ਼ ਮਾਰਦੇ ਆ ਤੇ ਤੁਹਾਨੂੰ ਪਤਾ ਬੰਨ ਪਿਆ ਸੀਗਾ ਤੇ ਉਹ ਜ਼ੋਰ ਨਾਲ ਮਾਰਦਿਆਂ ਫਿਰ ਆਖਰ ਦਿਨ 22 ਨੂੰ ਹੋ ਗਿਆ ਮਗਜ ਖਾਨ ਦਾ ਪੋਲਾ। ਹੁਣੇ ਸੁਣ ਕੇ ਹਟੇ ਆ ਤੇ 22ਵੇਂ ਦਿਨ ਨਾ ਮਗਜ ਪੋਲਾ ਹੋ ਗਿਆ ਤੇ ਨਾਲ ਹੀ ਬੰਨ ਟੁੱਟ ਗਿਆ ਤੇ ਨਾਲ ਹੀ ਸਰੀਰ ਟੁੱਟ ਗਿਆ। ਠੀਕ ਹੈ ਨਾ ਜੀ। ਤੇ ਜਦੋਂ ਉਹਦਾ ਸਰੀਰ ਛੁੱਟ ਗਿਆ ਤੇ ਜਾ ਕੇ ਉਹ ਮਰ ਗਿਆ, ਜਾਣੀ ਕਿ ਮਾਰ ਖਾਂਦਾ ਹੋਇਆ। ਫਿਰ ਭਾਈ ਤਾਰੂ ਸਿੰਘ ਕੋਲ ਇੱਕ ਸਿੱਖ ਜਾਂਦਾ ਹੁੰਦਾ ਸੀਗਾ ਦੁੱਧ ਛਕਾਉਣ ਵਾਸਤੇ। 17ਵੇਂ ਦਿਨ ਕਹਿੰਦਾ ਭਾਈ ਸਾਹਿਬ ਜੀ ਤੁਹਾਡੇ ਸਰੀਰ ਤੇ ਤੁਸੀਂ ਮੈਨੂੰ ਪਤਾ ਬ੍ਰਹਮ ਦੀ ਅਵਸਥਾ ਦੇ ਵਿੱਚ ਆ ਵੀ ਤੁਹਾਡੇ ਸਰੀਰ ਦੀ ਜੋ ਹਾਲਤ ਆ ਨਾ, ਮਿੱਝ ਜੋ ਚੋਚ ਹੋ ਕੇ ਦਾੜੀ ਤੇ ਪਈ ਆ ਤੇ ਚਰਖੜੀ ਦੇ ਨਾਲ ਤੁਹਾਡੇ ਦੇ ਖੁੱਬੇ ਆ ਜ਼ਖਮ ਭਰੇ, ਤੁਹਾਡੇ ਸਰੀਰ ਤੇ ਮੱਖੀਆਂ ਬਹਿੰਦੀਆਂ, ਤੁਹਾਨੂੰ ਕੋਈ ਫਰਕ ਨਹੀਂ, ਮੇਰੇ ਤੋਂ ਵੇਖਿਆ ਨਹੀਂ ਜਾਂਦਾ, ਸਰੀਰ ਚੋਂ ਸਵਾਸ ਤਿਆਗ ਦਿਓ। 17ਵੇਂ ਦਿਨ ਤੇ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਕਹਿੰਦੇ ਗੁਰਮੁਖਾ ਕਹਿੰਦੇ ਮੈਂ ਕਲਗੀਧਰ ਦੇ ਆਸਰੇ ਇੱਕ ਬਚਨ ਕਰ ਚੁੱਕਾ। ਮੈਂ ਤਾਰੂ ਸਿੰਘ ਜੀ ਕਹਿਣ ਲੱਗੇ ਮੈਂ ਇੱਕ ਜਕਰੀਏ ਨੂੰ ਬਚਨ ਕਰ ਚੁੱਕਾ ਵੀ ਮੈਂ ਸਰੀਰ ਉਦੋਂ ਛੱਡਣਾ ਜਦੋਂ ਜਕਰੀਆ ਛਿੱਤਰ ਖਾ ਕੇ ਮੇਰੀ ਜੁੱਤੀ ਨਾਲ ਮਰੂਗਾ। ਤੇ ਕਹਿੰਦੇ ਜਕਰੀਏ ਦੀ ਅਜੇ 4 ਦਿਨ ਹੋਰ ਬਾਕੀ ਉਮਰ ਆ, ਜੇ ਤੂੰ ਮੈਨੂੰ ਦੁੱਧ ਛਕਾ ਸਕਦਾ ਠੀਕ ਆ, ਤੇ ਨਹੀਂ ਤਾਂ ਭਾਣਾ ਮੰਨੋ ਤੇ ਮੈਂ ਆਪੇ ਜਿੱਦਾਂ ਹੋਊਗੀ, ਤੇ ਜੇ ਤੂੰ ਆ ਸਕਦਾ ਸੀ ਠੀਕ ਆ। ਫੇਰ ਸਿੱਖ ਇਕੱਠੇ ਹੋ ਗਏ, ਭਾਈ ਸਾਹਿਬ ਨੇ ਦੱਸਿਆ ਸੀ ਗਏ, ਕਹਿੰਦੇ ਸਿੱਖਾ ਤੇਰਾ ਬਚਨ ਪੂਰਾ ਹੋ ਗਿਆ, ਬੜੀ ਖੁਸ਼ੀ ਹੋਈ ਆ। ਕਹਿੰਦੇ ਫਿਰ ਛੇਤੀ ਕਰੋ ਅਰਦਾਸ ਕਰੋ। ਕਹਿੰਦੇ ਵੀ ਮੈਂ ਇੱਥੇ ਦਾ ਹੱਕ ਤੋਂ ਲੈ ਲਿਆ ਆ, ਧਰਮਰਾਜ ਦੇ ਮੇਰੇ ਜਾਣ ਤੋਂ ਪਹਿਲਾਂ ਸੰਤਾਂ ਨੇ ਮਹਾਂਪੁਰਖਾਂ ਨੇ ਕਥਾ ਸੁਣਾਈ ਖਹਿਰਾ ਮੱਝਾ ਪਿੰਡ ਦੇ ਵਿੱਚ 1981 ਵਿੱਚ ਲਾਲਾ ਜਗਤ ਨਾਰਾਇਣ ਦੀ ਮੌਤ ਤੋਂ ਬਾਅਦ ਚ ਕਹਿਣ ਲੱਗੇ ਕਹਿੰਦੇ ਵੀ ਇੱਥੇ ਦਾ ਮੈਂ ਹੱਕ ਲੈ ਲਿਆ, ਕਿਤੇ ਧਰਮਰਾਜ ਕਿਤੇ ਮੇਰੇ ਜਾਣ ਤੋਂ ਪਹਿਲਾਂ ਇਹਨੂੰ ਹੋਰ ਪਾਸੇ ਨਾ ਤੋਰ ਦੇ, ਉੱਥੇ ਵੀ ਇਹਦੇ ਛਿੱਤਰ ਮਾਰਨੇ ਆ। ਏਦਾਂ ਦੇ ਸਿੱਖ ਹੁੰਦੇ ਆ ਜੀ ਭਾਈ ਤਾਰੂ ਸਿੰਘ ਵਰਗੇ, ਜਿਹੜੇ ਆਪਣਾ ਹੱਕ ਨਹੀਂ ਛੱਡਦੇ ਤੇ ਆਪਣੀ ਕਮਾਈ ਕਰਦਾ ਹੋਇਆ ਜਕਰੀਏ ਨੂੰ ਮਤਲਬ ਮੌਤ ਦੇ ਘਾਟ ਉਤਾਰ ਕੇ ਤੇ ਫੇਰ ਫਤਿਹ ਬੁਲਾ ਕੇ ਤੇ ਸੱਚਖੰਡ ਬਿਆਨਾ ਕੀਤਾ ਸੀ। ਹੁਣ ਜਿਹੜੀਆਂ ਬੇਨਤੀਆਂ ਕੀਤੀਆਂ ਦੱਸੋ ਵੀ ਇਤਿਹਾਸ ਦੇ ਮੁਤਾਬਕ ਕੋਈ ਆਪਾਂ ਮਨਮਤ ਵਾਲੀ ਗੱਲ ਕੀਤੀ ਆ, ਪਰ ਜਿਹੜੇ ਸਾਡੇ ਇਤਿਹਾਸ ਨੂੰ ਖਰਾਬ ਕਰਦੇ ਆ ਜੀ ਸਾਡੀਆਂ ਪਰੰਪਰਾਵਾਂ ਤੇ ਚੋਟ ਕਰਦੇ ਆ, ਅਸੀਂ ਉਹਨਾਂ ਨੂੰ ਜ਼ਰੂਰ ਬੇਨਤੀ ਕਰਦੇ ਆ ਵੀ ਸਾਡੇ ਇਤਿਹਾਸ ਨੂੰ ਖਰਾਬ ਨਾ ਕਰੋ। ਇਹ ਸਾਡਾ ਕਰਾਮਾਤੀ ਇਤਿਹਾਸ ਆ, ਕਰਾਮਾਤਾਂ ਰੋਜ਼ ਵਾਪਰਦੀਆਂ, ਅਸੀਂ ਅੱਗੇ ਬੇਨਤੀ ਕਰਦੇ ਰਹਿੰਦੇ ਆ। ਤੁਸੀਂ ਦੱਸੋ ਜਦੋਂ ਗੜੇ ਪੈਂਦੇ ਆ ਅਕਾਲ ਪੁਰਖ ਦੀ ਇਹੋ ਕਿਰਪਾ ਨਹੀਂ, ਕਦੀ ਕਿਸੇ ਨੇ ਜਹਾਜ਼ ਨਾਲ ਜਾ ਕੇ ਦੇਖ ਲਓ, ਕਿਤੇ ਫਰਿੱਜਾਂ ਲਾਈਆਂ, ਮਹਾਰਾਜ ਨੇ ਗੜੇ ਬਣਾ ਕੇ ਥੱਲੇ ਭੇਜਦਾ, ਸਨੋ ਬਣਾ ਕੇ ਭੇਜਦਾ। ਇਹ ਕਰਾਮਾਤ ਨਹੀਂ, ਇਹ ਸ਼ਕਤੀ ਨਹੀਂ ਗੁਰੂ ਦੀ। ਸਮਝਦੇ ਕਿ ਨਹੀਂ? ਇਹ ਨਾ ਚੀਜ਼ਾਂ ਸਾਡੇ ਭਾਈ ਤਾਰੂ ਸਿੰਘ ਕੇਸ ਮੈਂ 100 ਵਾਰੀ ਕਹਿੰਦਾ ਨਹੀਂ ਕੱਟੇ ਗਏ, ਕੱਟਣ ਦੀ ਉਹਨਾਂ ਜ਼ਰੂਰਤ ਹੀ ਨਹੀਂ ਪਈ, ਕੱਟ ਹੀ ਨਹੀਂ ਸਕੇ। ਕਿਸੇ ਤਰ੍ਹਾਂ ਹੋਵੇ, ਭਾਵੇਂ ਮਿੱਝ ਆ ਗਈ ਚਾਹੇ ਜਿੱਦਾਂ ਮਰਜ਼ੀ ਹੋਵੇ, ਉਹ ਨਾ ਵੀ ਹੋਵੇ ਤਾਂ ਵੀ ਚੜ੍ਹਦੀ ਕਲਾ ਹੋ ਸਕਦੀ ਆ। ਇਹ ਭਾਈ ਤਾਰੂ ਦੀ ਖੋਪਰੀ ਲਾਈ ਤੇ 22 ਦਿਨ ਸੰਤ ਕਰਤਾਰ ਸੋਹਣੀ ਕਹਿੰਦੇ ਜਿਹਦਾ ਦਿਮਾਗ ਪਾਸੇ ਵੱਢ ਕੇ ਰੱਖਦੀ ਹੈ, ਕਹਿੰਦੇ ਹੁਣ ਕੋ ਡਾਕਟਰ ਨੂੰ ਜਿੰਦਾ ਕਰਕੇ ਰੱਖ ਕੇ ਦਿਖਾ ਲਓ ਬੰਦਾ। ਆਪਾਂ ਅੱਗੇ ਸਿੰਘ ਨੇ ਕਿਹਾ ਵੀ ਸਿਰ ਨੂੰ ਤਾਂ ਹੱਥ ਹੀ ਨਹੀਂ ਲਾਉਂਦੇ, ਸਿਰ ਦਾ ਆਪਰੇਸ਼ਨ ਹੀ ਬੜੀ ਐਡੀ ਈਜੀ ਨਹੀਂ ਕਰਦੇ। ਉਹ ਕਹਿੰਦੇ ਵੀ ਐਟ ਦੀ ਐਂਡ ਕਰਨਾ ਪਊਗਾ, ਅਸੀਂ ਪਹਿਲੋਂ ਇਹਨੂੰ ਛੇੜ ਨਹੀਂ ਸਕਦੇ। ਸੋ ਇਹੋ ਹੀ ਭਾਈ ਸਾਹਿਬ ਜੀ ਆਪਣੀ ਕੋਟ ਲੱਖਾਂ ਵਾਰੀ ਪ੍ਰਣਾਮ ਹੈ ਇਹੋ ਜਿਹੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਸ਼ਾਂਤਮਈ ਸ਼ਹੀਦੀ ਰਹਿ ਕੇ ਕਰਕੇ ਤੇ ਜਕਰੀਏ ਦਾ ਨਾਸ ਕੀਤਾ। ਤੇ ਉਦੋਂ ਵੀ ਏਦਾਂ ਹੀ ਕਰਦੇ ਸੀਗੇ। ਤੇ ਜਿਹੜਾ ਮੀਰ ਮੰਨੂ ਹੋਇਆ ਜੀ, ਤੇ ਉਹਦੀ ਜੇਲ੍ਹ ਦੇ ਵਿੱਚ ਵੀ
ਤਾਂ ਸਿੱਖ ਸਿੱਖਣੀਆਂ ਨੂੰ ਫੜਦੇ ਸੀਗੇ। ਉਹਨਾਂ ਦੇ ਸਿੰਘ ਬਾਹਰ ਗਏ ਹੁੰਦੇ ਸੀ, ਜੰਗਲਾਂ ਦੇ ਵਿੱਚ ਰਹਿੰਦੇ ਸੀ ਵਿਚਾਰੇ, ਤੇ ਪਰਿਵਾਰਾਂ ਨੂੰ ਉਹਨਾਂ ਤੜਕੇ ਫਿਰ ਕੇ ਦੇਖਣਾ ਵੀ ਕੋਈ ਸਿੱਖ ਪਰਿਵਾਰ ਤੇ ਨਹੀਂ ਰਹਿ ਗਿਆ। ਜਿਹਨਾਂ ਦੀ ਵੀ ਘਰੋਂ ਆਵਾਜ਼ ਆਉਂਦੀ ਹੁੰਦੀ ਸੀ ਤੇ ਜਾਪਜੀ ਸਾਹਿਬ ਦੀ ਸਵੇਰ ਨੂੰ ਆਉਣੀ ਆਵਾਜ਼, ਉਦੋਂ ਕਿਹੜੇ ਵੀ ਏਦਾਂ ਡਬਲ ਗਲੇਜ ਹੁੰਦੇ ਸੀਗੇ, ਆਵਾਜ਼ ਨਹੀਂ ਆਉਣੀ, ਬਾਹਰ ਪਤਾ ਲੱਗ ਜਾਣਾ ਵੀ ਇਹ ਵੀ ਸਿੱਖਾਂ ਦਾ ਪਰਿਵਾਰ ਹੈ। ਤੇ ਉਹਨਾਂ ਦੀਆਂ ਬੀਬੀਆਂ ਨੂੰ ਫੜ ਕੇ ਨਿਆਣਿਆਂ ਸਮੇਤ ਮੀਰ ਮੁੰਨੂ ਨੇ ਇੰਨਾ ਨੁਕਸਾਨ ਕੀਤਾ ਸੀ। ਤੇ ਜ਼ਕਰੀਆ ਵੀ ਏਦਾਂ ਹੀ ਕਰਦਾ ਰਿਹਾ। ਜ਼ਕਰੀਆ ਨੇ ਬਾਅਦ 'ਚ ਭਾਈ ਸ਼ਬੇਗ ਸਿੰਘ ਤਾਂ ਸ਼ਾਹਬਾਜ਼ ਸਿੰਘ ਨੂੰ ਵੀ ਸ਼ਹੀਦ ਇਸ ਕਰਕੇ ਕੀਤਾ ਸੀਗਾ। ਕਹਿੰਦੇ ਸੰਤ ਕਰਤਾਰ ਸਿੰਘ ਜੀ ਕਹਿੰਦੇ ਵੀ ਕਹਿਣ ਲੱਗੇ ਉਹ ਤੇਰੇ ਸਿੱਖ ਇੱਥੇ ਨੌਕਰੀ ਕਰਦੇ, ਸ਼ਬੇਗ ਸਿੰਘ, ਸ਼ਾਹਬਾਜ਼ ਸਿੰਘ, ਤੂੰ ਇਹਨਾਂ ਨੂੰ ਨਹੀਂ ਮੁਸਲਮਾਨ ਬਣਾਉਂਦਾ, ਇਹ ਕਿੰਨੇ ਚੜ੍ਹਦੀ ਕਲਾ ਵਾਲੇ ਸਿੱਖ ਆ। ਇਸ ਕਿੜ 'ਚ ਆ ਕੇ ਉਹਨਾਂ ਨੇ ਕਿਹਾ ਸੀ ਗਲਤ ਸਹੀ ਆ, ਤੇ ਉੱਥੇ ਆ ਕੇ ਇਹਨਾਂ ਤੇ ਵੀ ਜ਼ਬਰ ਕੀਤਾ ਉਹਨੇ ਆ ਕੇ, ਪਰ ਮਹਾਰਾਜ ਦੀ ਕਿਰਪਾ ਦੇ ਨਾਲ ਉਹਨਾਂ ਨੇ ਵੀ ਕੁਰਬਾਨੀ ਦਿੱਤੀ ਆ। ਚਰਖੜੀ ਤੇ ਤੂੰਬੇ ਹੋ ਕੇ ਉੱਡੇ ਆ। ਫਿਰ ਬੰਦਾ ਸਿੰਘ ਬਹਾਦਰ ਵੇਲੇ ਵੀ ਕੁਰਬਾਨੀਆਂ ਦਿੱਤੀਆਂ। ਇਸ ਕਰਕੇ ਦਾਸਾਂ ਦੀ ਬੇਨਤੀ ਆ ਵੀ ਇਹ ਜਿਹੜਾ ਸ਼ਹੀਦਾਂ ਦਾ ਪ੍ਰਸੰਗ ਏਦਾਂ ਹੀ ਚੱਲਦਾ ਰਹਿਣਾ। ਸ਼ਹੀਦਾਂ ਦੇ ਪ੍ਰਸੰਗਾਂ ਤੋਂ ਆਪਾਂ ਆਪਣੀ ਜ਼ਿੰਦਗੀ ਦਾ ਜਿਹੜਾ ਰਸਤਾ ਆ, ਗੁਰਮਤ ਦਾ ਰਸਤਾ ਮੱਲ ਕੇ ਰੱਖਣਾ, ਇਹ ਤੇ ਤੁਰਨ ਦੀ ਕੋਸ਼ਿਸ਼ ਕਰਨੀ ਆ। ਭਾਈ ਤਾਰੂ ਸਿੰਘ ਦਾ ਕੋਈ ਕਸੂਰ ਨਹੀਂ ਸੀ, ਕੁਰਬਾਨੀ ਕਰਨ ਵਾਲਾ ਸਿੰਘ ਸੀ, ਆਪਣੇ ਪਰਿਵਾਰ 'ਚ ਰਹਿੰਦਾ ਸੀ, ਪਰ ਮੌਤ ਦਾ ਕਾਰਨ ਬਣਨ ਲੱਗਾ ਔਰ ਮੌਤ ਦਾ ਕਾਰਨ ਬਣਿਆ ਉਹ। ਏਦਾਂ ਹੀ ਭਾਈ ਦਿਲਾਵਰ ਸਿੰਘ ਜੀ ਬਣੇ ਆ, ਇਹ ਮਹਾਰਾਜ ਦੀ ਕਿਰਪਾ ਨਾਲ। ਤੇ ਚਲੋ ਹੋਰ ਹੁਣ ਆਪਾਂ ਮੇਰਾ ਖਿਆਲ ਜੀ 40 ਮਿੰਟ ਹੋ ਗਿਆ, ਜੇ ਸੰਗਤਾਂ ਤੋਂ ਛੁੱਟੀ ਲੈ ਲਈਏ ਚੜ੍ਹਦੀ ਕਲਾ ਜੀ। ਇੰਨਾ ਕੁ ਬੋਲਿਆ ਹੋਇਆ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਨੂੰ ਭਾਈ ਸਤਵਿੰਦਰ ਸਿੰਘ ਜੀ, ਤੇ ਅੱਜ ਜੋ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਹੁਣਾਂ ਦਾ ਆਪਾਂ ਜੋ ਉਹਨਾਂ ਦੀ ਸ਼ਹਾਦਤ ਨੂੰ ਆਪਾਂ ਸ਼ਰਧਾ ਦੇ ਫੁੱਲ ਭੇਟ ਕੀਤੇ, ਤੇ ਬਹੁਤ ਸਾਰੀਆਂ ਕੋਈ ਗਲਤੀਆਂ ਵੀ ਹੋ ਗਈਆਂ ਹੋਣਗੀਆਂ ਜੀ, ਉਹਨਾਂ ਲਈ ਮਾਫੀ ਮੰਗਦੇ ਹਾਂ। ਤੇ ਬਾਕੀ ਇਹੋ ਹੀ ਆਪਾਂ ਲਾਸਟ ਦੇ ਵਿੱਚ ਹੁਣ ਦੇ ਹਾਲਾਤਾਂ ਨੂੰ ਵੇਖਦੇ ਹੋਏ ਆਪਾਂ ਇਹੋ ਬੇਨਤੀ ਕਰਦੇ ਹਾਂ ਭਾਈ, ਜੋ ਸੰਪਰਦਾਵਾਂ ਸਾਡੀਆਂ ਆਪਸ ਵਿੱਚ ਹੀ ਆਪਾਂ ਪ੍ਰੇਮ ਨੂੰ ਅੱਗੇ ਲੈ ਕੇ ਚੱਲੀਏ। ਜਿਸ ਤਰ੍ਹਾਂ ਮੈਂ ਅੱਜ ਗੱਲ ਕਰਨੀ ਤਾਂ ਨਹੀਂ ਚਾਹੁੰਦਾ ਸੀ, ਪਰ ਫਿਰ ਵੀ ਆਪਾਂ ਇਹ ਗੱਲ ਕਰਨੀ ਬਣਦੀ ਵੀ ਆ। ਜੇਕਰ ਆਪਾਂ ਕਹਿ ਦਿੰਦੇ ਹਾਂ ਵੀ ਟਕਸਾਲ, ਜਿਸ ਤਰ੍ਹਾਂ ਬਾਬਾ ਦੀਪ ਸਿੰਘ ਤੋਂ ਲੈ ਕੇ ਗੁਰੂ ਸਾਹਿਬ ਦੀ ਬਰੋਸਾਈ ਹੋਈ ਟਕਸਾਲ ਅੱਜ ਤਾਈਂ ਆਪਣੇ ਸਿਧਾਂਤ ਤੇ ਖੜੀ ਆ। ਜੇਕਰ ਆਪਾਂ ਚਾਹੁੰਦੇ ਹਾਂ, ਕੁਝ ਤਾਂ ਸਾਡੇ ਵੀਰ ਇਹੋ ਹੀ ਕਹਿ ਦਿੰਦੇ ਆ, ਬਾਬਾ ਗੁਰਬਚਨ ਸਿੰਘ ਜੀ ਹੁਣਾਂ ਤੱਕ ਉੱਥੇ ਖੜ ਜਾਂਦੇ ਆ, ਕੁਝ ਬਾਬਾ ਕਰਤਾਰ ਸਿੰਘ ਜੀ ਹੁਣਾਂ ਮਹਾਂਪੁਰਖਾਂ ਤੱਕ ਖੜ ਜਾਂਦੇ ਆ, ਕੁਝ ਬਾਬਾ ਜਰਨੈਲ ਸਿੰਘ ਜੀ ਹੁਣਾਂ ਤੱਕ ਖੜ ਜਾਂਦੇ ਆ। ਭਾਈ ਇਸ ਤੋਂ ਜੇ ਆਪਾਂ ਹੀ ਟਕਸਾਲ ਦੇ ਵਿੱਚ ਰਹਿਣ ਵਾਲੇ, ਟਕਸਾਲ ਤੋਂ ਵਿੱਦਿਆ ਲੈਣ ਵਾਲੇ ਕਹੀ ਜਾਣ ਬਸ ਜੀ ਉੱਥੇ ਤਾਈਂ ਆ, ਬਾਕੀ ਖਤਮ ਆ, ਤੇ ਵਿਰੋਧੀਆਂ ਤੇ ਕਹਿਣਾ ਹੀ ਕਹਿਣਾ, ਫਿਰ ਤਾਂ ਆਪਾਂ ਨੂੰ ਵਿਰੋਧੀਆਂ ਦਾ ਵੀ ਵਿਰੋਧ ਕਰਨ ਦੀ ਮੇਰਾ ਖਿਆਲ ਜ਼ਰੂਰਤ ਨਹੀਂ। ਕਿਉਂਕਿ ਅੱਜ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਆ ਕਿ ਇਹੋ ਹੀ ਕਹੀ ਜਾਂਦੇ ਆ ਉਹ ਜਿਨ੍ਹਾਂ ਦੀ ਸਾਜ਼ਿਸ਼ ਸੀ। ਪਰ ਇੱਕ ਗੱਲ ਉਦੋਂ ਵੀ ਵੇਖਣਾ, ਮੈਂ ਇੱਕ ਵੀਡੀਓ ਪਹਿਲਾਂ ਵੀ ਆਪ ਜੀ ਨਾਲ ਸ਼ੇਅਰ ਕੀਤੀ ਸੀ, ਜਦੋਂ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਹੁਣਾਂ ਨੂੰ ਦਸਤਾਰਬੰਦੀ ਹੋਈ ਆ, ਉਹਦੇ ਵਿੱਚ ਵੇਖੋ ਅੱਜ ਤਾਈਂ ਸਾਨੂੰ ਵੀ ਨਹੀਂ ਪਤਾ, ਹੁਣ ਪਿਛਲੇ ਕੁਝ ਸਾਲਾਂ ਦਾ ਪਤਾ ਲੱਗਾ, ਤੇ ਸਾਡੇ ਯੂਥ ਨੂੰ ਵੀ ਇਹੋ ਹੀ ਕਿਹਾ ਜੀ ਇਹ ਸਰਕਾਰੀ ਹੋ ਗਿਆ ਜੀ, ਇਹ ਸਰਕਾਰ ਨੇ ਬਣਾਤੀ। ਪਰ ਉਹ ਵੀਡੀਓ ਦੁਆਰਾ ਫਿਰ ਮੈਂ ਕਿਸੇ ਦਿਨ ਪਲੇ ਕਰਾਂਗਾ, ਤੁਸੀਂ ਵੇਖੀ ਵੀ ਹੋਣੀ ਆ। ਉਹਦੇ ਵਿੱਚ ਤਾਂ ਸਾਡੇ ਸਾਰੇ ਸਤਿਕਾਰਯੋਗ ਹਸਤੀਆਂ ਗਈਆਂ ਆ। ਦੱਸੋ ਜੇ ਉਹ ਵੀ ਸਾਰਾ ਮੇਰਾ ਖਿਆਲ ਪੰਥ ਉੱਥੇ ਗਿਆ, ਜੇ ਉਹ ਵੀ ਸਰਕਾਰੀ, ਬਾਬਾ ਹਰਨਾਮ ਸਿੰਘ ਮਹਿਤੇ ਵਾਲੇ ਵੀ ਸਰਕਾਰੀ, ਹਾਂਜੀ, ਤੇ ਫਿਰ ਵਿੱਚ ਪੰਥ ਕੌਣ ਆ? ਹਾਂਜੀ, ਤੇ ਉਸ ਸਮੇਂ ਇੱਕ ਹੋਰ ਦਸਤਾਰਬੰਦੀ ਵੀ ਹੋਈ ਸੀ। ਉਹ ਸਮਾਂ ਸਾਰੇ ਬਾਦਲਾਂ ਦੇ ਨਾਲ, ਸਾਰੀ ਜਿਹੜੀ ਉਦੋਂ ਦੀ ਆਪਾਂ ਕਹਿ ਲਈਏ ਵੀ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਆ, ਉਹ ਸਾਰਾ ਗਿਆ ਹੋਇਆ ਸੀ। ਤੇ ਅਕਾਲੀ ਦਲ ਇਹ ਸਾਰਿਆਂ ਦੇ ਉੱਥੇ ਪ੍ਰਧਾਨ, ਜਥੇਦਾਰ, ਹੈੱਡ ਗ੍ਰੰਥੀ ਸਾਰੇ ਦਸਤਾਰ ਬੰਨ੍ਹ ਕੇ ਆਏ ਸੀ। ਅੱਜ ਉਹੀ ਸਤਿਕਾਰਯੋਗ ਇਹਨਾਂ ਨੂੰ ਸਾਰਿਆਂ ਨੂੰ ਗਾਲਾਂ ਕੱਢ ਰਹੇ ਨੇ ਉਹ। ਹਾਂਜੀ, ਤੇ ਆਪਾਂ ਇਹ ਨਾ ਰੱਖੀਏ ਵੀ ਇੱਕ ਪਾਸੇ ਹੀ ਸੂਈ ਰੱਖਣੀ ਆ, ਜਿੱਧਰ ਨੂੰ ਹਵਾ ਵਗਦੀ ਉੱਧਰ ਨੂੰ ਵਗਾ ਦਈਏ। ਜੇਕਰ ਤਾਂ ਤੁਸੀਂ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਹੁਣਾਂ ਨੂੰ ਕੀ ਉਹਨਾਂ ਦਾ ਸਤਿਕਾਰ ਕਰਦੇ ਆ, ਜਾਂ ਬਾਬਾ ਕਰਤਾਰ ਸਿੰਘ ਹੁਣ ਮਹਾਂਪੁਰਖਾਂ ਦਾ ਕਰਦੇ ਆ, ਜਾਂ ਬਾਬਾ ਜਰਨੈਲ ਸਿੰਘ ਜੀ ਹੁਣਾਂ ਦਾ ਕਰਦੇ, ਜਾਂ ਬਾਬਾ ਠਾਕਰ ਸਿੰਘ ਜੀ ਹੁਣਾਂ ਦਾ ਕਰਦੇ ਆ, ਇਹਦਾ ਮਤਲਬ ਹੁਣ ਉੱਥੇ ਬਾਬਾ ਠਾਕਰ ਸਿੰਘ ਜੀ ਹੁਣਾਂ ਤੱਕ ਟਕਸਾਲ ਖਤਮ ਕਰਨੀ ਆ ਜਾਂ ਅੱਗੇ ਲੈ ਕੇ ਚੱਲਣਾ ਜੀ ਆਪਾਂ। ਹਾਂਜੀ, ਇਹਦੇ ਬਾਰੇ ਜ਼ਰੂਰ ਪਹਿਲਾਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਜੀ, ਤੁਸੀਂ ਜ਼ਿਆਦਾ ਸਟੂਡੈਂਟ ਆ ਉੱਥੇ ਦੇ, ਵਿਦਿਆਰਥੀ ਆ, ਹੈ ਨਾ, ਜਿਹੜੀਆਂ ਹੁਣ ਪਿਛਲੇ ਦਿਨਾਂ ਦੇ ਵਿੱਚ ਇੰਨੀਆਂ ਭੱਦੀਆਂ ਸ਼ਬਦਾਵਲੀਆਂ ਵੀ ਬੋਲੀਆਂ, ਪਰ ਉਹਨਾਂ ਬਣਿਆ ਕੀ? ਸੱਚਾਈ ਤਾਂ ਤੁਹਾਡੇ ਸਾਹਮਣੇ ਆ ਗਈ ਨਾ ਸਾਰਿਆਂ ਦੇ, ਹੈ ਨਾ। ਅਸੀਂ ਜੇ ਕਹਿੰਦੇ ਵੀ ਵੀਡੀਓ ਦੇ ਵਿੱਚ ਬਣਾ ਕੇ ਅਸੀਂ ਸਭ ਕੁਝ ਠੀਕ ਆ, ਅੱਜ ਕੱਲ੍ਹ ਕਲਾਕਾਰੀ ਜ਼ਿਆਦਾ ਚੱਲਦੀ ਆ। ਕਲਾਕਾਰੀ ਜਿਹੜੀ ਹੈ ਉਹ ਸਿੱਖੀ ਦੇ ਸਿਧਾਂਤ 'ਤੇ, ਜੇ ਆਪਾਂ ਗਰਾਊਂਡ 'ਤੇ ਆ ਕੇ ਕੰਮ ਕਰਨਾ, ਉੱਥੇ ਨਹੀਂ ਉਹ ਚੱਲਣੀ ਕਲਾਕਾਰੀ, ਉੱਥੇ ਸਿੱਖੀ ਸਿਧਾਂਤ ਹੀ ਚੱਲਣਾ।
ਹਾਂਜੀ, ਇਹ ਜ਼ਰੂਰ ਆਪ ਜੀਆਂ ਨੂੰ ਹੱਥ ਜੋੜ ਕੇ ਬੇਨਤੀ ਆ। ਤੇ ਦੂਜੀ ਬੇਨਤੀ ਇਹ ਆ, ਆਪਾਂ ਜਿਸ ਤਰ੍ਹਾਂ ਸਾਰੇ ਵੀਰ ਸੇਵਾਵਾਂ ਕਰਦੇ ਨੇ, ਪਰ ਉਹਨਾਂ ਸੇਵਾਵਾਂ ਦੇ ਨਾਲ ਨਾਲ ਜੇਕਰ ਲੰਗਰਾਂ ਦੀਆਂ ਸੇਵਾਵਾਂ ਚੱਲਦੀਆਂ ਨਾ, ਤੇ ਇਹ ਸਿਧਾਂਤ ਦਾ ਵੀ ਆਪਾਂ ਨੂੰ ਲੰਗਰ ਲਾਉਣਾ ਚਾਹੀਦਾ। ਬਹੁਤ ਸਾਰੇ ਵੀਰ ਮੈਂ ਵੇਖਿਆ ਉਹ ਜਿਹੜਾ ਇਤਿਹਾਸ ਨੂੰ ਸੁਣਾਉਂਦੇ ਵੀ ਆ, ਪਰ ਜਿਸ ਤਰ੍ਹਾਂ ਹੁਣ ਭਾਈ ਸਾਹਿਬ ਜੀ ਨੇ ਦੱਸਿਆ ਵੀ ਇੱਕ ਸਾਡੇ ਜਿਹੜੇ ਕੀਰਤਨੀਏ ਸੀ, ਉਹਨਾਂ ਨੇ ਇਤਿਹਾਸ, ਇਹ ਹੁਣ ਹੋਰ ਵੀ ਇੱਕ ਜਿਹੜੇ ਛੋਟੇ ਛੋਟੇ ਕਲਿੱਪ ਆਉਣ ਲੱਗੇ ਆ, ਉਹਨਾਂ ਦੇ ਵਿੱਚ ਕਿਤਾਬੀ ਇਤਿਹਾਸ ਵੀ ਬੜਾ ਆਉਣ ਲੱਗ ਗਿਆ। ਉਹਦਾ ਵੀ ਹੁਣ ਸਾਨੂੰ ਖਿਆਲ ਰੱਖਣਾ ਚਾਹੀਦਾ। ਸਾਡੇ ਵੀਰ ਬੜਾ ਉਹਨਾਂ ਦਾ ਸਟਾਈਲ ਇੱਦਾਂ ਹੁੰਦਾ, ਉਹਨਾਂ ਨੇ ਬਰਾਗ ਜਿਹੇ ਚ ਆ ਕੇ ਬੜਾ ਇੱਦਾਂ ਗੱਲ ਕਰਨੀ ਆ ਵਿੱਚ, ਉਹ ਜਿਸ ਤਰ੍ਹਾਂ ਭਾਈ ਸਾਹਿਬ ਨੇ ਪਹਿਲਾਂ ਕਿਹਾ ਵੀ ਲੱਡੂਆਂ 'ਚ ਜ਼ਹਿਰ ਪਾ ਕੇ ਉਹ ਵੀ ਦੇਣ ਲੱਗ ਗਏ ਨੇ, ਪਰ ਸ਼ਹੀਦ ਵੀ ਨੇ ਬਹੁਤ ਵਧੀਆ ਜਿਹੜੇ ਸਤਿਕਾਰਯੋਗ ਸਾਡੇ ਵੀਰ, ਜਿਸ ਤਰ੍ਹਾਂ ਸੀਨਾ ਬਸੀਨਾ ਇਤਿਹਾਸ ਪਿੱਛੋਂ ਚੱਲਿਆ ਆਉਂਦਾ ਸੰਪਰਦਾਇਆਂ ਨੇ ਸਾਂਭਿਆ ਹੋਇਆ, ਉਹਦੇ ਤੇ ਕਰਦੇ ਨੇ। ਪਰ ਸਾਡੇ ਕੁਝ ਕੁ ਵੀਰ ਉਹ ਤੁਹਾਨੂੰ ਆਪ ਵੇਖਣਾ ਪੈਣਾ, ਉੱਧਰ ਵੀ ਸਾਡੇ ਵੀਰ ਬਸ ਉਂਗਲੀ ਲਾ ਕੇ ਕਰ ਦਿੰਦੇ ਬਈ ਸੁਣਨਾ ਹੈ ਨਹੀਂ, ਉਹਨੂੰ ਪਹਿਲਾਂ ਸਾਰਾ ਸੁਣਿਆ ਜਾਵੇ ਫਿਰ ਉਹਨੂੰ ਅੱਗੇ ਸ਼ੇਅਰ ਕੀਤਾ ਜਾਵੇ। ਇਹ ਵੀ ਆ। ਬਾਕੀ ਜਿਹੜੀਆਂ ਸੇਵਾ ਤੇ ਸਿਮਰਨ ਦੋਨੇ ਨਾਲ ਚੱਲਣੇ ਆ, ਸਿਧਾਂਤ ਦੇ ਨਾਲ ਸਿੱਖੀ ਕਾਇਮ ਰਹਿਣੀ ਆ। ਤੇ ਬਾਕੀ ਇੱਕ ਲਾਸਟ ਦੇ ਵਿੱਚ ਹੱਥ ਜੋੜ ਕੇ ਬੇਨਤੀ ਆ ਭਾਈ, ਜਿੱਥੇ ਸਿੱਖਾਂ ਦੀ ਮਦਦ ਕਰਨੀ ਆ, ਕਿਤੇ ਗ੍ਰੰਥੀ ਸਿੰਘਾਂ ਦੀ ਮਦਦ ਕਰਨੀ ਆ, ਪਾਠੀ ਸਿੰਘਾਂ ਦੀ ਮਦਦ ਕਰਨੀ ਆ, ਪਲੀਜ਼ ਉਹਨਾਂ ਦੀਆਂ ਵੀਡੀਓ ਨਾ ਪਾਇਆ ਕਰੋ। ਆਪਾਂ ਹਿੱਕ ਠੋਕ ਕੇ ਕਹਿੰਦੇ ਆ ਵੀ ਸਿੱਖ ਕਿਤੇ ਮੰਗਤਾ ਨਹੀਂ ਦਿਖੂਗਾ, ਆਪਾਂ ਆਪ ਹੀ ਨਾ ਆਪਣੇ ਵੀਰਾਂ ਨੂੰ ਮੰਗਤੇ ਬਣਾਈ ਜਾਈਏ। ਆਹ ਹੱਥ ਜੋੜ ਕੇ ਆਪ ਜੀਆਂ ਨੂੰ ਬੇਨਤੀ ਕਰਦਾ ਜੀ। ਤੇ ਬਾਕੀ ਜਿਹੜੀ ਦੂਸਰੀ ਗੱਲ, ਪਿੱਛੇ ਜੇ ਕਹਿੰਦੇ ਹੁੰਦੇ ਸੀ ਅਖੰਡ ਪਾਠ ਸਾਹਿਬ ਜੀ ਰਖਾਉਣ ਦਾ ਕੀ ਫਾਇਦਾ, ਕੋਤਰੀਆਂ ਕਰਾਉਣ ਦਾ ਕੀ ਫਾਇਦਾ, ਉਹਨਾਂ ਬੰਦਿਆਂ ਕੋਲ ਇਹ ਭੇਜੋ ਪਾਠੀ ਸਾਰੇ ਅੱਜ। ਮੇਰੀ ਦੁਬਾਰਾ ਫੇਰ ਬੇਨਤੀ ਆ, ਜਿਹੜੇ ਪਿੱਛੇ ਇੰਨੇ ਸਾਲਾਂ ਤੇ ਰੌਲਾ ਪਾਉਂਦੇ ਆਉਂਦੇ ਆ ਨਾ ਵੀ ਇਹ ਅਖੰਡ ਪਾਠ ਸਾਹਿਬ ਕਰਾਉਣ ਦਾ ਕੀ ਫਾਇਦਾ, ਇਹ ਕੋਤਰੀਆਂ ਦਾ ਕੀ ਫਾਇਦਾ, ਇਕੱਲੇ ਬਾਬਿਆਂ ਦਾ ਢਿੱਡ ਭਰਦਾ। ਉਹਨਾਂ ਕੋਲ ਜਿਹੜੇ ਉਹ ਰੋਜ਼ ਰੌਲਾ ਪਾਉਂਦੇ ਸੀ, ਇਹ ਸਾਰੇ ਗ੍ਰੰਥੀ ਸਿੰਘ, ਉਹਨਾਂ ਦੇ ਉੱਥੇ ਡੋਰ ਦੇ ਮੂਹਰੇ ਬਿਠਾ ਲਓ ਜਾ ਕੇ, ਉਹਨਾਂ ਤੋਂ ਸੇਵਾਵਾਂ ਲਓ ਹੁਣ, ਹੈ ਨਾ। ਵੀ ਤੁਸੀਂ ਕਹਿੰਦੇ ਸੀ ਵੀ ਅਖੰਡ ਪਾਠ ਕਰਾਉਣ ਦਾ ਕੋਈ ਫਾਇਦਾ ਹੀ ਨਹੀਂ, ਹਾਂਜੀ, ਉਹਨਾਂ ਦੇ ਜਾ ਕੇ ਮੂਹਰੇ ਬਿਠਾ ਲਓ। ਇੱਥੇ ਹੋਰ ਆਪਣੀਆਂ ਨਵੀਆਂ ਪਲੀਜ਼ ਆ ਇੱਦਾਂ ਦੀਆਂ ਇੱਥੇ ਸੰਸਥਾਵਾਂ ਹੋਰ ਨਾ ਚਲਾਵੋ। ਪਹਿਲਾਂ ਸਾਡੇ ਸਿੱਖਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਂ 'ਤੇ ਬਹੁਤ ਸਾਰਾ ਲੁੱਟਿਆ ਗਿਆ, ਸਿੰਘਾਂ ਤਾਈਂ, ਸਿੱਖਾਂ ਦੇ ਪਰਿਵਾਰਾਂ ਤਾਈਂ, ਸ਼ਹੀਦਾਂ ਦੇ ਪਰਿਵਾਰਾਂ ਤਾਈਂ ਬਹੁਤ ਥੋੜ੍ਹੀ ਮਾਇਆ ਗਈ। ਆਹ ਜਿਹੜਾ ਹੁਣ ਨਵਾਂ ਦੌਰ ਚੱਲਿਆ ਆ, ਇਹ ਸਾਡੇ ਸਿੱਖਾਂ ਵਿੱਚ ਜਾਂ ਜਿਹੜੇ ਗੌਰਮੈਂਟ ਦੇ ਕੰਮ ਆ, ਉਹ ਗੌਰਮੈਂਟ ਦੇ ਕੰਮ ਸਾਡੇ ਆਪਣੇ MLA ਸਾਡੇ ਲੀਡਰਾਂ ਤਾਈਂ ਪਹੁੰਚੋ, ਉਹ ਆਰਾਮ ਨਾਲ ਆਪਣੇ ਘਰਾਂ 'ਚ ਬੈਠੇ ਆ। ਤੇ ਸਾਡੇ ਸਿੱਖ ਜਿੱਧਰ ਵੀ ਕਿੱਧਰ ਆਪਸ ਵਿੱਚ ਹੀ ਇਹ ਹਾਹਾਕਾਰ ਮਚਾਈ ਹੋਈ ਆ। ਇਸ ਤੋਂ ਥੋੜ੍ਹਾ ਜਿਹਾ ਜ਼ਰੂਰ ਆਪਾਂ ਸੰਕੋਚ ਕਰੀਏ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਕੱਲ ਫਿਰ ਆਪਾਂ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਅੱਜ ਸਟਾਰਟਿੰਗ ਦੇ ਵਿੱਚ ਥੋੜ੍ਹਾ ਪ੍ਰੋਗਰਾਮ ਦੇ ਵਿੱਚ ਥੋੜ੍ਹਾ ਜੋ ਆਪਣਾ ਤਕਨੀਕੀ ਖਰਾਬੀ ਹੋ ਗਈ ਸੀ, ਉਹਦੇ ਲਈ ਫਿਰ ਆਪਾਂ ਮਾਫੀ ਮੰਗਦੇ ਹਾਂ ਜੀ। ਕੱਲ ਫਿਰ ਆਪਾਂ ਜੋ ਆਸਟ੍ਰੇਲੀਆ ਦੇ ਟਾਈਮ 6 ਵਜੇ ਫਿਰ ਅਗਲਾ ਪ੍ਰੋਗਰਾਮ ਲੈ ਕਰਕੇ ਹਾਜ਼ਰ ਹੋਵਾਂਗੇ ਜੀ। ਅੱਜ ਇਹੋ ਹੀ ਪ੍ਰੋਗਰਾਮ ਕਰਦੇ ਹਾਂ, ਜਿਸ ਤਰ੍ਹਾਂ ਸ਼ਹੀਦਾਂ ਦੇ ਜਿਹੜੇ ਪਾਏ ਹੋਏ ਪੂਰਨਿਆਂ 'ਤੇ ਆਪਾਂ ਗੱਲਬਾਤ ਕੀਤੀ ਆ, ਤੇ ਗੁਰੂ ਸਾਹਿਬ ਜੀ ਕਿਰਪਾ ਕਰਨ ਉਹਨਾਂ ਦੇ 'ਚ ਪਾਏ ਹੋਏ ਪੂਰਨਿਆਂ 'ਤੇ, ਉਹ ਸਿੱਖੀ ਸਿਧਾਂਤਾਂ 'ਤੇ ਗੁਰੂ ਸਾਹਿਬ ਚੱਲਣ ਦੀ ਮੱਤ ਬਲ ਬੁੱਧੀ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।